ਤੁਹਾਡਾ ਜਾਂ ਮੇਰਾ ਸਿਰ ਦਰਦ ਹੋ ਰਿਹਾ ਹੋਵੇ, ਸਾਡਾ ਦਿਲ ਕਰਦਾ ਕੋਈ ਗੱਲ ਕਰੇ? ਬਿਲਕੁਲ ਸਿਰਫ ਇੱਕ ਸਿਰ ਦਰਦ ਛੋਟੀ ਜਿਹੀ ਗੱਲ ਕੀਤੀ ਹੈ ਮੈਂ, ਔਰ ਤੁਸੀਂ ਇਹ ਸੋਚੋ ਕਿ ਉਹ ਕਿੰਨੀ ਪੇਨ 'ਚ ਆ, ਜਿਹਦੇ ਸਟਿਚਸ ਲੱਗੇ ਆ, ਹੈ ਨਾ, ਇੱਕ ਉਹਦੇ ਡ੍ਰਿਪ ਚੱਲ ਰਿਹਾ, ਹੈ ਨਾ, ਜਿਹਦਾ ਸਿਜ਼ੇਰੀਅਨ ਹੋਇਆ, ਇੱਕ ਉਹਦੀ ਪਿਸ਼ਾਬ ਵਾਲੀ ਨਾਲੀ ਲਗਾਈ ਹੋਈ ਆ, ਪੇਸ਼ੈਂਟ ਤੁਹਾਡਾ ਹਿੱਲ ਨਹੀਂ ਸਕਦਾ, ਤੁਸੀਂ ਆ ਕੇ ਮਿਠਾਈਆਂ ਦੇ ਡੱਬੇ ਵੀ ਖੋਲ ਰਹੇ ਹੋ, ਰੌਲਾ ਵੀ ਪੂਰਾ ਪੈ ਰਿਹਾ ਹੈ, 72 ਘੰਟੇ ਪੇਸ਼ੈਂਟ ਦੇ ਰੂਮ 'ਚ ਸਿਵਾਏ ਇੱਕ ਅਟੈਂਡੈਂਟ ਦੇ ਜਾਂ ਮੰਮਾ ਦੇ ਔਰ ਹਸਬੈਂਡ ਦੇ ਕਿਸੇ ਨੂੰ ਨਹੀਂ ਆਉਣਾ ਚਾਹੀਦਾ। ਔਰ ਇੱਕ ਮੈਮ ਮੈਂ ਤੁਹਾਡਾ ਸਭ ਨੂੰ ਬਾਏ ਬੀ ਸੋਸ਼ਲ ਕਹਿਣਾ ਚਾਹੁੰਦੀ ਹੈ ਕਿ ਜਦੋਂ ਵੀ ਕਿਸੇ ਵੀ ਬੱਚੇ ਦੀ ਬੱਚਾ ਡਿਲੀਵਰ ਹੁੰਦਾ ਔਰ ਮਦਰ ਹੁੰਦੀ ਹੈ, ਜਿਹੜਾ ਸਭ ਤੋਂ ਇਨਫੈਕਟਡ ਚੀਜ਼ ਤੁਸੀਂ ਉਹਨੂੰ ਦੇ ਕੇ ਆਉਂਦੇ ਹੋ, ਦੈਟ ਇਜ਼ ਕਰੰਸੀ ਨੋਟ। ਚਾਹੇ ਉਹ ਤੁਹਾਡੀ ਸੱਸ ਆ, ਚਾਹੇ ਉਹ ਤੁਹਾਡਾ ਘਰ ਵਾਲਾ ਜਾਂ ਤੁਹਾਡੀ ਮਦਰ ਆ, ਹੈ ਨਾ, ਉਹ ਤੁਹਾਡੇ ਮਾਮੇ ਭੂਆ ਮਾਸੀਆਂ ਨੂੰ ਚਾਹਾਂ ਪਿਲਾ ਰਹੇ ਹੁੰਦੇ ਆ ਡੱਬੇ ਖੋਲ ਖੋਲ ਕੇ। ਹਾਂ ਮੈਂ ਤਾਂ ਕਹਿ ਰਹੀ, ਉੱਥੇ ਜਿਹਨੇ ਬੱਚਾ ਡਿਲੀਵਰ ਕੀਤਾ ਉਹ ਮੰਗ ਕੇ ਚੀਜ਼ ਕਹਿ ਰਿਹਾ ਹੁੰਦਾ ਕਿ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਮੈਨੂੰ ਪਾਣੀ ਦੀ। ਬਹੁਤ ਵਾਰ ਨੋਟ ਕੀਤਾ ਹੈ 80% ਬੱਚੀਆਂ ਜਿਹੜੀਆਂ ਸਿਰਫ ਗੱਲ ਕਰਨਾ ਚਾਹੁੰਦੀਆਂ, ਦੇ ਡੋਂਟ ਹੈਵ ਐਨੀਬਡੀ ਕਿ ਜਿਹਦੇ ਨਾਲ ਉਹ ਆਪਣੀ ਗੱਲ ਸ਼ੇਅਰ ਕਰ ਸਕਦੇ। ਤਾਂ ਇਹਦਾ ਮਤਲਬ ਤੁਹਾਡੇ ਘਰ 'ਚ ਕੋਈ ਲੈਕਿੰਗ ਹੈ ਕਿ ਦੇ ਆਰ ਸੋ ਡਿਸਟਰਬ। ਇੱਕ ਨਹੀਂ ਮੈਮ, ਬਹੁਤ ਬੱਚੇ ਆ ਜਿਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੂੰ ਇਹੀ ਪ੍ਰੈਸ਼ਰ ਹੈ ਕਿ ਮੈਨੂੰ ਉਸ ਟਾਈਮ 'ਤੇ ਮੇਰੀ ਧਿਆਨ ਨਹੀਂ ਰੱਖਿਆ ਗਿਆ ਸੀ ਮੈਡਮ, ਕਿ ਮੈਡਮ ਮੈਂ ਅੱਜ ਵੀ ਉਹ ਨਹੀਂ ਭੁੱਲੀ ਕਿ ਮੈਂ ਰਾਤ ਨੂੰ ਇਕੱਲੇ ਬੱਚਾ ਨਹੀਂ ਭੁੱਲਦਾ ਬੰਦਾ। ਬਿਲਕੁਲ, ਕਿਸੇ ਕੁੜੀ ਨੂੰ ਇਦਾਂ ਦਾ ਡਿਪਰੈਸ਼ਨ ਦਾ ਟਾਈਮ ਨਾ ਫੇਸ ਕਰਨਾ ਪਵੇ, ਉਹ ਆਪਣੀ ਬਾਡੀ ਨੂੰ ਗ੍ਰੇਸਫੁਲੀ ਐਕਸੈਪਟ ਕਰੇ, ਉਹ ਆਪਣੀ ਮੈਂਟੈਲਿਟੀ ਨੂੰ ਪੋਜ਼ਿਟਿਵ ਰੱਖੇ। ਤਾਂ ਇੱਕ ਹਸਬੈਂਡ ਦਾ ਰੋਲ ਕਿਵੇਂ ਦਾ ਹੋਣਾ ਚਾਹੀਦਾ? ਮੈਂ ਐਸੀ ਫੈਮਿਲੀ ਵੀ ਦੇਖੀ ਹੈ ਜਿਹਦੇ 'ਚ ਵਾਈਫ ਦੀ ਇੰਪੋਰਟੈਂਟ ਜੌਬ ਸੀ, ਹਸਬੈਂਡ ਨੇ ਕੁਇਟ ਕੀਤਾ। ਤਾਂ ਕਿਸੇ ਦੀ ਗੱਲ 'ਚ ਆ ਕੇ ਡਿਪਰੈਸਿਵ ਨਾ ਕਰੋ, ਜੋ ਪਾਸਟ ਹੈ ਉਹਨੂੰ ਭੁੱਲੋ, ਆਪਣੀ ਅੱਛੀ ਲਾਈਫ, ਉਹਦੇ ਨਾਲ ਸਿਰਫ ਫੈਮਿਲੀ ਡਿਸਟਰਬ ਹੁੰਦੀ ਹੈ ਮੈਮ ਜ਼ਿਆਦਾ ਸੋਚਣ ਨਾਲ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਪ੍ਰੋਗਰਾਮ ਸਿਹਤ ਸੱਤ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਇੱਕ ਕੇਸ ਪੜ੍ਹਿਆ ਸੀ ਮੈਂ 3-4 ਸਾਲ ਪਹਿਲਾਂ ਕਿ ਇੱਕ ਕੁੜੀ ਸੀ USA 'ਚ ਜਿਹਦੇ 3 ਬੱਚੇ ਸੀ, ਅਤੇ ਜਦੋਂ ਤੀਜਾ ਬੱਚਾ ਡਿਲੀਵਰ ਹੋਇਆ ਤਾਂ ਉਸ ਤੋਂ ਬਾਅਦ ਉਹਨੂੰ ਡਿਪਰੈਸ਼ਨ, ਮਤਲਬ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਈ, ਅਤੇ ਇੰਨਾ ਜ਼ਿਆਦਾ ਡਿਪਰੈਸ਼ਨ ਹੋ ਗਿਆ ਸੀ ਕਿ ਉਸ ਕੁੜੀ ਨੇ ਆਤਮ ਹੱਤਿਆ ਕਰ ਲਈ। ਅਤੇ ਅਸੀਂ ਇਸ ਚੀਜ਼ ਨੂੰ ਬਿਲਕੁਲ ਨਜ਼ਰਅੰਦਾਜ਼ ਕਰਦੇ ਹਾਂ ਕਿ ਜਦੋਂ ਕੋਈ ਵੀ ਕੁੜੀ ਹੈ ਉਹਦੇ ਬੱਚਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਬੱਚੇ ਜਿੰਨੀ ਸਾਂਭ ਸੰਭਾਲ ਦੀ ਜ਼ਰੂਰਤ ਉਹਨੂੰ ਵੀ ਹੁੰਦੀ ਆ। ਸਾਨੂੰ ਲੱਗਦਾ ਹੁੰਦਾ ਹੈ ਕਿ ਕੁਛ ਕੁ ਦਿਨ, ਜਿਵੇਂ ਆਪਣੇ ਪਰਿਵਾਰਾਂ 'ਚ ਕਹਿ ਦਿੰਦੇ ਕਿ 20-21 ਦਿਨ ਤੁਸੀਂ ਸਰੀਰਕ ਤੌਰ 'ਤੇ ਉਹਦੀ ਦੇਖਭਾਲ ਕਰਨੀ ਆ ਕਿ ਉਹਨੂੰ ਆਰਾਮ ਮਿਲੇ, ਉਹ ਉੱਠ ਕੇ ਕੰਮ ਨਾ ਕਰੇ। ਪਰ ਮੈਨੂੰ ਲੱਗਦਾ ਹੁੰਦਾ ਕਿ ਮੈਂਟਲੀ ਤੁਹਾਨੂੰ ਉਹਨੂੰ ਜ਼ਿਆਦਾ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਅਸੀਂ ਸਾਰੇ ਇਸ ਦੌਰ 'ਚੋਂ ਗੁਜ਼ਰੇ ਹਾਂ। ਮੇਰੇ ਖੁਦ ਦੇ 2 ਬੱਚੇ ਨੇ ਕਿ ਉਦੋਂ ਤੁਸੀਂ ਇਹ ਮਹਿਸੂਸ ਕਰ ਰਹੇ ਹੁੰਦੇ ਹੋ ਕਿ ਇੱਕ ਤਾਂ ਸਰੀਰ 'ਚ ਇੰਨਾ ਜ਼ਿਆਦਾ ਬਦਲਾਅ ਆ ਗਿਆ, ਸਾਡੇ ਹਾਰਮੋਨ ਚੇਂਜ ਹੋਏ ਹੁੰਦੇ ਨੇ, ਪੂਰੀ ਬਾਡੀ ਆ ਜਿਹੜੀ ਉਹਦਾ ਸਟਰਕਚਰ ਟੋਟਲੀ ਬਦਲ ਜਾਂਦਾ, ਉਹ ਕੱਪੜੇ ਤੱਕ ਨਹੀਂ ਆਉਂਦੇ ਹੁੰਦੇ ਜਿਹੜੇ ਅਸੀਂ 2 ਸਾਲ ਜਾਂ ਸਾਲ ਪਹਿਲਾਂ ਪਾ ਰਹੇ ਹੁੰਦੇ ਹਾਂ। ਅਤੇ ਇਹ ਇੰਨਾ ਵੱਡਾ ਬਦਲਾਅ ਸਾਡੀ ਮਾਨਸਿਕਤਾ 'ਤੇ ਬਹੁਤ ਜ਼ਿਆਦਾ ਅਸਰ ਕਰਦਾ। ਅਤੇ ਦੂਜੀ ਚੀਜ਼ ਹੈ ਕਿ ਹਰ ਜਿਹੜਾ ਕਪਲ ਆ ਜਦੋਂ ਉਹਦੇ ਬੱਚਾ ਹੁੰਦਾ, ਉਹ ਇਹ ਮਹਿਸੂਸ ਕਰਦਾ ਹੈ ਕਿ ਸਾਡੇ ਦਰਮਿਆਨ, ਦੋਵਾਂ ਦੇ ਦਰਮਿਆਨ ਇੱਕ ਹੋਰ ਬੱਚਾ ਆ ਗਿਆ ਜਿਹਨੇ ਕਿ ਸਾਡਾ ਦੋਵਾਂ ਦਾ ਟਾਈਮ ਵੀ ਉਹਦੇ 'ਤੇ ਸਾਰਾ ਕੇਂਦਰਿਤ ਹੋ ਗਿਆ, ਤਾਂ ਅਸੀਂ ਇੱਕ ਦੂਜੇ ਨਾਲੋਂ ਇਮੋਸ਼ਨਲੀ ਅਤੇ ਫਿਜ਼ੀਕਲੀ ਵੀ ਦੂਰ ਹੋਏ ਮਹਿਸੂਸ ਕਰਦੇ ਹਾਂ। ਅਤੇ ਇਹ ਸਾਰੀਆਂ ਚੀਜ਼ਾਂ ਕਿਸੇ 'ਤੇ ਕਿਵੇਂ ਦਾ ਅਸਰ ਪਾਉਂਦੀਆਂ ਨੇ ਅਸੀਂ ਸੋਚ ਨਹੀਂ ਸਕਦੇ। ਅੱਜ ਜਦੋਂ ਮੈਂ ਇਸ ਵਿਸ਼ੇ 'ਤੇ ਡਾਕਟਰ ਮਮਤਾ ਸ਼ਰਮਾ ਹੁਣਾਂ ਨਾਲ ਗੱਲਬਾਤ ਕਰਨ ਲਈ ਸੋਚਦੀ ਸੀ ਤਾਂ ਮੈਂ ਇਸ ਵਿਸ਼ੇ ਨੂੰ ਥੋੜ੍ਹਾ ਜਿਹਾ ਪੜ੍ਹਿਆ ਅਤੇ ਮੈਂ ਹੈਰਾਨ ਹੋ ਗਈ ਕਿ ਇੱਕ ਰਿਸਰਚ 'ਚ ਲਿਖਿਆ ਹੋਇਆ ਕਿ ਹੁਣ ਜਿਹੜੇ ਪਿਓ ਨੇ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਜਦੋਂ ਬੱਚਾ ਹੁੰਦਾ, ਅਤੇ ਇਹ ਬੜੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਆ। ਇਸੇ ਵਿਸ਼ੇ 'ਤੇ ਆਪਾਂ ਅੱਜ ਡਾਕਟਰ ਮਮਤਾ ਸ਼ਰਮਾ ਹੁਣਾਂ ਨਾਲ ਗੱਲਬਾਤ ਕਰਾਂਗੇ ਕਿ ਡਿਲੀਵਰੀ ਤੋਂ ਬਾਅਦ ਇੱਕ ਕੁੜੀ ਨੂੰ ਕਿਵੇਂ ਦੀ ਦੇਖਭਾਲ ਦੀ ਜ਼ਰੂਰਤ ਹੁੰਦੀ ਆ, ਉਹਦੇ ਮਾਨਸਿਕ ਅਤੇ ਸਰੀਰਕ ਕਿਵੇਂ ਦੇ ਬਦਲਾਅ ਆਉਂਦੇ ਨੇ, ਅਤੇ ਖਾਸ ਕਰਕੇ ਅਸੀਂ ਹੁਣ ਮੁੰਡਿਆਂ ਨੂੰ ਵੀ ਵਿੱਚ ਜੋੜਾਂਗੇ ਕਿ ਇੱਕ ਬੱਚਾ ਜੋ ਨਵਾਂ ਪਿਓ ਬਣਦਾ, ਇੱਕ ਮੁੰਡਾ, ਉਹਨੂੰ ਵੀ ਕਿਵੇਂ ਘਰ ਦਾ ਮਾਹੌਲ ਆ ਜਿਹੜਾ ਮਿਲਣਾ ਚਾਹੀਦਾ ਕਿ ਉਹ ਵੀ ਆਪਣੇ ਬੱਚੇ ਨੂੰ ਬਹੁਤ ਪਿਆਰ ਨਾਲ ਜੀ ਆਇਆਂ ਕਹਿ ਸਕੇ। ਅਤੇ ਆਪਾਂ ਡਾਕਟਰ ਮਮਤਾ ਸ਼ਰਮਾ ਹੁਣਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਤੁਸੀਂ ਨਾ ਜਦੋਂ ਥੋੜ੍ਹੀ ਦੇਰ ਆਏ ਨਹੀਂ ਸੀਗੇ ਤਾਂ ਮੈਂ ਪੜ੍ਹਨ ਲੱਗ ਗਈ ਕੁਦਰਤੀ, ਮੈਨੂੰ ਬੜੀ ਹੈਰਾਨੀ ਹੋਈ ਵੀ ਪਿਓਆਂ ਨੂੰ ਵੀ ਇਹ ਚੀਜ਼ ਮਹਿਸੂਸ ਹੋਣ ਲੱਗ ਗਈ, ਹੈ ਨਾ। ਅਤੇ ਸਰ ਬੈਠੇ ਸੀ ਥੱਲੇ, ਮੈਂ ਉਹਨਾਂ ਨਾਲ ਗੱਲ ਕਰਨ ਲੱਗ ਗਈ, ਮੈਂ ਕਿਹਾ ਵੀ ਮੈਂ ਹੁਣੇ ਪੜ੍ਹਿਆ ਅਤੇ ਉਹਦੇ 'ਚ ਇਹ ਚੀਜ਼ ਲਿਖੀ ਹੋਈ ਆ, ਅਤੇ ਇਹ ਚੀਜ਼ ਤਾਂ ਬਹੁਤ ਹੀ ਜ਼ਿਆਦਾ ਹੈਰਾਨੀ ਵਾਲੀ ਸੀਗੀ। ਅਤੇ ਆਪਾਂ ਇਸ ਵਿਸ਼ੇ 'ਤੇ ਜਿਵੇਂ 40-45 ਮਿੰਟ ਹੈ ਨਾ ਗੱਲਬਾਤ ਕਰਾਂਗੇ, ਤਾਂ ਮੈਂ ਚਾਹੁੰਦੀ ਹਾਂ ਕਿ ਆਪਾਂ ਸ਼ੁਰੂਆਤ ਹੀ ਇਸ ਚੀਜ਼ ਤੋਂ ਕਰੀਏ ਕਿ ਵਾਕਈ ਡਿਲੀਵਰੀ ਤੋਂ ਬਾਅਦ ਡਿਪਰੈਸ਼ਨ ਹੁੰਦਾ ਹੈ।
ਮੈਮ ਡਿਲੀਵਰੀ ਤੋਂ ਬਾਅਦ ਡਿਪਰੈਸ਼ਨ ਬਹੁਤ ਕਾਮਨ ਹੈ। ਸਿਰਫ ਇਹ ਹੋ ਜਾਂਦਾ ਹੈ ਕਿ ਪੇਸ਼ੈਂਟ ਦੇ ਬੇਬੀ ਦੇ ਆਉਣ ਦੀ ਖੁਸ਼ੀ 'ਚ ਪਰਿਵਾਰ ਲੱਗਿਆ ਇੰਨਾ ਜ਼ਿਆਦਾ ਹੁੰਦਾ ਕਿ ਉਹਨੂੰ ਦਿਮਾਗ 'ਚ ਵੀ ਨਹੀਂ ਆਉਂਦਾ ਕਿ ਜਿਹੜਾ ਇੱਕ ਪੇਸ਼ੈਂਟ ਹੈ ਉਹ ਕਿੰਨਾ ਇਗਨੋਰਡ ਜਾਂ ਉਹ ਕਿੰਨਾ ਫੀਲ ਕਰ ਰਿਹਾ। ਹੁਣ ਮੈਂ ਤੁਹਾਨੂੰ ਇੱਕ ਨਾਰਮਲ ਗੱਲ ਦੱਸਦੀ ਹਾਂ ਜੀ, ਕਿਸੇ ਵੀ ਪੇਸ਼ੈਂਟ ਦੀ ਜਿਹਦੀ ਡਿਲੀਵਰੀ ਹੁੰਦੀ ਹੈ ਉਹਦਾ 4 to 5 ਲੀਟਰਸ ਬਲੱਡ ਲਾਸ ਵੀ ਹੁੰਦਾ, ਉਹਦੇ ਬੋਡੀ ਪਾਰਟ ਤੇ ਸਟਿਚਸ ਵੀ ਆਉਂਦੇ ਆ, ਹੈ ਨਾ। ਔਰ ਉਸ ਟਾਈਮ ਤੇ ਤੁਸੀਂ ਉਹਦੇ ਤੋਂ ਸਭ ਕੁਝ ਐਕਸਪੈਕਟ ਕਰ ਰਹੇ ਹੁੰਦੇ ਕਿ ਉਹ ਬੈਠਣਗੇ ਵੀ, ਉਹ ਸਾਰਾ ਕੁਝ ਕਰਨਗੇ। ਔਰ ਫਿਰ ਉਹ ਜਿਹੜਾ ਟਾਈਮ ਹੈ ਉਸ ਚੀਜ਼ ਨੂੰ ਜੇ ਲੇਡੀਜ਼ 'ਚ ਕਹੀਏ ਤਾਂ ਪੋਸਟਮਾਰਟਮ ਬਲੂਜ਼ ਵੀ ਕਹਿਣ ਲੱਗ ਗਏ ਨੂੰ, ਕਿ ਪਹਿਲਾਂ ਥੋੜੀ ਡਿਪਰੈਸ਼ਨ ਵਾਲੀ ਸਟੇਜ ਆਉਂਦੀ ਹੈ, ਬਾਅਦ 'ਚ ਸਵੀਅਰ ਡਿਪਰੈਸ਼ਨ 'ਚ ਵੀ ਚੇਂਜ ਹੋ ਜਾਂਦਾ। ਤਾਂ ਉਹਦੇ ਲਈ ਕਿਤੇ ਨਾ ਮੈਮ ਥੋੜਾ ਜਿਹਾ ਸਾਡੀ ਫੈਮਿਲੀ ਵੱਲੋਂ ਵੀ ਗੜਬੜ ਹੋ ਜਾਂਦੀ ਹੈ। ਤਾਂ ਬॉयਜ਼ ਦੇ ਵਿੱਚ ਇਹ ਹੋ ਜਾਂਦਾ ਕਿ ਜ਼ਿਆਦਾਤਰ ਜਿੱਦਾਂ ਹੁਣ ਨਾ ਜਿਹੜੇ ਪਹਿਲੇ 40 ਡੇਜ਼ ਹੁੰਦੇ ਆ, ਪੁਰਾਣੇ ਟਾਈਮ 'ਚ ਤਾਂ ਇਸ ਤਰ੍ਹਾਂ ਹੁੰਦਾ ਸੀ ਕਿ ਤੂੰ ਹੁਣ ਬਾਹਰ ਜਾ, ਅਸੀਂ ਆਪੇ ਦੇਖ ਲਾਂਗੇ, ਤੂੰ ਹੁਣ ਬਾਹਰ ਜਾ, ਅਸੀਂ ਆਪੇ ਦੇਖ ਮਤਲਬ ਕਿ ਜਿਹੜਾ ਮੇਲ ਮੈਂਬਰ ਆ ਉਹਨੂੰ ਜ਼ਿਆਦਾਤਰ 40 ਡੇਜ਼ ਉਸ ਰੂਮ 'ਚ ਵੀ ਆਉਣ ਦੇ ਲਈ ਮਨਾ ਹੀ ਕੀਤਾ ਜਾਂਦਾ ਤੇ ਬੱਚੇ ਨੂੰ ਵੀ। ਜਦ ਕਿ ਤੁਸੀਂ ਇਹ ਦੇਖੋ ਕਿ ਉਹ 9 ਮੰਥ ਇਕੱਠੇ ਰਹੇ ਆ, ਤਾਂ ਜਦੋਂ ਉਹਨਾਂ ਨੇ ਸਾਰੀ ਪਲੈਨਿੰਗਸ ਕੀਤੀਆਂ, ਸਾਰਾ ਕੁਝ ਕੀਤਾ, ਤਾਂ ਉਹਨਾਂ ਦੇ ਦੋਨਾਂ ਦੇ ਹੀ ਸੁਪਨੇ ਸੀਗੇ ਨਾ ਜੀ। ਤਾਂ ਫਿਰ ਉਹ 40 ਡੇਜ਼ ਵੀ ਉਹਨਾਂ ਦੋਨਾਂ ਨੂੰ ਇੰਨਾ ਕੁ ਜ਼ਰੂਰ ਇੱਕ ਦੂਜੇ 'ਚ, ਕਿਉਂਕਿ ਜ਼ਿਆਦਾਤਰ ਤਾਂ ਮੈਮ ਇਹ ਹੁੰਦਾ ਨਾ ਕਿ ਡਿਲੀਵਰੀ ਤੋਂ ਬਾਅਦ ਬੱਚੀਆਂ ਆਪਣੇ ਮਾਇਕੇ ਚਲੇ ਜਾਂਦੀਆਂ, ਉੱਥੇ ਵੀ ਇਹੀ ਗੱਲ ਹੈ ਕਿ ਉਹ 40 ਡੇਜ਼ ਤਾਂ ਉੱਧਰ ਹੀ ਹੁੰਦੇ ਆ। ਤਾਂ ਉਸ ਚੀਜ਼ ਲਈ ਉਹ ਜਿਹੜੀ ਛੋਟੀਆਂ ਚੀਜ਼ਾਂ ਹੈ ਉਹ ਬॉयਜ਼ ਨੇ ਵੀ ਉਨੀਆਂ ਇੰਜੋਏ ਕਰਨੀਆਂ ਹੁੰਦੀਆਂ, ਬੇਬੀ ਤਾਂ ਉਹਨਾਂ ਦਾ ਵੀ ਹੈ ਨਾ। ਤਾਂ ਮੈਨੂੰ ਲੱਗਦਾ ਕਿ ਇੱਕ ਮਿਊਚੁਅਲ ਉਹਨਾਂ ਦੇ ਵਿੱਚ ਇੰਨਾ ਕੁ ਬੌਂਡ ਹੋਣਾ ਚਾਹੀਦਾ, ਔਰ ਬੱਚੇ ਨੂੰ ਦੋਨਾਂ ਨੂੰ ਪ੍ਰੋਪਰ ਦੋਨਾਂ ਨੂੰ ਹੀ ਸੰਭਾਲਣਾ ਚਾਹੀਦਾ ਤਾਂ ਕਿ ਬਾਅਦ ਵਿੱਚ ਵੀ ਉਹਨਾਂ ਨੂੰ ਆਦਤ ਪਏ। ਕਿਉਂਕਿ ਜੇ ਤੁਸੀਂ ਉਹ ਵਾਲੇ ਡੇਜ਼ ਨਹੀਂ, ਥੋੜਾ ਜਿਹਾ ਹੋ ਜਾਂਦਾ ਕਿ ਨਹੀਂ ਉਹਨਾਂ ਨੂੰ ਆਪਸ 'ਚ ਕੋਆਰਡੀਨੇਟ ਕਰਨ ਦਿਓਗੇ, ਤਾਂ ਬਾਅਦ 'ਚ ਵੀ ਫਿਰ ਮੇਲ ਦੇ ਦਿਮਾਗ 'ਚ ਇਹੀ ਰਹਿ ਜਾਂਦਾ ਕਿ ਇਹ ਤਾਂ ਮਦਰ ਦੀ ਡਿਊਟੀ ਹੈ ਨਾ। ਔਰ ਸੈਕੰਡਲੀ ਜਦੋਂ ਤੁਸੀਂ ਜਿੱਦਾਂ ਮਦਰ ਦੀ ਜ਼ਿਆਦਾ ਅਟੈਂਸ਼ਨ ਬੱਚੇ ਵੱਲ ਹੋ ਜਾਂਦੀ ਹੈ, ਜਾਂ ਫਿਰ ਬਾਅਦ ਦੇ ਵਿੱਚ ਉਹਦਾ ਥੋੜਾ ਜਿਹਾ ਹਾਰਮੋਨਲ ਚੇਂਜਸ ਹੁੰਦੇ ਆ, ਉਹ ਅਟੈਂਸ਼ਨ ਨਹੀਂ ਵੀ ਪ੍ਰੋਪਰ ਦੇ ਪਾਉਂਦੀ, ਤਾਂ ਉਸ ਟਾਈਮ ਉਹਨਾਂ ਨੂੰ ਵੀ ਲੱਗਦਾ ਕਿ ਮੈਂ ਨਿਗਲੈਕਟਡ ਫੀਲ ਹੋ ਰਿਹਾ ਹੁੰਦਾ। ਤਾਂ ਉਹ ਤੁਸੀਂ ਠੀਕ ਕਹਿ ਰਹੇ ਹੋ ਕਿ ਉਹਨਾਂ 'ਚ ਵੀ ਇਹ ਪ੍ਰੋਬਲਮ ਆ ਰਹੀ ਹੈ ਅੱਜ ਕੱਲ੍ਹ। ਅੱਛਾ ਜੀ। ਹਾਂਜੀ ਮੈਮ ਇੱਕ ਚੀਜ਼ ਜਿਵੇਂ ਹੁਣ ਜਿਹਦੇ ਤੋਂ ਆਪਾਂ ਸ਼ੁਰੂ ਕਰਨਾ ਚਾਹਾਂਗੇ ਹੈ ਨਾ, ਕਿ ਜਦੋਂ ਵੀ ਕਿਸੇ ਘਰ 'ਚ ਕੋਈ ਬੱਚਾ ਹੁੰਦਾ, ਅੱਗੇ ਹੁੰਦਾ ਸੀਗਾ ਕਿ ਲੈਂਡਲਾਈਨ ਫੋਨ ਹੁੰਦੇ ਸੀਗੇ, ਤੁਸੀਂ ਕਿਸੇ ਨੂੰ ਕਰਤਾ, ਕਿਸੇ ਨੂੰ ਪਤਾ ਚੱਲ ਗਿਆ। ਹੁਣ ਹੁੰਦਾ ਹੈ ਕਿ ਅਸੀਂ ਜਦੇ ਹੌਸਪੀਟਲ 'ਚੋਂ ਵਟਸਐਪ 'ਤੇ ਪਿਕਚਰਸ ਭੇਜਣਾ ਸ਼ੁਰੂ ਕਰ ਦਿੰਦੇ ਹਾਂ, ਹੈ ਨਾ। ਫਿਰ ਉਮੀਦ ਵੀ ਕਰਦੇ ਹਾਂ ਕਿ ਹਰ ਕੋਈ ਸਾਨੂੰ ਵਧਾਈ ਦੇਵੇ ਅਤੇ ਬਹੁਤ ਛੇਤੀ ਤੋਂ ਛੇਤੀ ਲੋਕ ਆ ਕੇ ਬੱਚੇ ਨੂੰ ਦੇਖਣਾ ਸ਼ੁਰੂ ਕਰ ਦੇਣ। ਮੈਨੂੰ ਹੈਰਾਨੀ ਹੋ ਜਾਂਦੀ ਹੈ ਕਿ ਸਾਡੇ ਘੱਟੋ ਘੱਟ 25-30 ਰਿਸ਼ਤੇਦਾਰ ਤਾਂ ਹੌਸਪੀਟਲ ਪਹੁੰਚੇ ਹੁੰਦੇ ਨੇ, ਹੈ ਨਾ। ਕੀ ਇਹ ਸਾਰਾ ਕੁਝ ਸਹੀ ਆ? ਮੈਨੂੰ ਖੁਦ ਨੂੰ ਲੱਗਦਾ ਹੁੰਦਾ ਕਿ ਇਹ ਘੱਟੋ ਘੱਟ ਇੱਕ ਮਦਰ ਨੂੰ, ਇੱਕ ਬੱਚੇ ਨੂੰ ਅਤੇ ਉਹਦੇ ਪੂਰੇ ਪਰਿਵਾਰ ਨੂੰ 1.25 ਮਹੀਨਾ 1.5 ਮਹੀਨਾ ਤੁਹਾਨੂੰ ਜਾ ਕੇ ਮਿਲਣਾ ਨਹੀਂ ਚਾਹੀਦਾ। ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ? ਬਿਲਕੁਲ ਸਹਿਮਤ ਹਾਂ ਮੈਮ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਜੇ ਕਿਸੇ ਦੀ ਨਾਰਮਲ ਡਿਲੀਵਰੀ ਹੁੰਦੀ ਹੈ, ਉਹਦਾ 12 ਤੋਂ 13 ਘੰਟੇ ਦਾ ਐਗਜ਼ਰਸ਼ਨ ਹੁੰਦਾ। ਪੇਸ਼ੈਂਟ ਨੇ ਬੁਰੀ ਤਰ੍ਹਾਂ ਪੇਨਸ ਲਈਆਂ ਹੁੰਦੀਆਂ, ਜਿਨ੍ਹਾਂ ਨੂੰ ਮਤਲਬ ਥੋੜਾ ਜਿਹਾ ਹੁੰਦਾ ਕਿ ਜਿੱਦਾਂ 9 ਮੰਥ 'ਚ ਨਾ ਵੈਸੇ ਵੀ ਪੇਸ਼ੈਂਟ ਨੂੰ ਨੀਂਦ ਆਉਣੀ ਘੱਟ ਹੋ ਜਾਂਦੀ ਹੈ। 100 ਦਿਮਾਗ 'ਚ ਚੱਲ ਰਿਹਾ ਹੁੰਦਾ ਹੈ ਨਾ ਕਿ ਮੇਰੇ ਨਾਲ ਕੁਛ ਇਸ ਤਰ੍ਹਾਂ ਦਾ ਨਾ ਹੋ ਜਾਏ, ਪਤਾ ਨਹੀਂ ਨਾਰਮਲ ਹੋਏਗਾ ਕਿ ਸਿਜ਼ੇਰੀਅਨ ਹੋਏਗਾ। ਫਿਰ ਉਹ ਜਿਹੜੇ 24 ਘੰਟੇ ਹੁੰਦੇ ਆ ਪੂਰੀ ਉਹਦੇ ਲਈ ਕ੍ਰੂਸ਼ੀਅਲ ਹੁੰਦੇ ਆ, ਉਹਨੇ ਇੰਨੀਆਂ ਪੇਨਸ ਹੁੰਦੀਆਂ, ਬਲੱਡ ਲਾਸ ਹੁੰਦਾ ਉਸ ਟਾਈਮ 'ਤੇ। ਔਰ ਜੇ ਸਿਜ਼ੇਰੀਅਨ ਹੋ ਜਾਏ ਤਾਂ ਉਸ ਪੇਸ਼ੈਂਟ ਨੂੰ ਤਾਂ 2 ਦਿਨ ਪਹਿਲਾਂ ਹੀ ਨੀਂਦ ਨਹੀਂ ਆਉਂਦੀ, ਹੈ ਨਾ, ਕਿ ਮੇਰਾ ਸਿਜ਼ੇਰੀਅਨ ਹੈ, ਪਤਾ ਨਹੀਂ ਕੀ ਹੋਏਗਾ। ਕਈ ਬੱਚੇ ਤਾਂ ਐਸੀਆਂ ਬੱਚੀਆਂ ਜਿਨ੍ਹਾਂ ਨੇ ਪਹਿਲੀ ਵਾਰ ਜ਼ਿੰਦਗੀ 'ਚ OT ਦੇਖਿਆ ਹੁੰਦਾ, ਜਦੋਂ ਡਿਲੀਵਰੀ ਕਰਾਉਣ ਜਾਂਦੇ ਤਾਂ ਫਸਟ ਟਾਈਮ ਉਹਨਾਂ ਨੇ OT ਦੇਖਿਆ ਹੁੰਦਾ। ਤੁਸੀਂ ਉਹਨਾਂ ਦੀ ਕੰਡੀਸ਼ਨ ਸੋਚੋ ਮੈਮ। ਮੈਂ ਐਜ਼ ਅ ਡਾਕਟਰ ਵੀ ਕਹਿ ਲਓ, ਚਾਹੇ ਤੁਸੀਂ ਐਜ਼ ਅ ਉਹ ਕਹੋ ਕਿ ਪਹਿਲੇ ਤੁਸੀਂ ਤਾਂ ਇਹ ਕਹਿ ਰਹੇ ਹੋ ਨਾ 72 ਘੰਟੇ ਪੇਸ਼ੈਂਟ ਦੇ ਰੂਮ 'ਚ ਸਿਵਾਏ ਇੱਕ ਅਟੈਂਡੈਂਟ ਦੇ ਜਾਂ ਮੰਮਾ ਦੇ ਔਰ ਹਸਬੈਂਡ ਦੇ ਕਿਸੇ ਨੂੰ ਨਹੀਂ ਆਉਣਾ ਚਾਹੀਦਾ। ਕਿਉਂਕਿ ਬੇਸਿਕਲੀ ਜਿਸ ਪੇਸ਼ੈਂਟ ਨੇ ਇੰਨੀਆਂ ਪੇਨਸ ਲਈਆਂ ਜਾਂ ਜਿਹਦਾ ਸਿਜ਼ੇਰੀਅਨ ਹੋਇਆ, ਉਹਨੂੰ ਇੱਕ ਪਲੀਜ਼ ਇਹ ਹੁਣ ਇੱਥੇ ਵੀ ਹੈ, ਈਵਨ ਤੁਸੀਂ ਫੋਰਨ ਦੇ ਆਰਟੀਕਲ ਵੀ ਪੜ੍ਹ ਲਓਗੇ, ਜਿਨਨੇ ਇੰਨਾ ਐਗਜ਼ਰਟ ਕੀਤਾ ਹੁੰਦਾ ਨਾ, ਸਿਰਫ ਉਹਨੂੰ ਸਿਰਫ ਦੁੱਧ ਪਿਲਾਉਣ ਲਈ ਬੱਚੇ ਨੂੰ ਉੱਠਣਾ ਚਾਹੀਦਾ। ਉਸ ਤੋਂ ਇਲਾਵਾ ਜਿਹੜੇ ਵੀ ਇੱਕ ਅਟੈਂਡੈਂਟ ਹੈ ਉਹ ਬੇਬੀ ਨੂੰ ਸੰਭਾਲੇ, ਹਸਪੀਟਲ ਸਟਾਫ ਇਜ਼ ਦੇਅਰ, ਤਾਂ ਤੁਸੀਂ ਉਸ ਪੇਸ਼ੈਂਟ ਨੂੰ ਰੈਸਟ ਕਰਨ ਦਿਓ। ਤੁਸੀਂ ਇਹ ਦੇਖੋ ਨਾ ਕਿ ਜੇ ਤੁਹਾਡੇ 2 ਘੰਟੇ ਦੇ ਵਿੱਚ ਐਵਰੀ ਰਿਲੇਸ਼ਨ ਇਜ਼ ਇੰਪੋਰਟੈਂਟ, ਸਭ ਨੂੰ ਦੱਸਣਾ ਜ਼ਰੂਰੀ ਹੈ, ਲੇਕਿਨ ਤੁਹਾਡਾ ਪਿਆਰ ਕਿਸੇ ਨੂੰ ਆ ਕੇ ਤੰਗ ਕਰਨ 'ਚ ਤਾਂ ਨਹੀਂ ਹੋ ਜਾਂਦਾ ਨਾ ਮੈਮ। ਤੁਸੀਂ ਆਪ ਸੋਚ ਲਓ। ਅੱਛਾ ਨਾਰਮਲ ਮੈਮ, ਮੈਂ ਵੈਸੇ ਗੱਲ ਕਰ ਰਹੀ ਹਾਂ, ਜੇ ਤੁਹਾਡਾ ਜਾਂ ਮੇਰਾ ਸਿਰ ਦਰਦ ਹੋ ਰਿਹਾ ਹੋਵੇ, ਸਾਡਾ ਦਿਲ ਕਰਦਾ ਕੋਈ ਗੱਲ ਕਰੇ? ਬਿਲਕੁਲ ਨਹੀਂ। ਸਿਰਫ ਇੱਕ ਸਿਰ ਦਰਦ ਛੋਟੀ ਜਿਹੀ ਗੱਲ ਕੀਤੀ ਹੈ ਮੈਂ, ਔਰ ਤੁਸੀਂ ਇਹ ਸੋਚੋ ਕਿ ਉਹ ਕਿੰਨੀ ਪੇਨ 'ਚ ਹੈ, ਜਿਹਦੇ ਸਟਿਚਸ ਲੱਗੇ ਆ,
ਹਨਾ, ਇੱਕ ਉਹਦੇ ਡ੍ਰਿਪ ਚੱਲ ਰਿਹਾ ਹਨਾ, ਜਿਹਦਾ ਸਿਜ਼ੇਰੀਅਨ ਹੋਇਆ, ਇੱਕ ਉਹਦੀ ਪਿਸ਼ਾਬ ਵਾਲੀ ਨਾਲੀ ਲਗਾਈ ਹੋਈ ਆ, ਪੇਸ਼ੈਂਟ ਤੁਹਾਡਾ ਹਿੱਲ ਨਹੀਂ ਸਕਦਾ, ਤੁਸੀਂ ਆ ਕੇ ਮਿਠਾਈਆਂ ਦੇ ਡੱਬੇ ਵੀ ਖੋਲ ਰਹੇ ਹੋ, ਰੌਲਾ ਵੀ ਪੂਰਾ ਪੈ ਰਿਹਾ ਹੈ। ਔਰ ਸਭ ਤੋਂ ਇੰਪੋਰਟੈਂਟ ਮੈਮ, ਹਸਪੀਟਲ ਸਟਾਫ ਜੇ ਉਹਨੇ ਆ ਕੇ ਪੇਟ ਤੋਂ ਜਾਂ ਪੈਡ ਚੈੱਕ ਕਰਨਾ, ਉਹ ਕਿੱਦਾਂ ਸਾਰੇ ਰਿਸ਼ਤੇਦਾਰਾਂ ਨੂੰ ਬਾਹਰ ਕੱਢੇਗਾ, है ना। तो 72 आवर्स पेशेंट दे इंपॉर्टेंट है, हाँ आपके इंपॉर्टेंट नहीं है। पेशेंट दे ਤੁਹਾਡਾ ਪਿਆਰ ਤਾਂ ਸਾਰੀ ਜ਼ਿੰਦਗੀ ਦਾ, ਦੇਖੋ ਬੇਬੀ ਘਰ ਹੀ ਜਾਣਾ ਹੈ ਨਾ। ਮੈਂ ਤਾਂ ਜ਼ਿਆਦਾਤਰ ਮੇਰੇ ਪੇਸ਼ੈਂਟ ਨੂੰ ਮੈਂ ਕਹਿ ਦਿੰਦੀ ਹਾਂ ਕਿ ਮੇਰਾ ਨਾਮ ਲਗਾ ਦਿਓ ਜੀ, ਕਿ ਡਾਕਟਰ ਸਾਹਿਬ ਨੇ ਮਨਾ ਕੀਤਾ ਹੈ ਨਾ। ਨਹੀਂ, ਪਲੀਜ਼ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਪੇਸ਼ੈਂਟ ਵੀ ਹੈ ਉਹਨੂੰ ਤੁਸੀਂ ਪਹਿਲੇ 24 ਘੰਟੇ ਤਾਂ ਉਹਨੂੰ ਰੈਸਟ ਦਿਓ। ਉਹ ਇੰਨਾ ਐਗਜ਼ਰਟ ਕਰ ਚੁੱਕਿਆ ਹੁੰਦਾ, ਬਲੱਡ ਲਾਸ ਹੈ। ਤੁਸੀਂ ਇਹ ਦੇਖੋ ਨਾ ਕਿੱਥੇ ਤੱਕ ਹੁੰਦਾ ਯੂਟਰਸ, ਔਰ ਉਹਨੇ ਬਿਲਕੁਲ ਨੀਚੇ ਜਾਣਾ ਹੈ। ਉਹਦੇ ਚੋਂ ਸਾਰੇ ਹਾਰਮੋਨਸ ਨਿਕਲ ਗਏ, ਸਾਰਾ ਫਲੂਇਡ ਨਿਚੜ ਗਿਆ, ਸਭ ਕੁਝ ਹੋ ਗਿਆ। ਤੁਸੀਂ ਉਹਦੀ ਹਾਲਤ ਤਾਂ ਦੇਖ ਲਓ। ਤੁਸੀਂ ਉੱਪਰ ਜਾ ਕੇ ਹਰ ਬੰਦਾ ਉਹਦੇ ਮੂੰਹ ਤੇ ਹੱਥ ਲਗਾ ਰਿਹਾ, ਹਰ ਬੰਦਾ ਤੁਹਾਡੇ ਆਸ਼ੀਰਵਾਦ ਤਾਂ ਬਾਅਦ ਚ ਵੀ ਦਿੱਤੇ ਜਾਣਗੇ, ਜਾਂ ਫੋਨ ਤੇ ਤੁਸੀਂ ਕਾਈਂਡਲੀ ਕਹਿ ਲਓ। ਔਰ ਜਦੋਂ ਘਰ ਵੀ ਆ ਜਾਂਦਾ ਪੇਸ਼ੈਂਟ, ਮੈਂ ਇਹ ਜ਼ਰੂਰ ਤੁਹਾਡੇ ਬੀ ਸੋਸ਼ਲ ਤੋਂ ਕਹਿਣਾ ਚਾਹੁੰਦੀ ਹਾਂ, ਜੇ ਤੁਸੀਂ ਇੱਕ ਸਮਝਦਾਰ ਫੈਮਿਲੀ ਹੋ ਤਾਂ ਮੇਰੇ ਕਹਿਣ ਤੇ ਇਹ ਕਰਨਾ ਸ਼ੁਰੂ ਕਰੋ ਕਿ ਜਦੋਂ ਤੁਹਾਨੂੰ ਕੋਈ ਅਟੈਂਡੈਂਟ ਮਿਲਣ ਆਉਂਦਾ ਤਾਂ ਕਾਈਂਡਲੀ ਉਹਨੂੰ ਡਰਾਇੰਗ ਰੂਮ 'ਚ ਬਿਠਾਓ ਪਹਿਲੇ 15-20 ਮਿੰਟ। ਜਿਹੜੇ ਮੈਮ ਪਹਿਲਾਂ ਜ਼ਮਾਨੇ 'ਚ ਕਹਿੰਦੇ ਨਹੀਂ ਹੁੰਦੇ ਸੀ ਕਿ ਇਹਨਾਂ ਨੂੰ ਅਲੱਗ ਰੱਖਣਾ, ਉਹ ਇਸ ਚੀਜ਼ 'ਚ ਸਹੀ ਸੀ ਜੀ, ਕਿਉਂਕਿ ਉਸ ਟਾਈਮ ਇਮਿਊਨਿਟੀ ਬਹੁਤ ਘਟੀ ਹੁੰਦੀ ਹੈ। ਤੁਹਾਨੂੰ ਪਤਾ ਨਹੀਂ, ਯੂ ਨੈਵਰ ਨੋ ਜਿਹੜਾ ਪਹਿਲਾ ਪੇਸ਼ੈਂਟ ਹੈ ਉਹ ਕਿਹੜੀ ਮਿਠਾਈ ਦੀ ਦੁਕਾਨ ਤੇ ਰੁਕਿਆ, ਕਿੱਥੇ ਕਿੱਥੇ ਰੁਕਿਆ, ਔਰ ਉਹ ਕਿਹੜਾ ਇਨਫੈਕਸ਼ਨ ਲੈ ਕੇ ਰੂਮ 'ਚ ਆ ਰਿਹਾ। ਉਹਨਾਂ ਨੂੰ ਪਹਿਲਾਂ ਉੱਥੇ ਬਿਠਾਓ, ਫਿਰ ਉਸ ਤੋਂ ਬਾਅਦ ਇੱਕ ਬੰਦੇ ਨੇ ਜਿੰਨੇ ਵੀ, ਜੇ ਅਗਰ ਦੇਖਣਾ ਚਾਹੁੰਦੇ ਆ ਤਾਂ ਉਹਦੇ ਸੈਨੀਟਾਈਜ਼ ਕਰਾਓ ਹੱਥ, ਫਿਰ ਦਿਖਾਓ। ਔਰ ਇੱਕ ਮੈਮ ਮੈਂ ਤੁਹਾਡਾ ਸਭ ਨੂੰ ਬਾਏ ਬੀ ਸੋਸ਼ਲ ਕਹਿਣਾ ਚਾਹੁੰਦੀ ਆ ਕਿ ਜਦੋਂ ਵੀ ਕਿਸੇ ਵੀ ਬੱਚੇ ਦੀ ਬੱਚਾ ਡਿਲੀਵਰ ਹੁੰਦਾ ਔਰ ਮਦਰ ਹੁੰਦੀ ਹੈ, ਜਿਹੜਾ ਸਭ ਤੋਂ ਇਨਫੈਕਟਡ ਚੀਜ਼ ਤੁਸੀਂ ਉਹਨੂੰ ਦੇ ਕੇ ਆਉਂਦੇ ਹੋ, ਦੈਟ ਇਜ਼ ਕਰੰਸੀ ਨੋਟ। ਜਿਹੜਾ ਤੁਸੀਂ ਸ਼ਗਨ ਕਹਿੰਦੇ ਹੋ, ਬਣਾਉਣ ਤੱਕ ਜਾਂਦੇ ਆ ਬੱਚੇ ਦੇ, ਬੱਚੇ ਦੇ ਉਹਦੇ ਉੱਤੇ ਵੀ ਰੱਖ ਦਿੰਦੇ ਆ, है ना। करेंसी नोट आपको नहीं पता कि किस किस जगह से, जितना ये कहते हैं ना लिफ्ट दा बटन, टॉयलेट सीट दे दरवाजे दा हैंडल और करेंसी नोट च सेम इन्फेक्शन हो सकता। हाँ जी, ਤੁਹਾਨੂੰ ਯੂ ਨੈਵਰ ਨੋ ਉਹ ਨੋਟ ਕਿਹਦੇ ਹੱਥਾਂ ਤੋਂ ਨਿਕਲ ਕੇ ਆਇਆ। ਕਾਈਂਡਲੀ। ਔਰ ਦੂਸਰਾ ਜਿਹੜਾ ਫਲਾਵਰਸ ਲੈ ਕੇ ਆਉਂਦੇ ਆ ਜਾਂ ਬਾਹਰੋਂ ਬਲੂਨਸ ਲੈ ਕੇ ਆਉਂਦੇ, ਉਹਦੇ ਪੋਲਨਸ ਦੇ ਨਾਲ ਐਲਰਜੀ ਹੋ ਸਕਦੀ ਹੈ। ਤੁਸੀਂ ਜ਼ਰੂਰ ਕਰੋ ਘਰ ਜਦੋਂ ਬੱਚਾ ਜਾਏ, ਉਹਨਾਂ ਦਾ ਰੂਮ ਥੋੜਾ ਅੱਛੇ ਤਰੀਕੇ ਨਾਲ ਡੈਕੋਰੇਟ ਕਰੋ ਤਾਂ ਕਿ ਜਦੋਂ ਮਦਰ ਘਰ ਪਹੁੰਚੇ ਉਹਨੂੰ ਵੀ ਅਲੱਗ ਫੀਲ ਹੋਏ, ਹੈ ਨਾ। ਉਹ ਚੀਜ਼ ਤੁਸੀਂ ਕਰ ਸਕਦੇ ਹੋ। ਹਸਪੀਟਲ 'ਚ ਕਾਈਂਡਲੀ ਇਹ ਚੀਜ਼ਾਂ ਨਾ ਕਰੋ। 72 ਆਵਰਸ ਸਟ੍ਰਿਕਟਲੀ ਯੂ ਸ਼ੁੱਡ ਨਾਟ ਮੂਵ। ਉਹਦੇ ਨਾਲ ਹਸਪੀਟਲ ਸਟਾਫ, ਪੇਸ਼ੈਂਟ ਸਭ ਇਗਨੋਰ ਹੁੰਦੇ ਆ। ਕਈ ਵਾਰ ਤਾਂ ਮੈਮ ਇਸ ਤਰ੍ਹਾਂ ਹੁੰਦਾ ਪੇਸ਼ੈਂਟ ਨੂੰ ਸ਼ਿਵਰਿੰਗ ਹੋਣ ਲੱਗ ਜਾਂਦੀ ਹੈ ਕਿਉਂਕਿ ਉਹਦਾ ਬਲੱਡ ਲਾਸ ਹੋਇਆ ਹੁੰਦਾ। ਉਹ ਨਾਰਮਲ ਹੁੰਦਾ ਤਾਂ ਬਾਕੀ ਸਾਰੇ ਬਿਨਾਂ ਗੱਲ ਦੇ ਹਾਈਪਰ ਹੁੰਦੇ ਆ। ਸਟਾਫ ਨੂੰ ਆਉਣ ਦਿਓ, 1 ਜਾਂ 2 ਅਟੈਂਡੈਂਟ, ਜਿੱਦਾਂ ਹਸਬੈਂਡ ਤੇ ਇੱਕ ਮੰਮਾ ਜਾਂ ਜੋ ਵੀ ਹੈ। ਉਸ ਤੋਂ ਇਲਾਵਾ ਸਟਾਫ ਨੂੰ ਉਹਨੂੰ ਮੈਨੇਜ ਕਰਨ ਦਿਓ। ਉਹਨੇ ਫਲੂਇਡ ਦੇਖਣਾ, ਸਭ ਕੁਝ ਕਰਨਾ। ਔਰ ਆਪ ਤੁਹਾਡੇ ਰਸ਼ ਦੇ ਵਿੱਚ ਪੇਸ਼ੈਂਟ ਦਾ ਵਿਚਾਰਾ ਨਿਗਲੈਕਟ ਹੀ ਹੋ ਜਾਂਦਾ ਹੈ ਨਾ, ਉਹਦਾ ਤਾਂ ਧਿਆਨ ਇੰਨਾ ਦਿੱਤਾ ਨਹੀਂ ਜਾਂਦਾ। ਔਰ ਮੇਨ ਪੇਸ਼ੈਂਟ ਨੂੰ ਇੰਨੇ ਟਰਾਮਾ ਤੋਂ ਬਾਅਦ ਰੈਸਟ ਦੀ ਲੋੜ ਹੈ। ਕਾਈਂਡਲੀ ਉਹਨੂੰ ਰੈਸਟ ਕਰ। ਜੇ ਤੁਸੀਂ ਮਤਲਬ ਅੱਛੀ ਪੜ੍ਹੀ ਲਿਖੀ ਫੈਮਿਲੀ ਹੈ ਜਾਂ ਜੀ ਥੋੜ੍ਹਾ ਬਹੁਤ, ਮੈਂ ਕਿਸੇ ਨੂੰ ਅਨਪੜ੍ਹ ਨਹੀਂ ਕਹਿੰਦੀ ਹੁੰਦੀ, ਮੈਂ ਕਹਿੰਦੀ ਹੁੰਦੀ ਹਾਂ ਕਿ ਸਮਝਦਾਰ ਹੋਣਾ ਚਾਹੀਦਾ, ਹੈ ਨਾ। ਸਮਝਦਾਰ ਫੈਮਿਲੀ ਹੈ ਤਾਂ ਕਾਈਂਡਲੀ ਇਹ ਗੱਲ ਸਮਝੋ ਕਿ ਉਹਨੂੰ ਪਹਿਲੇ ਕਰੂਸ਼ੀਅਲ, ਜਿਹਨੇ ਇੰਨੀ ਲੇਬਰ ਪੇਨ ਲਈ, ਉਹਨੂੰ ਰੈਸਟ ਦੀ ਲੋੜ ਹੈ, ਹੈ ਨਾ। ਉਹਦੇ ਸਿਰ ਤੇ ਇੰਨੇ ਰਿਸ਼ਤੇਦਾਰ ਨਹੀਂ ਖੜੇ ਕਰੋ। ਔਰ ਉਹਨੂੰ ਕੋਈ ਬੱਚੇ ਨੂੰ ਟੈਡੀ ਵੇਅਰ ਕੁਛ ਨਹੀਂ ਬਾਹਰ ਕਾ रूम में एंटर करने दो। ਹੁਣ ਵੀ ਮੈਂ ਪਿਛਲੇ ਹਫਤੇ ਡਿਲੀਵਰੀ ਹੋਈ ਸੀ, ਬੇਬੀ ਬਿਲਕੁਲ ਠੀਕ ਸੀ। ਮਤਲਬ 72 ਆਵਰਸ ਦੇ ਵਿੱਚ ਇੱਕ ਦਿਨ 'ਚ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਰਿਸ਼ਤੇਦਾਰ ਆਏ ਹੋਣਗੇ। ਨੈਕਸਟ ਡੇ ਬੱਚੇ ਦਾ TLC DLC ਆਈ ਹੋ, ਹੈ ਨਾ। ਤਾਂ ਉਹਦੇ ਅੱਛਾ, ਫਿਰ ਦੂਸਰੀ ਗੱਲ ਹੈ ਐਡਮਿਟ ਕੌਣ ਹੋਇਆ? ਬੱਚਾ ਤੇ ਨਾਲ ਬੱਚੇ ਦੀ ਮਦਰ, ਹੈ ਨਾ। ਸਫਰਰ ਐਂਟੀਬਾਇਓਟਿਕ ਕਿਹਨੂੰ ਲੈਣੇ ਪਏ? ਉਹਨਾਂ ਦੋਨਾਂ ਨੂੰ, ਹੈ ਨਾ। ਤੁਸੀਂ ਤਾਂ ਆਪਣਾ ਜੋ ਜੀ ਤੁਹਾਡੇ ਰਿਚੁਅਲ ਸੀ ਤੁਸੀਂ ਕਰਕੇ ਚਲੇ ਗਏ। ਤਾਂ ਮੇਰੀ ਇਹ ਰਿਕਵੈਸਟ ਹੀ ਕਹਿ ਸਕਦੇ ਹੋ। ਲੇਕਿਨ ਬੀਇੰਗ ਅ ਡਾਕਟਰ ਇਟ ਇਜ਼ ਰੀਅਲੀ ਐਡਵਾਈਜ਼ੇਬਲ ਨਾਟ ਟੂ ਵਿਜ਼ਿਟ ਟੂ ਐਨੀ ਹਸਪੀਟਲ ਟਿਲ 72 ਆਵਰਸ। ਮੈਂ ਤਾਂ ਕਹਿ ਰਹੀ ਹਾਂ ਕਿ ਪੇਸ਼ੈਂਟ ਘਰ ਚਲਾ ਜਾਏ, ਉਹਦੇ 'ਚ ਵੀ ਜੋ ਮੈਂ ਤਰੀਕੇ ਦੱਸੇ ਆ ਉਸ ਤਰੀਕੇ ਦੇ ਨਾਲ ਤੁਸੀਂ ਬੱਚੇ ਨੂੰ ਮਿਲਣ ਦਿਓ। ਹਰ ਕੋਈ ਉਹਦਾ ਮੂੰਹ ਨਹੀਂ ਚੁੰਮੇਗਾ, हर कोई ਉਹਦੇ ਨਾਲ फोटो नहीं खिंचाएगा, हर कोई ਉਹਨੂੰ नहीं पकड़ेगा। यू नेवर नो आप किस तरह के इन्फेक्शन में बच्चे को डाल के आओगे। ਮੈਮ ਇਹ ਤੁਸੀਂ ਨਾ ਜਿਹੜੀ ਗੱਲ ਕਰ ਰਹੇ ਹੋ, ਮਤਲਬ ਮੈਂ ਨਾ ਕਈ ਚੀਜ਼ਾਂ ਨੂੰ ਜੋੜ ਕੇ ਦੇਖਣ ਲੱਗ ਜਾਂਦੀ ਹਾਂ। ਮੈਨੂੰ ਯਾਦ ਹੈ ਕਿ ਡਿਲੀਵਰੀ ਰੂਮ ਮਸਾਂ 10 ਬਾਏ 10 ਦਾ ਹੁੰਦਾ, ਜਿਸ ਤੋਂ ਬਾਅਦ ਲਿਆ ਕੇ ਪੇਸ਼ੈਂਟ ਨੂੰ ਰੱਖਿਆ ਜਾਂਦਾ ਹੈ ਨਾ, ਤੁਹਾਨੂੰ ਇੱਕ ਕਮਰਾ। ਮਤਲਬ ਉਹਦੇ ਅੰਦਰ ਤੁਸੀਂ ਇੰਨੇ ਰਿਸ਼ਤੇਦਾਰ ਭਰ ਦਿੰਦੇ ਹੋ ਕਿ ਉਹ ਮਤਲਬ ਐਂ ਲੱਗਦਾ ਹੁੰਦਾ ਜਿਵੇਂ ਨਾ ਆਪਾਂ ਪਿੰਡਾਂ 'ਚ ਕਹਿੰਦੇ ਨੇ ਕਾਵਾਂ ਰੌਲੀ ਪਈ ਹੋਈ ਹੈ ਨਾ। ਤੁਹਾਨੂੰ ਸੱਚੀ ਉਸ ਟਾਈਮ ਰੈਸਟ ਦੀ ਜ਼ਰੂਰਤ ਹੈ। ਅਤੇ ਤੁਹਾਡੇ ਨਾਲ ਜਿਹੜਾ ਫੈਮਿਲੀ ਤੁਹਾਡੀ ਕੇਅਰ ਕਰਨ ਲਈ ਆਈ ਹੁੰਦੀ ਹੈ, ਚਾਹੇ ਉਹ ਤੁਹਾਡੀ ਸੱਸ ਆ, ਚਾਹੇ ਉਹ ਤੁਹਾਡਾ ਘਰ ਵਾਲਾ,
ਜਾਂ ਤੁਹਾਡੀ ਮਦਰ ਆ ਹਨਾ, ਉਹ ਤੁਹਾਡੇ ਮਾਮੇ ਭੂਆ ਮਾਸੀਆਂ ਨੂੰ ਚਾਹਾਂ ਪਿਲਾ ਰਹੇ ਹੁੰਦੇ ਆ ਡੱਬੇ ਖੋਲ ਖੋਲ ਕੇ ਹਨਾ। ਹਾਂ ਮੈਂ ਤੇ ਉੱਥੇ ਜਿਹਨੇ ਬੱਚਾ ਡਿਲੀਵਰ ਕੀਤਾ ਉਹ ਮੰਗ ਕੇ ਚੀਜ਼ ਕਹਿ ਰਿਹਾ ਹੁੰਦਾ ਕਿ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਮੈਨੂੰ ਪਾਣੀ ਬਹੁਤ ਵਾਰ ਨੋਟ ਕੀਤਾ ਹੈ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇਤੀ ਕਿ ਜੇ ਤੁਹਾਡਾ ਥੋੜਾ ਜਿਹਾ ਪੇਟ ਵੀ ਦਰਦ ਹੈ, ਤੁਹਾਡੇ ਆਸ-ਪਾਸ ਇੰਨਾ ਰੌਲਾ ਪਿਆ, ਤੁਹਾਨੂੰ ਉਹ ਨਹੀਂ ਬਰਦਾਸ਼ਤ ਹੁੰਦਾ, ਉਹਦੀ ਤਾਂ ਸਰਜਰੀ ਹੋਈ ਹੈ, ਤਾਂ ਕਾਈਂਡਲੀ ਉਹਨੂੰ ਇੱਕ ਹਿਊਮਨ ਦੀ ਤਰ੍ਹਾਂ ਟਰੀਟ ਕਰੋ। ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡਾ ਬੱਚਾ ਇੱਕ ਬੜੇ ਸੇਫ ਜਿਹੇ ਮਾਹੌਲ 'ਚ ਸੀ ਹੈ ਨਾ, ਅੰਦਰ ਵੂਮ 'ਚ ਬਿਲਕੁਲ ਕੋਜ਼ੀ, ਉਹਦੇ ਆਸ-ਪਾਸ ਤੁਸੀਂ ਇੰਨਾ ਸ਼ੋਰ ਬਿਨਾਂ ਗੱਲ ਦਾ ਆਲ ਆਫ ਅ ਸਡਨ ਸਾਰੇ ਆ ਕੇ ਕਰ ਰਹੇ ਹੋ। ਨਹੀਂ, ਬੱਚੇ ਨੂੰ ਵੀ ਇੱਕ ਰੈਸਟ ਦੀ ਜ਼ਰੂਰਤ ਹੈ ਤਾਂ ਕਿ ਉਹ ਇੱਕ ਹੈਲਦੀ ਬੇਬੀ ਦੀ ਤਰ੍ਹਾਂ ਆਪਣਾ ਟਾਈਮ ਕੱਢੇ। ਬਿਲਕੁਲ। ਔਰ ਸਾਰਿਆਂ ਦੀ ਚੁੱਕ ਚੁੱਕ ਕੇ ਅਸੀਂ ਗੋਦ 'ਚ ਫੜਾ ਰਹੇ ਨੇ ਕਿ ਹਰ ਇੱਕ ਨੂੰ, ਜਿਹਨੇ ਸਾਡਾ ਬੱਚਾ ਚੁੱਕਿਆ ਨਹੀਂ ਉਹਨੂੰ ਸ਼ਾਇਦ ਖੁਸ਼ੀ ਨਹੀਂ ਹੋਈ ਉਸ ਚੀਜ਼ ਦੀ। ਨਹੀਂ ਕਾਈਂਡਲੀ। ਤੇ ਇਹ ਚੀਜ਼ਾਂ ਮੈਨੂੰ ਲੱਗਦਾ ਅਸੀਂ ਕਿੰਨੇ ਸਾਲਾਂ ਤੋਂ ਅਸੀਂ ਸਮਝਦੇ ਹਾਂ ਕਿ ਇਹ ਚੀਜ਼ਾਂ ਗਲਤ ਨੇ, ਪਰ ਅਸੀਂ ਇਹਨਾਂ ਨੂੰ ਕਦੀ ਸਟਾਪ ਨਹੀਂ ਲਗਾ ਸਕਦੇ, ਨਹੀਂ ਲਗਾਉਂਦੇ। ਮੈਂ ਤਾਂ ਹਰ ਪੇਸ਼ੈਂਟ ਨੂੰ ਨਾ, ਹੁਣ ਵੀ ਪਿੱਛੇ ਕੋਈ ਮੇਰੇ ਰਿਲੇਟਿਵ ਸੀਗੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬੱਚੇ ਅਭੀ ਸਿੱਧਾ ਫੇਸਬੁੱਕ पे मत अपलोड करना है ना, तो अभी थोड़ा ਜਿਹਾ ਤੁਹਾਨੂੰ, ਕਿਉਂਕਿ ਤੁਸੀਂ ਨਾ ਮੈਮ ਕਈ ਵਾਰ ਤਾਂ ਮੈਂ ਇਹ ਦੇਖਿਆ ਕਿ ਪੇਸ਼ੈਂਟ ਬਹੁਤ, ਹੁਣ ਕਈ ਬੱਚੇ ਤਾਂ ਬੜੇ ਸਮਝਦਾਰ ਹੁੰਦੇ, ਉਹਨਾਂ ਨੂੰ ਹੁੰਦਾ ਕਿ ਵਾਈਫ ਨੂੰ ਸਾਰਾ ਕਿਸੇ ਨੇ ਸ਼ੀਟ ਦੇਣੀ ਹੈ, ਕੋਈ ਉਹਨੂੰ ਉਹ ਮੰਗ ਰਹੀ ਹੈ ਕਿ ਮੈਨੂੰ ਪਿੱਲੋ ਚਾਹੀਦਾ ਜਾਂ ਮੇਰਾ ਇਹ ਠੀਕ ਕਰ ਦਿਓ, ਉਹਦੀ ਅਟੈਂਸ਼ਨ ਦੀ ਜਗ੍ਹਾ ਤੇ ਉਹ ਸਾਰੀ ਫੋਨ ਤੇ ਹੀ ਬਿਜ਼ੀ ਹੈ ਜੀ। ਇਹ ਹੋ ਗਿਆ ਕਿੱਥੇ ਤੱਕ ਤੁਹਾਡੇ 1 ਘੰਟੇ 'ਚ ਫੋਨ ਹੀ ਪਹੁੰਚ ਜਾਂਦੇ ਆ ਹੈ ਨਾ। ਔਰ ਉਹ ਜਿਹੜਾ ਇੰਨਾ ਲੇਬਰ ਪੇਨ ਲੈ ਕੇ ਆਇਆ, ਉਹ ਵਿਚਾਰਾ ਪੁੱਛ ਰਿਹਾ ਕਿ ਮੇਰਾ ਪੈਰ ਨੰਗਾ ਹੈ ਕਿ ਉਸਕੇ ਉੱਪਰ ਸ਼ੀਟ ਕਰ ਦੋ, ਨਹੀਂ ਪਤਾ ਹੁੰਦਾ, ਫਿਰ ਉਹ ਸਟਾਫ ਆਉਂਦਾ। ਨਹੀਂ ਮੈਮ, ਉਹ ਟੈਨਸ਼ਨ ਜ਼ਰੂਰੀ ਹੈ ਜੀ। ਹਾਂਜੀ। ਤੇ ਜਿਵੇਂ ਇੱਕ ਚੀਜ਼ ਹੈ ਕਿ ਸਟਿਚਸ ਹੈ ਨਾ ਹੁੰਦੇ, ਹੁਣ ਜਿਵੇਂ ਸਜੇਰੀਅਨ ਦੇ ਬਹੁਤ ਜ਼ਿਆਦਾ ਸਟਿਚਸ ਹੁੰਦੇ ਆ, ਜੇ ਨਾਰਮਲ ਡਿਲੀਵਰੀ ਆ ਤਾਂ ਮੇਨਲੀ 2 ਜਾਂ 3 ਸਟਿਚਸ ਹੁੰਦੇ ਆ, ਪਰ ਕਈ ਵਾਰ ਉਹ ਸਟਿਚਸ ਵੀ ਖਰਾਬ ਹੋ ਜਾਂਦੇ ਆ। ਉਹਦੇ 'ਚ ਹੁੰਦਾ ਕਿ ਮਦਰ ਨੂੰ ਜ਼ਿਆਦਾ ਟਾਈਮ ਬੈਠਣਾ ਪੈ ਗਿਆ, ਜਾਂ ਉੱਦਾਂ ਕੋਈ ਤੁਹਾਡੇ ਕੋਲ ਨਹੀਂ ਹੁੰਦਾ ਕੇਅਰ ਕਰਨ ਲਈ ਹੈ ਨਾ। ਤੇ ਮਤਲਬ ਉਹ ਕੇਅਰ ਆ ਜਿਹੜੀ ਕਈ ਤਾਂ ਜਿਵੇਂ ਹੁਣ ਸਜੇਰੀਅਨ ਵਾਲੇ ਨੇ ਉਹਨਾਂ ਨੂੰ ਤਾਂ 8-10 ਦਿਨ ਹਸਪੀਟਲ 'ਚ ਵੀ ਮਿਲ ਜਾਂਦੇ ਆ ਹੈ ਨਾ, ਤੇ ਨਾਰਮਲ ਡਿਲੀਵਰੀ ਵਾਲੇ ਬੰਦੇ ਨੇ ਤਾਂ ਦੂਜੇ ਜਾਂ ਤੀਜੇ ਦਿਨ ਘਰ ਆ ਜਾਣਾ ਹੁੰਦਾ। ਉਹਨਾਂ ਸਟਿਚਸ ਨੂੰ ਆਪਾਂ ਨੇ ਕਿਵੇਂ ਮਤਲਬ ਆਪਣੇ ਆਪ ਦੇਖਭਾਲ ਕਰਨੀ ਹੁੰਦੀ? ਮੈਮ ਉਹਦੇ ਲਈ ਨਾ ਮੈਂ ਸੈਲਫ ਕੇਅਰ ਲਈ ਤੁਹਾਨੂੰ ਥੋੜ੍ਹੇ ਜਿਹੇ ਟਿਪਸ ਦੇਵਾਂਗੀ। ਪਹਿਲਾਂ ਤਾਂ ਇੰਪੋਰਟੈਂਟ ਕੀ ਹੈ ਕਿ ਪੇਸ਼ੈਂਟ ਜਿਹੜਾ ਜਿਹਦੀ ਨਾਰਮਲ ਡਿਲੀਵਰੀ ਹੋਈ ਹੈ ਉਹ ਕ੍ਰੋਸ ਲੈਗਸ ਨਾ ਬੈਠੇ। ਜੇ ਦੂਸਰੀ ਭਾਸ਼ਾ 'ਚ ਕਹੋ ਤਾਂ ਚੌਂਕੜੀ ਨਹੀਂ ਮਾਰਨੀ ਚਾਹੀਦੀ, ਕਿਉਂਕਿ ਉਹਦੇ 'ਚ ਸਟਿਚਸ ਖੁੱਲਣ ਦਾ ਡਰ ਹੁੰਦਾ। ਦੂਸਰੀ ਗੱਲ, ਇੰਡੀਅਨ ਸੀਟ ਨਹੀਂ ਯੂਜ਼ ਕਰਨੀ, ਜਾਂ ਤਾਂ ਇੱਕ ਉੱਪਰ ਆਪਣਾ ਸਜੀਰੀਅਨ 'ਚ ਤਾਂ ਚਲੋ ਅਸੀਂ ਅੱਜ ਕੱਲ੍ਹ ਸਭ ਦੇ ਹੈ ਹੀ ਹੈ, ਲੇਕਿਨ ਫਿਰ ਵੀ ਜੇ ਹੋ ਸਕੇ ਤਾਂ ਨੀਚੇ ਨਹੀਂ ਬੈਠਣਾ। ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਵੀ ਜੇ ਕੋਈ ਅਟੈਂਡੈਂਟ ਤੁਹਾਨੂੰ ਮਿਲ ਜਾਂਦਾ ਤਾਂ ਅੱਛੀ ਗੱਲ ਹੈ, ਜੇ ਨਹੀਂ ਮਿਲਦਾ ਤਾਂ ਜਦੋਂ ਵੀ ਤੁਸੀਂ ਟੋਇਲਟ ਜਾਂਦੇ ਹੋ ਤਾਂ ਆਪਣਾ ਜਿਹੜਾ ਨੀਚੇ ਵਾਲਾ ਪਾਰਟ ਹੈ ਉਹਨੂੰ ਤੁਸੀਂ ਇੱਕ ਜਿੱਦਾਂ ਲਿਊਕਵਾਰਮ ਜਾਂ ਕਹਿ ਲਓ ਕੋਸਾ ਪਾਣੀ ਲਿਆ, ਉਹਦੇ 'ਚ 1-2 ਡ੍ਰੌਪ ਐਂਟੀਸੈਪਟਿਕ ਦੇ ਪਾਏ, ਉਹਦੇ 'ਚ ਕਾਟਨ ਡਿਪ ਕਰ ਲੈਣੀ ਹੈ, ਜਿੰਨਾ ਸਹਿ ਸਕਦੇ ਹੋ ਓਨਾ ਕਹਿ ਰਹੀ ਹਾਂ, ਮਤਲਬ ਕਿ ਥੋੜ੍ਹਾ ਜਿਹਾ ਕੋਸੇ ਤੋਂ ਥੋੜ੍ਹਾ ਤੇਜ਼ ਗਰਮ ਹੋਣਾ ਚਾਹੀਦਾ। ਉਹਦੇ 'ਚ ਕਾਟਨ ਡਿਪ ਕਰਕੇ ਉਹਨੂੰ ਨਿਚੋੜ ਕੇ ਨੀਚੇ ਸੇਕ ਦਿਓ, ਪਹਿਲਾਂ ਉਹਦੇ ਨਾਲ ਵਾਸ਼ ਕਰ ਲਿਆ, ਫਿਰ ਉਹਦੇ ਨਾਲ ਹੀ ਸੇਕ ਦੇਣਾ, ਠੀਕ ਹੈ। ਉਹਦੇ ਨਾਲ ਉਹ ਥੋੜੇ ਜਿਹੇ, ਕਿਉਂਕਿ ਜਿਹੜੇ ਇਹ ਵਾਲੇ ਸਟਿਚਸ ਹੈ ਨਾ ਹਾਰਡ ਬਹੁਤ ਹੋ ਜਾਂਦੇ ਆ, ਕਹਿਣਾ ਆਸਾਨ ਹੈ, ਬਹੁਤ ਪੇਨਫੁਲ ਉਹ ਹੁੰਦਾ, ਉਹਦੇ ਲਈ ਚਲੋ ਡਾਕਟਰ ਪੇਨ ਕਿਲਰ ਤਾਂ ਦਿੰਦੇ ਆ, ਲੇਕਿਨ ਇਹਦੇ ਨਾਲ ਉਹ ਥੋੜਾ ਜਿਹਾ ਨਰਮ ਵੀ ਪੈਣਗੇ ਔਰ ਸੁੱਕਣਗੇ ਵੀ ਜਲਦੀ। ਉਸ ਤੋਂ ਬਾਅਦ ਜਿਹੜਾ ਵੀ ਐਂਟੀਸੈਪਟਿਕ ਡਾਕਟਰ ਨੇ ਦੱਸਿਆ ਹੋਇਆ ਉਹ ਆਇੰਟਮੈਂਟ ਲਗਾਉਣੀ ਹੈ। ਤੁਸੀਂ ਜਿੱਦਾਂ ਕਹਿੰਦੇ ਆ ਕਿ ਗਰਮ ਪਾਣੀ ਦੀ ਬੋਟਲ ਜਾਂ ਅੱਜ ਕੱਲ੍ਹ ਉਹ ਮਿਲਦੇ ਆ ਇਲੈਕਟ੍ਰਿਕ, ਉਹ ਆਪਣੇ ਦੋਨੋਂ ਲੈਗਸ ਦੇ ਅੰਦਰ ਰੱਖ ਕੇ ਥੋੜੀ ਦੇਰ ਉਹ ਮਤਲਬ ਇੱਕ ਹੋਰ ਹੈ ਕਿ ਜਦੋਂ ਵੀ ਬੱਚੇ ਨੂੰ ਦੁੱਧ ਪਿਲਾਣਾ ਨੀਚੇ ਪਿੱਲੋ ਰੱਖਣਾ ਤਾਂ ਕਿ ਉਸ ਏਰੀਆ ਨੂੰ ਸਪੋਰਟ ਮਿਲੇ। ਉਹ ਡਾਇਰੈਕਟ ਇੱਕ ਹਾਰਡ ਸਪੇਸ ਦੇ ਉਹਦੇ 'ਚ ਆਏਗਾ ਤਾਂ ਫਿਰ ਉੱਥੇ ਉਹਨੂੰ ਪ੍ਰੋਬਲਮ ਆਏਗੀ, ਠੀਕ ਹੈ। ਇਹ ਬੇਸਿਕ ਚੀਜ਼ਾਂ ਦਾ ਧਿਆਨ ਰੱਖਣਾ। ਐਂਟੀਬਾਇਓਟਿਕ ਜਿਹੜੇ ਵੀ ਡਾਕਟਰ ਨੇ ਤੁਹਾਨੂੰ ਰਿਕਮੈਂਡ ਕੀਤੇ ਉਹ ਰੈਗੂਲਰ ਲੈਣੇ ਆ, ਕਿਉਂਕਿ ਜਿਹੜਾ ਔਰ ਜੇ ਕੋਈ ਥ੍ਰੈਡ ਆਰਾਮ ਨਾਲ ਨਿਕਲ ਰਿਹਾ ਸਿਰਫ ਉਹੀ ਵਾਸ਼ ਕਰਨਾ। ਇੱਕ ਮੈਮ ਸਾਰਿਆਂ ਨੂੰ ਇਹ, ਚਾਹੇ ਉਹ ਡਿਲੀਵਰੀ ਹੈ ਚਾਹੇ ਉਹ ਨਾਰਮਲ ਲਾਈਫ ਹੈ, ਜਿਹੜਾ ਨੀਚੇ ਵਾਲਾ ਪਾਰਟ ਹੈ ਨਾ, ਇਹ ਹਮੇਸ਼ਾ ਧਿਆਨ ਰੱਖੋ ਕਿ ਯੂਰਿਨ ਵਾਲੀ ਜਗ੍ਹਾ ਤੋਂ ਜ਼ਿਆਦਾ ਕਰੇ ਗਲਤੀ ਕਰਦੇ ਆ, ਇਹ 99% ਗਲਤੀ ਹੁੰਦੀ ਹੈ ਯੂਰਿਨ ਵਾਲੀ ਜਗ੍ਹਾ ਤੋਂ ਪਿੱਛੇ ਵੱਲ ਸਾਫ਼ ਕਰਨਾ ਚਾਹੀਦਾ। ਜ਼ਿਆਦਾਤਰ ਲੋਕਾਂ ਨੂੰ ਆਦਤ ਹੁੰਦੀ ਹੈ ਪਿੱਛੇ, ਜਿੱਦਾਂ ਟਾਇਲਟ ਵਾਲੀ ਜਗ੍ਹਾ ਤੋਂ ਸਾਫ਼ ਕਰਦੇ ਯੂਰਿਨ ਵੱਲ ਆਉਂਦੇ ਆ। ਕੀ ਹੁੰਦਾ ਕਿ ਪਿੱਛੇ ਤੁਹਾਡੇ ਸਾਰੇ ਟਾਇਲਟ ਜਿੱਦਾਂ ਕਹਿੰਦੇ ਨਾ ਫੀਕਲ ਪਾਰਟ ਲੱਗਿਆ ਹੁੰਦਾ, ਪੋਟੀ ਜਿਹਨੂੰ ਕਹਿੰਦੇ ਆ, ਉਹ ਜਦੋਂ ਤੁਸੀਂ ਸਾਫ਼ ਕਰਦੇ ਹੋ ਅੱਗੇ ਵਜਾਈਨਾ ਖੁੱਲ੍ਹਾ, ਕਿਉਂਕਿ ਉੱਥੇ ਡਿਲੀਵਰ ਹੋਇਆ, ਉੱਥੇ ਟਾਂਕੇ ਵੀ ਹੈ, ਯੂਰਿਨ ਉਹ ਇਨਫੈਕਸ਼ਨ ਕਰੇਗਾ। ਤਾਂ ਹਮੇਸ਼ਾ ਇਹ ਵਾਈਪ ਕਰਨਾ ਜਾਂ ਸਫਾਈ ਕਰਨੀ ਹੈ ਤਾਂ ਅੱਗੇ ਤੋਂ ਪਿੱਛੇ ਵੱਲ ਲੈ ਕੇ ਜਾਓ ਤਾਂ ਕਿ ਉਹ ਪਾਰਟ ਐਂਡ 'ਚ ਸਾਫ਼ ਹੋ ਕੇ ਕਲੀਅਰ ਹੋ ਜਾਏ। ਦੂਸਰਾ ਬੇਟਾ, ਜਿੰਨੇ ਵੀ ਤੁਹਾਡੇ ਸੈਨੀਟਰੀ ਨੈਪਕਿਨਸ ਹੈ ਇਹਨਾਂ ਨੂੰ 2-3 ਘੰਟੇ ਤੋਂ ਜ਼ਿਆਦਾ ਨਾ ਰੱਖੋ, ਠੀਕ ਹੈ। ਜੇ ਕਾਟਨ ਵੀ ਰੱਖਣਾ ਚਾਹੁੰਦੇ ਹੋ, ਕਿਉਂਕਿ ਉਹ ਏਰੀਆ ਪਲੀਜ਼ ਇਹ ਸੋਚੋ ਕਿ ਉਹ ਏਰੀਆ ਓਪਨ ਹੈ ਫॉर ਫਿਊ ਡੇਜ਼, ਉੱਥੋਂ ਤੁਹਾਡੇ ਇਨਫੈਕਸ਼ਨ ਦੇ ਚਾਂਸਸ ਉੱਪਰ ਜਾਣ ਦੇ ਬਹੁਤ ਜ਼ਿਆਦਾ।
ਕਈ ਵਾਰ ਅਸੀਂ ਦੇਖਿਆ ਨਾ, ਕਈ ਪੇਸ਼ੈਂਟ ਕਹਿੰਦੇ ਆ ਕਿ ਸੈਕਿੰਡ ਟਾਈਮ, ਪਹਿਲਾ ਬੇਬੀ ਬਿਲਕੁਲ ਠੀਕ ਹੋ ਗਿਆ, ਸੈਕਿੰਡ ਟਾਈਮ ਟਿਊਬਸ ਬਲੌਕ ਹੋ ਗਈਆਂ ਜਾਂ ਕੋਈ ਪਾਣੀ ਪੈਣੋਂ ਨਹੀਂ ਹਟਦਾ, ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਰੱਖ ਰਖਾਵ ਕਈ ਵਾਰ ਠੀਕ ਨਹੀਂ ਹੁੰਦਾ, ਉਹਦੇ ਕਰਕੇ ਵੀ ਹੋ ਸਕਦਾ। ਤਾਂ ਕਾਈਂਡਲੀ ਆਪਣੇ ਜਿਹੜੇ ਵੀ ਨੈਪਕਿਨਸ ਹੈ 2 to 3 ਆਵਰਸ ਤੋਂ ਜ਼ਿਆਦਾ ਨਹੀਂ ਰੱਖਣੇ, ਇਹਨਾਂ ਨੂੰ ਰੈਗੂਲਰ ਵਾਸ਼ ਕਰਨਾ। ਔਰ ਇੱਕ ਹੋਰ ਗੱਲ ਹੈ, ਇੱਕ ਹੋਰ ਮਿਥ ਹੁੰਦਾ ਕਿ ਬਿਲਕੁਲ ਬੈਠੇ ਰਹਿਣਾ, ਨਹੀਂ। ਜੇ ਤੁਸੀਂ ਆਪਣਾ ਟਾਇਲਟ ਬਾਥਰੂਮ ਜਾ ਸਕਦੇ ਹੋ ਜਾਂ ਰੂਮ 'ਚ ਇੱਕ ਦੋ ਚੱਕਰ ਲਗਾ ਸਕਦੇ ਹੋ, ਜਿੰਨਾ ਥੋੜੀ ਮੂਵਮੈਂਟ ਕਰੋਗੇ ਉਨਾ ਇਹ ਜ਼ਿਆਦਾ ਬੈਟਰ ਰਹਿਣਗੇ। ਨਹੀਂ ਤਾਂ ਇਹ ਤਾਂ ਬਹੁਤ, ਸਿਜ਼ੇਰੀਅਨ ਤੋਂ ਮੈਂ ਐਪੀਜ਼ੀਓਟਮੀ ਵਾਲੇ ਸਟਿਚਸ ਜ਼ਿਆਦਾ ਪੇਨਫੁਲ ਹੁੰਦੇ। ਹਾਂਜੀ ਹਾਂ ਔਰ ਜਿਹੜੇ ਤੁਸੀਂ ਦੇਖ ਸਕਦੇ ਹੋ, ਤੁਸੀਂ ਆਪ ਸਾਫ਼ ਕਰ ਸਕਦੇ ਹੋ। ਔਰ ਉਹ ਨੀਚੇ ਵਾਲਾ ਪੋਰਸ਼ਨ ਤਾਂ ਮੈਮ ਡੈਲੀਕੇਟ ਹੀ ਬਹੁਤ ਹੁੰਦਾ ਹੈ ਨਾ ਜੀ, ਤਾਂ ਉਸ ਜਗ੍ਹਾ ਤੇ ਥੋੜਾ ਜਿਹਾ ਧਿਆਨ ਰੱਖਣਾ। ਔਰ ਫੈਮਿਲੀ ਦੀ ਸਪੋਰਟ ਬਹੁਤ ਜ਼ਰੂਰੀ ਹੈ। ਜੇ ਕੋਈ ਪੇਸ਼ੈਂਟ ਨਹੀਂ ਜਾ ਸਕਦਾ ਤਾਂ ਕਾਈਂਡਲੀ ਕੋਈ ਵੀ ਇੱਕ ਅਟੈਂਡੈਂਟ ਲਗਾਓ, ਤਾਂ ਕਿ ਉਹ ਇੱਕ ਬੈੱਡ ਪੈਨ ਰੱਖ ਕੇ ਉਹ ਕੋਸਾ ਪਾਣੀ ਉਹਦੇ ਤੇ ਗੇਰ ਦੇਣ। ਔਰ ਉਸ ਤੋਂ ਬਾਅਦ ਸੁਕਾਉਣਾ ਜ਼ਰੂਰੀ ਹੈ ਜੀ, ਕੋਈ ਵੀ ਟਾਵਲ ਲੈ ਕੇ ਪਹਿਲਾਂ ਉਹਨੂੰ ਸੁਕਾਓ, ਫਿਰ ਬੀਟਾਡੀਨ, ਕੋਈ ਮਤਲਬ ਗਿੱਲੇ 'ਚ ਨਾ ਰਹਿਣ। ਗਿੱਲੇ 'ਚ ਫੰਗਲ ਦੇ ਇਨਫੈਕਸ਼ਨ ਔਰ ਜ਼ਿਆਦਾ ਬੈਕਟੀਰੀਅਲ ਗਰੋਥ ਦੇ ਚਾਂਸਸ ਵੱਧ ਜਾਂਦੇ। ਹਾਂਜੀ। ਇੱਕ ਚੀਜ਼, ਜਿਵੇਂ ਆਪਾਂ ਬੱਚੇ ਨੂੰ ਤਾਂ ਹਸਪੀਟਲ 'ਚ ਹੀ ਪਹਿਲਾ ਬਾਥ ਆ ਜਿਹੜਾ ਪਹਿਲੀ ਵਾਰ ਨਵਾ ਦਿੱਤਾ ਜਾਂਦਾ ਨਾ, ਸਾਫ਼ ਕਰ ਦਿੱਤਾ ਜਾਂਦਾ, ਤੇ ਮਦਰ ਲਈ ਇਹ ਚੀਜ਼ਾਂ ਨਹੀਂ ਹੁੰਦੀਆਂ, ਕਿਉਂਕਿ ਆਪਣੇ ਪਰਿਵਾਰਾਂ 'ਚ ਵੀ ਨਹੀਂ ਇਹ ਮੰਨਦੇ। ਉਹ ਤਾਂ ਇਹ ਵੀ ਕਹਿ ਦਿੰਦੇ ਆ ਕਿ 10 ਦਿਨ ਨਹੀਂ ਨਹਾਉਣਾ, ਹੈ ਨਾ, ਵੀ ਜਿਹੜੇ ਜਿਵੇਂ ਸਾਡੇ ਆਮ ਪਰਿਵਾਰਾਂ 'ਚ ਕਹਿ ਦਿੰਦੇ ਆ ਕਿ ਹੱਡ ਨਰਮ ਹੋਏ ਹੁੰਦੇ ਆ ਤੁਹਾਡੇ ਬੋਡੀ ਦੇ। ਤਾਂ ਨਿਆਣੇ ਨੂੰ ਤਾਂ ਆਪਾਂ ਰੈਗੂਲਰ ਨਵਾਉਣਾ ਸ਼ੁਰੂ ਕਰ ਦਿੰਦੇ ਹਾਂ ਕਿ ਹਾਂ ਡੇਲੀ ਜਾਂ 2 ਦਿਨ ਛੱਡ ਕੇ ਉਹਨੂੰ ਆਪਾਂ ਕਲੀਨ ਕਰਦੇ ਹਾਂ ਚੰਗੀ ਤਰ੍ਹਾਂ। ਪਰ ਮਾਂ ਲਈ ਕੀ ਵਾਕਈ ਇਹ ਹੁੰਦਾ ਕਿ ਤੁਸੀਂ 10 ਦਿਨ ਬਾਅਦ ਹੀ ਨਹਾਉਣਾ ਜਾਂ ਦੂਜੇ ਦਿਨ ਨਹਾਉਣਾ ਤੁਹਾਡੇ ਲਈ ਹਾਰਮਫੁਲ ਹੈ? ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਮੇਰੀ ਸੈਕਿੰਡ ਡਿਲੀਵਰੀ ਹੋਈ ਸੀ ਤਾਂ ਅਸੀਂ 11 ਵਜੇ ਘਰੇ ਆਏ, 12 ਵਜੇ ਆ ਕੇ ਮੈਂ ਨਹਾ ਲਈ, ਹੈ ਨਾ, ਕਿਉਂਕਿ ਗਰਮੀ ਸੀਗੀ ਔਰ ਮੈਂ ਡੇਲੀ ਨਹਾਉਂਦੀ ਸੀਗੀ। ਮੈਨੂੰ ਉਸ ਤੋਂ ਬਾਅਦ ਐਂ ਨਹੀਂ ਲੱਗਿਆ ਕਿ ਮੈਨੂੰ ਕੋਈ ਫਿਜ਼ੀਕਲ ਪ੍ਰੋਬਲਮ ਇਹੋ ਜਿਹੀ ਹੋਈ ਵੀ ਜਿਹੜੀ ਸਾਡੇ ਘਰਾਂ 'ਚ ਕਹਿ ਦਿੰਦੇ ਆ ਵੀ ਜੇ ਤੂੰ ਨਹਾਏਂਗੀ ਤਾਂ ਤੇਰਾ ਸਿਰ ਪੀੜ ਨਹੀਂ ਹਟਣਾ ਜਾਂ ਤੇਰੇ ਬੈਕ ਪੇਨ ਨਹੀਂ ਹਟਣੀ। ਕਿ ਮਾਂ ਨੂੰ ਵੀ ਰੋਜ਼ ਨਹਾਉਣਾ ਚਾਹੀਦਾ? ਬਿਲਕੁਲ ਨਹਾਉਣਾ ਚਾਹੀਦਾ ਮੈਮ, ਹਾਈਜੀਨਿਕਲੀ ਇਟ ਇਜ਼ ਰੀਅਲੀ ਗੁੱਡ। ਪਰ ਮੈਂ ਇੱਕ ਗੱਲ ਇਹ ਵੀ ਕਹਿ ਰਹੀ ਹਾਂ ਕਿ ਬਹੁਤ ਜ਼ਿਆਦਾ ਠੰਡੇ ਪਾਣੀ ਨਾਲ ਨਹੀਂ, ਤਾਜ਼ੇ ਨਾਲ ਜਾਂ ਕੋਸੇ ਪਾਣੀ ਦੇ ਨਾਲ। ਕਿਉਂਕਿ ਤੁਹਾਨੂੰ ਇੱਕ ਤਾਂ ਪਹਿਲਾਂ ਮੈਮ ਜਿਹੜਾ ਮੈਂ ਪਿਛਲੀ ਉਹਦੇ 'ਚ ਵੀ ਦੱਸਿਆ ਸੀ ਕਿ ਜਦੋਂ ਤੁਸੀਂ ਕਿਸੇ ਵੀ ਹਸਪੀਟਲ 'ਚ ਜਾਂਦੇ ਹੋ, 2 ਹਸਪੀਟਲ ਬਹੁਤ ਸਾਫ਼ ਸੀ, ਸਭ ਕੁਝ ਠੀਕ ਸੀ, ਲੇਕਿਨ ਉੱਥੇ ਕਿੰਨੇ ਡਿਲੀਵਰੀਜ਼ ਜਾਂ ਕਿੰਨੇ ਪੇਸ਼ੈਂਟ ਆਏ ਹੋਣੇ ਆ, ਤੁਸੀਂ ਜਿਨ੍ਹਾਂ ਦੇ ਟੱਚ 'ਚੋਂ, ਉਹ ਨਰਸ ਸਿਰਫ ਤੁਹਾਨੂੰ ਤਾਂ ਅਟੈਂਡ ਨਹੀਂ ਕਰ ਰਹੀ ਜੀ, ਹੈ ਨਾ, ਉਹ ਬਹੁਤ ਸਾਰੇ ਪੇਸ਼ੈਂਟ ਨੂੰ ਅਟੈਂਡ ਕਰ ਰਹੀ ਹੈ। ਫਿਰ ਤੁਸੀਂ ਉੱਥੇ ਦੀ ਬੈਡਿੰਗ ਵੀ ਯੂਜ਼ ਕੀਤੀ ਹੈ, ਤਾਂ ਕਾਈਂਡਲੀ ਹੈਵ ਅ ਬਾਥ ਵੈਨ ਐਵਰ ਯੂ ਕਮ ਟੂ। ਮਤਲਬ ਜੇ ਤੁਸੀਂ ਉਸ ਟਾਈਮ ਨਹੀਂ ਲੈ ਸਕਦੇ ਤਾਂ ਅਗਲੇ ਦਿਨ ਜਾ ਕੇ ਆਪਣਾ ਸਪੰਜਿੰਗ ਔਰ ਨਹਾਉਣਾ ਕੋਸੇ ਪਾਣੀ ਨਾਲ ਅੱਛੀ ਹੈਬਿਟ ਹੈ। ਸਿਜ਼ੇਰੀਅਨ 'ਚ ਨਹੀਂ, ਸਿਜ਼ੇਰੀਅਨ 'ਚ ਤਾਂ ਚਲੋ ਜਦੋਂ ਸਟਿਚਸ ਰਿਮੂਵ ਹੁੰਦੇ, ਲੇਕਿਨ ਨਾਰਮਲ ਡਿਲੀਵਰੀ ਦੇ ਵਿੱਚ ਇਹ ਜ਼ਰੂਰੀ ਹੈ। ਔਰ ਜਿਹੜੇ ਸਿਜ਼ੇਰੀਅਨ ਆ ਉਹਦੇ 'ਚ ਅਸੀਂ ਕਹਿੰਦੇ ਹਾਂ ਕਿ ਸਪੰਜਿੰਗ ਜ਼ਰੂਰ ਕਰੋ, ਠੀਕ ਹੈ। ਔਰ ਜ਼ਿਆਦਾਤਰ ਜੇ ਕਿਸੇ ਨੂੰ ਲੱਗਦਾ ਕਿ ਹੈਡ ਬਾਥ ਲੈਣਾ ਤਾਂ ਜਿੱਦਾਂ ਫੋਲਡਿੰਗ 'ਤੇ ਬੈਠ ਕੇ ਪਿੱਛੇ, ਡਾਕਟਰ ਦੀ ਰਿਕਮੈਂਡੇਸ਼ਨ ਦੇ ਨਾਲ ਜਾਂ ਚੇਅਰ 'ਤੇ ਬੈਠ ਕੇ ਪਿੱਛੇ, ਇਹ ਚੀਜ਼ਾਂ ਜਿੰਨਾ ਤੁਸੀਂ ਸਾਫ਼ ਰਹੋਗੇ ਤੁਹਾਡੇ ਬੱਚੇ ਨੂੰ ਸਮੈਲ ਨਹੀਂ ਆਏਗੀ ਔਰ ਬੈਕਟੀਰੀਅਲ ਜਾਂ ਫੰਗਲ ਇਨਫੈਕਸ਼ਨ ਦੇ ਚਾਂਸਸ ਘੱਟ ਜਾਂਦੇ ਆ। ਔਰ ਦੂਸਰਾ ਮੈਮ, ਜਦੋਂ ਤੁਸੀਂ ਵੀ ਇੰਨਾ ਜ਼ਿਆਦਾ ਐਟਮੋਸਫੇਅਰ 'ਚ ਰਹਿੰਦੇ ਹੋ ਤਾਂ ਇੱਕ ਸਵੈਟਿੰਗ ਵੀ ਬਹੁਤ ਹੁੰਦੀ ਹੈ ਨਾ, ਇਸ ਟਾਈਮ ਜਦੋਂ ਬੱਚੇ ਨੂੰ ਦੁੱਧ ਪਿਲਾਉਣ ਲੱਗਦੇ ਹੋ ਤਾਂ ਉਹਦੀ ਵੀ ਸਮੈਲ ਵੀ ਬਹੁਤ ਆ ਰਹੀ ਹੁੰਦੀ ਹੈ। ਤਾਂ ਪੇਸ਼ੈਂਟ ਜਦੋਂ ਕਲੀਨ ਹੋਏਗਾ, ਬੱਚਾ ਵੀ ਉਹਦੇ ਕੋਲ ਆਰਾਮ ਨਾਲ ਆਏਗਾ ਔਰ ਫੀਡ ਵੀ ਸਾਫ਼ ਸੁਥਰਾ ਜ਼ਿਆਦਾ ਬੈਟਰ ਰਹਿੰਦੀ ਹੈ। ਤਾਂ ਮੈਨੂੰ ਲੱਗਦਾ ਕਿ ਲੈਣੇ ਚਾਹੀਦਾ ਬਾਅਦ। ਹਾਂਜੀ। ਇੱਕ ਜਿਵੇਂ ਆਪਣੀ ਸਿਟਿੰਗ ਕਿੰਨਾ ਕੁ ਟਾਈਮ ਹੋਣੀ ਚਾਹੀਦੀ ਹੈ? ਕਈ ਵਾਰ ਹੁੰਦਾ ਨਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਰਿਸ਼ਤੇਦਾਰ ਆ ਕੇ ਤੁਹਾਨੂੰ ਪੂਰਾ ਦਿਨ ਹੀ ਬੈਠਣਾ ਪੈ ਜਾਂਦਾ, ਕਿ ਹਾਂ ਘਰ ਦੇ ਕਹਿਣ ਲੱਗ ਜਾਂਦੇ ਨਹੀਂ, ਫਿਰ ਉਹ ਰਿਸ਼ਤੇਦਾਰ ਆਉਣਗੇ ਤਾਂ ਚੰਗਾ ਨਹੀਂ ਲੱਗਦਾ ਕਿ ਤੁਸੀਂ ਬੈੱਡ 'ਤੇ ਲੇਟੇ ਹੋਏ ਹੋ, ਹੈ ਨਾ, ਅਤੇ ਤੁਸੀਂ ਬੋਲਦੇ ਵੀ ਰਹਿੰਦੇ ਹੋ। ਤਾਂ ਇਹ ਚੀਜ਼ਾਂ ਦਾ ਪਰਹੇਜ਼ ਨਹੀਂ ਕੀਤਾ ਜਾਂਦਾ, ਜਦ ਕਿ ਤੁਹਾਨੂੰ ਪਾਣੀ ਦਾ ਗਲਾਸ ਮੰਗਣ ਵੇਲੇ ਕਿਹਾ ਜਾਂਦਾ ਨਹੀਂ ਇੰਨਾ ਪਾਣੀ ਨਹੀਂ ਪੀਣਾ, ਇਹ ਤੈਨੂੰ ਖਰਾਬ ਕਰੇਗਾ, ਹੈ ਨਾ। ਤੇ ਇੱਕ ਮਾਂ ਦੀ ਕਿੰਨੇ ਕੁ ਦਿਨ ਹੈ ਕਿ ਉਹਨੂੰ ਜ਼ਿਆਦਾ ਬੈਠਣਾ ਨਹੀਂ ਚਾਹੀਦਾ? ਮੈਮ ਇੱਕ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਪੁੱਛੀ, ਮੈਂ ਦੋਨੋਂ ਅਲੱਗ-ਅਲੱਗ ਜਵਾਬ ਦੂੰਗੀ। ਪਾਣੀ ਵਾਲਾ ਵੀ ਅਲੱਗ ਬਹੁਤ ਇੰਪੋਰਟੈਂਟ ਟੌਪਿਕ ਹੈ। ਇੱਕ ਪਹਿਲੀ ਗੱਲ ਤਾਂ ਇਹ ਕਿ ਜੇ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਜਿਹੜੇ ਰਿਸ਼ਤੇਦਾਰ ਆਉਣਗੇ ਉਹਨਾਂ ਨੂੰ ਅਟੈਂਡ ਕਰੋ, ਤਾਂ ਫਿਰ ਤੁਸੀਂ ਜਾਣ ਲੱਗਿਆ ਰਿਸ਼ਤੇਦਾਰਾਂ ਨੂੰ ਕਹੋ ਕਿ ਰਾਤ ਨੂੰ ਜਦੋਂ ਇਹ ਜਾਗ ਰਹੀ ਹੁੰਦੀ 1 ਘੰਟਾ ਆ ਕੇ ਟਾਈਮ ਬੈਠ ਕੇ ਜਾਓ। ਨਹੀਂ, ਇਹ ਨਹੀਂ ਜੀ। ਸ਼ੀ ਇਜ਼ ਅ ਹਿਊਮਨ। ਜਿਹਨੇ ਰਾਤ ਨੂੰ 1:30 ਵਜੇ, 2:30 ਵਜੇ, 3:30 ਵਜੇ ਵੀ ਉੱਠਣਾ ਤਾਂ ਕਾਈਂਡਲੀ ਉਹ ਤਾਂ ਹੀ ਉੱਠ ਪਾਏਗੀ, ਉਹਦਾ ਇਰੀਟੇਸ਼ਨ ਲੈਵਲ ਵੀ ਤਾਂ ਹੀ ਘੱਟ ਹੋਏਗਾ ਜੇ ਤੁਸੀਂ ਉਹਨੂੰ ਦਿਨ 'ਚ ਰੈਸਟ ਕਰਨ ਦਿਓਗੇ। ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ। ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਰਿਲੇਟਿਵਸ ਨੂੰ ਨੋ ਕਹਿਣਾ। ਮੈਮ ਤੁਸੀਂ ਹੁਣ ਗੱਲ ਕਰ ਰਹੇ ਹੋ, ਮੇਰੇ ਕੋਲ ਕੱਲ੍ਹ ਇੱਕ ਪੇਸ਼ੈਂਟ ਆਈ ਹੈ, ਉਹ ਬੱਚੀ ਬਹੁਤ ਠੀਕ ਫੈਮਿਲੀ 'ਚੋਂ ਸੀ, ਬਹੁਤ ਜ਼ਿਆਦਾ ਨਹੀਂ, ਮਤਲਬ ਜਿੱਦਾਂ ਕਹਿੰਦੇ ਕਿ ਠੀਕ ਐਜੂਕੇਸ਼ਨ ਸੀ ਉਹਦੀ, ਹੈ ਨਾ। ਮੈਂ ਤੁਹਾਨੂੰ ਇਹ ਗੱਲ ਕਹਿੰਦੀ ਨਾ, ਅਨਪੜ੍ਹ ਔਰ ਜਾਹਿਲ 'ਚ ਫਰਕ ਹੁੰਦਾ। ਅਨਪੜ੍ਹ ਬੰਦਾ ਬਲਕਿ ਸਮਝਦਾਰ ਹੁੰਦਾ। ਮੈਂ ਕਈ ਵਾਰ ਦੇਖਿਆ ਜੇ ਉਹਨੂੰ ਸਮਝ ਹੋਵੇ ਨਾ, ਮੈਨੂੰ ਐਸੇ ਲੋਕ ਬੜੇ ਪਸੰਦ ਆ। ਉਹਨੂੰ ਮੈਂ ਪੁੱਛਿਆ, ਮੈਂ ਤਾਂ ਉਹ ਕਹਿੰਦੀ ਕਿ ਮੈਡਮ ਉਹਨਾਂ ਦੇ ਪਿੰਡ 'ਚੋਂ ਜਿਹੜਾ ਡਿਲੀਵਰ ਹੋਇਆ ਨਾ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹ ਮੈਨੂੰ ਕਹਿੰਦੀ ਮੈਡਮ ਅਸੀਂ ਨਹੀਂ ਹਜੇ ਦੇਖਣ ਗਏ ਜੀ, 40 ਦਿਨ ਤਾਂ ਹੋ ਲੈਣ ਦਿਓ ਹਜੇ ਬੱਚੇ ਨੂੰ, ਨਾ। ਦੇਖੋ ਕਿੰਨੀ ਸਿਆਣੀ ਗੱਲ ਉਸ ਬੱਚੇ ਦੀ।
ਔਰ ਮੈਨੂੰ ਬੜਾ ਅੱਛਾ ਲੱਗਿਆ। ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ ਕਿ ਜ਼ਰੂਰੀ ਨਹੀਂ ਕਿ ਪੜ੍ਹਿਆ ਲਿਖਿਆ ਬੰਦਾ ਹੀ ਜ਼ਿਆਦਾ ਸਮਝਦਾਰੀ ਦੀ ਗੱਲ ਕਰੇ, ਸਮਝਦਾਰ ਹੋਣਾ ਜ਼ਰੂਰੀ ਹੈ। ਪੜ੍ਹਿਆ ਲਿਖਿਆ ਨਾਲੋਂ ਸਮਝਦਾਰ ਹੋਣਾ ਜ਼ਰੂਰੀ ਹੈ ਕਿ ਉਸ ਪੇਸ਼ੈਂਟ ਨੂੰ ਸਮਝ ਹੈ, ਤਾਂ ਫਿਰ ਸਾਨੂੰ ਕਿਉਂ ਨਹੀਂ ਸਮਝ ਹੈ। ਔਰ ਦੂਸਰੀ ਗੱਲ, ਉਹ 40 ਡੇਜ਼ ਜਿਹੜੇ ਹੈ ਨਾ ਪਰਮਾਤਮਾ ਨੇ ਬਣਾਏ ਹੋਏ ਆ। ਉਹ ਪਰਮਾਤਮਾ ਨੇ ਕਿਉਂ ਬਣਾਏ ਆ ਕਿ ਉਹਦੇ 'ਚ ਮਦਰ ਅਤੇ ਬੱਚੇ ਦਾ ਬੌਂਡ ਹੁੰਦਾ ਹੈ। ਉਹ ਇੱਕ ਜਿਹੜਾ ਟਰੋਮਾ 'ਚੋਂ ਨਿਕਲੀ ਹੈ ਉਹਦਾ ਹੀਲਿੰਗ ਪ੍ਰੋਸੈਸ ਹੁੰਦਾ। ਤੁਹਾਡੇ ਜਿਹੜਾ ਬਲੱਡ ਹੈ ਪਹਿਲਾਂ ਡਾਰਕ ਆਏਗਾ, ਲੋਕੀਆ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਉਸ ਤੋਂ ਬਾਅਦ ਉਹਨੇ ਬਲੱਡ ਰੈੱਡ ਤੋਂ ਯੈਲੋ ਹੋਣਾ ਹੈ, ਵਾਈਟ ਹੋਣਾ ਹੈ। ਤੁਸੀਂ ਉਹਦੀ ਕੰਡੀਸ਼ਨਸ ਵੀ ਤਾਂ ਦੇਖੋ ਨਾ, ਜਿਹਨੇ ਪੂਰਾ 40 ਡੇਜ਼ ਜਾਂ 20 ਡੇਜ਼ ਜਿਹੜਾ ਬਲੱਡ ਲਾਸ ਹੈ ਉਹ ਵੀ ਸਹਿ ਰਹੀ ਹੈ, ਰਾਤ ਨੂੰ ਬੇਬੀ ਵੀ ਹੈ, ਫਿਰ ਉਸ ਤੋਂ ਬਾਅਦ ਬ੍ਰੈਸਟ ਫੀਡਿੰਗ ਵੀ ਕਰਵਾਉਣਾ ਹੈ, ਸਟਿਚਸ ਵੀ ਦੁਖ ਰਹੇ ਹੈ, ਔਰ ਖਾਣ ਪੀਣ 'ਚ ਵੀ ਤੁਹਾਡੀਆਂ ਰਿਸਟ੍ਰਿਕਸ਼ਨਸ ਹੈ ਨਾ। ਤੁਸੀਂ ਕਹਿ ਰਹੇ ਹੋ ਕਿ ਸਾਡੇ ਰਿਚੁਅਲਸ ਇਹ ਹੈ ਜੀ, ਇੰਨੇ ਦਿਨ ਚੌਂਕੇ ਚੜਾਉਣਾ ਹੈ, ਇਹ ਉਹ। ਟਰੀਟ ਲਾਈਕ ਅ ਹਿਊਮਨ, ਕਾਈਂਡਲੀ ਟਰੀਟ ਲਾਈਕ ਅ ਹਿਊਮਨ। ਮੈਂ ਤਾਂ ਇਹ ਗੱਲ ਕਹਿ ਰਹੀ ਹਾਂ ਕਿ ਤੁਸੀਂ ਇਹਨਾਂ ਚੀਜ਼ਾਂ 'ਚ ਮਿੱਥ 'ਚ ਨਾ ਪਾਓ ਕਿ ਹਰੇਕ ਨੂੰ ਮਿਲਣਾ ਜ਼ਰੂਰੀ ਹੈ। ਡਰਾਇੰਗ ਰੂਮ ਆਪਣਾ ਜਿਹੜਾ ਵੀ ਤੁਹਾਡਾ ਬਾਹਰ ਇੱਕ ਸਿਟਿੰਗ ਏਰੀਆ, ਉੱਥੇ ਸਭ ਨੂੰ ਬਿਠਾ ਲਓ, ਚਾਏ ਪਾਣੀ ਦਿਓ। ਜੇ ਬਹੁਤ ਜ਼ਰੂਰੀ ਲੱਗਦਾ ਕਿ ਅਸੀਂ ਨਹੀਂ ਰਹਿ ਸਕਦੇ ਇਹਨਾਂ ਰਿਚੁਅਲਸ ਦੇ ਬਗੈਰ, ਅੰਦਰ ਇੱਕ ਬੰਦਾ, ਸਿਰਫ ਇੱਕ ਬੰਦਾ, ਉਹ ਵੀ ਆਪਣੇ ਸੈਨੀਟਾਈਜ਼ ਕਰਕੇ ਹੱਥ ਜਾ ਕੇ ਬੱਚੇ ਨੂੰ ਮਿਲ ਲਓ। ਮੋਰ ਦੈਨ ਇਨਫ ਹੈ। ਇਹ ਤੁਸੀਂ ਉਹਦੇ ਲਈ ਇੱਕ ਕਾਈਂਡ ਬਿਹੇਵੀਅਰ ਦਿਖਾਓਗੇ। ਜੇ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਜਾ ਕੇ 5-6 ਲੇਡੀਜ਼ ਬੈਠ ਗਈਆਂ, ਸਾਰਾ ਦਿਨ ਉਹਦੇ ਨਾਲ ਗੱਲਾਂ ਮਾਰੀਆਂ, ਸਾਡੀ ਵਾਰੀ ਇਹ ਹੋਇਆ ਸੀ, ਨਾ ਤਾਂ ਆਪ ਉਸको एंटरटेन कर रहे हो बल्कि एग्जर्ट करके आ रहे हो। बिल्कुल। हाँ। ਫਿਰ ਲੋਕੀ ਕਹਿੰਦੇ ਕਿ ਚਿੜੀ ਪਈ ਹੈ ਮਾਂ ਨਾ, ਇਹਨੂੰ ਸ਼ਾਇਦ ਕੁਝ ਹੀ ਨਹੀਂ। ਹਾਂ, ਔਰ ਦੂਸਰਾ ਮੈਮ ਇਸ ਦੌਰਾਨ ਇੱਕ ਹੋਰ ਮਿੱਥ ਹੈ ਕਿ ਡਿਲੀਵਰੀ ਹੋ ਗਈ ਤਾਂ ਦਵਾਈ ਨਹੀਂ ਖਾਣੀ। ਇਸ ਟਾਈਮ ਤੇ ਤੁਹਾਨੂੰ ਫੋਲਿਕ, ਆਇਰਨ, ਕੈਲਸ਼ੀਅਮ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਤਾਂ ਕਾਈਂਡਲੀ ਫਿਰ ਉਹ ਬਾਅਦ 'ਚ ਛਾਈਆਂ ਪੈ ਗਈਆਂ, ਪੈਕੇਕ ਹੁੰਦੀ ਹੈ। ਜਿੰਨੀ ਦੇਰ ਬ੍ਰੈਸਟ ਫੀਡਿੰਗ ਹੈ, 40 ਡੇਜ਼ ਤੁਹਾਡਾ ਬਲੱਡ ਲਾਸ ਹੋ ਰਿਹਾ, ਕਾਈਂਡਲੀ ਆਇਰਨ, ਕੈਲਸ਼ੀਅਮ ਉਸੇ ਤਰੀਕੇ ਨਾਲ ਰੈਗੂਲਰ ਲਓ, ਔਰ ਆਪਣੇ ਡਾਕਟਰ ਨੂੰ ਪੁੱਛ ਕੇ ਇਹ ਚੀਜ਼ਾਂ ਜ਼ਰੂਰ ਲੈਣੀਆਂ ਚਾਹੀਦੀਆਂ ਜੀ। ਠੀਕ ਹੈ। ਔਰ ਇੱਕ ਮਿੱਥ ਜਿਹੜਾ ਤੁਸੀਂ ਦੂਜਾ ਪੁੱਛਿਆ ਮੈਨੂੰ ਹੈ ਨਾ ਕਿ ਪਾਣੀ, ਹਾਂ, ਪਾਣੀ ਦੇ ਨਾਲ ਮੈਡਮ ਦੇਖੋ, ਇੱਕ ਤਾਂ ਜਿਹੜੇ ਅੱਜ ਕੱਲ੍ਹ ਕੇਸਿਸ ਜਿਹੜੇ ਸਿਜ਼ੇਰੀਅਨ ਜ਼ਿਆਦਾ ਹੋਣ ਲੱਗ ਗਏ। ਸਿਜ਼ੇਰੀਅਨ ਜਿਹਦਾ ਹੁੰਦਾ ਉਹਦੇ ਕੈਥੇਟਰ ਪਾਇਆ ਹੁੰਦਾ, ਤਾਂ ਕੈਥੇਟਰ ਜਦੋਂ ਤੁਸੀਂ ਰਿਮੂਵ ਕਰਦੇ ਹੋ ਉਹਨੂੰ UTI ਦੇ ਚਾਂਸਸ ਵੈਸੇ ਹੀ ਜ਼ਿਆਦਾ ਹੋਣਗੇ। ਤਾਂ ਐਸੇ ਪੇਸ਼ੈਂਟ ਨੂੰ ਵੀ। ਔਰ ਦੂਸਰਾ ਮੈਮ ਤੁਸੀਂ ਇਹ ਦੇਖੋ, ਜਿੱਦਾਂ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਨਾ ਕਿ ਜਦੋਂ ਕਿਸੇ ਦੀ ਡਿਲੀਵਰੀ ਹੁੰਦੀ ਹੈ, ਇੰਨੇ ਲੀਟਰ ਬਲੱਡ ਹੈ, ਤਾਂ ਉਹਦੇ 'ਚ ਜਿੰਨਾ ਤੁਹਾਡੇ ਅੰਦਰ ਫਲੂਇਡ ਦੇਖੋ ਨਾ, ਬੱਚੇ ਦੇ ਅੰਦਰ ਪਾਣੀ 'ਚ ਹੀ ਰਹਿੰਦਾ ਹੁੰਦਾ ਨਾ, ਉਹ ਵੀ ਨਿਕਲ ਗਿਆ ਹੈ ਨਾ। ਤਾਂ ਆਲਰੇਡੀ ਪੂਰੀ ਬੋਡੀ ਡੀਹਾਈਡਰੇਟਡ ਹੁੰਦੀ ਹੈ। ਤਾਂ ਇਸ ਮਿੱਥ 'ਚ ਨਹੀਂ ਪੈਣਾ ਕਿ ਇਹਨੂੰ ਪਾਣੀ ਨਹੀਂ ਦੇਣਾ। ਕਾਈਂਡਲੀ ਉਹਨੂੰ ਪ੍ਰੋਪਰ 1.5 ਤੋਂ 2 ਲੀਟਰ ਪਾਣੀ ਰੋਜ਼ ਦੇਣਾ ਪੇਸ਼ੈਂਟ ਨੂੰ। ਔਰ ਉਹਦੇ 'ਚ ਜਿਹੜਾ ਤੁਹਾਡਾ ਇੱਕ ਥੋੜ੍ਹਾ ਜਿਹਾ ਕਹਿੰਦੇ ਕਿ ਅਜਵਾਇਨ ਵਾਲਾ ਪਾਣੀ ਅੱਛਾ ਹੁੰਦਾ, ਉਹਨੂੰ ਇੱਕ ਲਿਮਿਟ 'ਚ ਦਿਓ। ਸਾਰਾ ਅਜਵਾਇਨ ਵਾਲਾ ਪਾਣੀ ਨਹੀਂ ਪੇਸ਼ੈਂਟ ਪੀ ਸਕਦਾ ਜੀ। ਉਹ 2 ਟਾਈਮ ਜਿਹੜਾ ਤੁਹਾਡਾ ਹੈ ਉਹ ਤੁਸੀਂ ਦੇ ਦਿਓ। ਉਹ ਵੈਸੇ ਠੀਕ ਹੁੰਦਾ, ਹੈਲਥੀ ਵੀ ਹੁੰਦਾ। ਉਹਦੇ ਨਾਲ ਬੱਚੇ ਦੇ ਔਰ ਪੇਸ਼ੈਂਟ ਦੇ ਪੇਟ 'ਚ ਨਾ ਥੋੜ੍ਹਾ ਜਿਹਾ ਗੈਸ ਦੀ ਪ੍ਰੋਬਲਮ ਨਹੀਂ ਹੁੰਦੀ, ਪਰ ਸਾਰਾ ਦਿਨ ਨਹੀਂ। ਠੀਕ ਹੈ। ਉਹਨੂੰ ਪਲੇਨ ਵਾਟਰ, ਉਹਦੇ ਵਿੱਚ ਤੁਸੀਂ ਜਿੱਦਾਂ ਮੈਂ 1.5 ਤੋਂ 2 ਲੀਟਰ ਕਿਹਾ, ਤਾਂ ਉਹਦੇ 'ਚ ਦੁੱਧ ਇਨਕਲੂਡ ਕਰ ਲਓ, ਸੂਪ ਇਨਕਲੂਡ ਕਰ ਲਓ, ਹੈ ਨਾ। ਇਹ ਚੀਜ਼ਾਂ ਇਨਕਲੂਡ ਕਰਕੇ ਉਹਦਾ ਲਿਕੁਇਡ ਡਾਈਟ ਅੱਛੀ ਰੱਖੋ। ਦੈਟ ਇਜ਼ ਵੈਰੀ ਇੰਪੋਰਟੈਂਟ। ਹਾਂਜੀ। ਤੇ ਇੱਕ ਜਿਵੇਂ ਆਪਾਂ ਆਮ ਗੱਲਾਂ ਕਰਦੇ ਹੁੰਦੇ ਆਪਣੇ ਪਰਿਵਾਰਾਂ 'ਚ ਕਿ ਉਹ ਡਾਈਟ ਇਦਾਂ ਦੀ ਬਣਾ ਦਿੰਦੇ ਆ, ਜਿਵੇਂ ਮੈਨੂੰ ਸਾਡੇ ਘਰ 'ਚ ਕਹਿੰਦੇ ਹੁੰਦੇ ਸੀ ਕਿ ਕੁਛ ਕੁ ਦਿਨ ਗੁੜ ਤੇ ਸੁੰਡ ਜਾਂ ਘਿਓ 'ਚ ਭੁੰਨ ਕੇ, ਹੈ ਨਾ, ਇੱਦਾਂ ਦੀਆਂ ਚੀਜ਼ਾਂ ਦਿਓ। ਪਰ ਤੁਹਾਡਾ ਉੱਥੇ ਮਨ ਕਰ ਰਿਹਾ ਹੁੰਦਾ ਕਿ ਮੈਂ ਕੋਈ ਦਾਲ ਸਬਜ਼ੀ ਕੁਛ, ਮੈਂ ਚਾਹੇ ਥੋੜ੍ਹੀ ਜਿਹੀ ਮਤਲਬ ਤਰੀ ਵਾਲੀ ਚੀਜ਼ ਹੈ ਮੈਂ ਉਹ ਖਾਵਾਂ, ਪਰ ਘਰ ਦੇ ਉਸ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦੇ ਹੁੰਦੇ। ਉਹਨਾਂ ਨੂੰ ਲੱਗਦਾ ਕਿ ਨਹੀਂ, ਕੜਾਹ ਬਣਾ ਦਿਓ ਅੱਜ ਇਹਦੇ ਲਈ ਥੋੜ੍ਹੀ ਜਿਹੀ ਇਹ ਚੀਜ਼ ਬਣਾ ਲਓ। ਉਹ ਡਾਈਟ ਜਿਹੜੀ ਆ ਉਹ ਕਿਵੇਂ ਦੀ ਬਿਹਤਰ ਹੁੰਦੀ ਹੈ? ਮੈਮ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪਹਿਲਾਂ ਉਹ ਕਹਿੰਦੇ ਸੀ ਕਿ ਹੁਣ ਦੇਸੀ ਘਿਓ ਦੇਣਾ ਸ਼ੁਰੂ ਕਰ ਦਿਓ। ਉਹਨੂੰ ਉਸ ਜ਼ਮਾਨੇ ਦੀਆਂ ਖੁਰਾਕਾਂ ਤੇ ਅੱਜ ਕੱਲ੍ਹ ਦੀ ਖੁਰਾਕਾਂ 'ਚ ਬਹੁਤ ਫਰਕ ਹੈ। ਤਾਂ ਪੇਸ਼ੈਂਟ ਤਾਂ ਆਲਰੇਡੀ ਕੰਪਰੋਮਾਈਜ਼ਡ ਹੀ ਹੁੰਦੇ ਆ ਅੱਜ ਕੱਲ੍ਹ। ਤਾਂ ਇਸ ਕਰਕੇ ਜਦੋਂ ਵੀ ਡਿਲੀਵਰੀ ਹੁੰਦੀ ਹੈ ਤਾਂ ਪਲੀਜ਼ ਇਹ ਮੇਰੀ ਗੱਲ ਮੰਨੋ ਕਿ ਪੇਸ਼ੈਂਟ ਨੂੰ, ਸਿਜ਼ੇਰੀਅਨ ਪੇਸ਼ੈਂਟ ਨੂੰ ਆਫਟਰ 48 ਆਵਰਸ ਡਾਕਟਰ ਦੀ ਰਿਕਮੈਂਡੇਸ਼ਨ ਨਾਲ, ਜਦੋਂ ਉਹਦੀ ਵਿੰਡ ਪਾਸ ਹੋ ਜਾਂਦੀ ਹੈ, ਯਾਨੀ ਕਿ ਜਦੋਂ ਉਹਦੇ ਪੈਰਿਸਟਲਟਿਕ ਮੂਵਮੈਂਟ ਸਟਾਰਟ ਹੋ ਜਾਂਦੇ ਆ, ਫਿਰ ਉਸ ਤੋਂ ਬਾਅਦ ਸੈਮੀ ਲਿਕੁਇਡ 'ਤੇ ਆਉਣਾ ਚਾਹੀਦਾ। ਲੇਕਿਨ ਨਾਰਮਲ ਡਿਲੀਵਰੀ ਵਾਲਾ ਜਿਹੜਾ ਪੇਸ਼ੈਂਟ ਹੈ, ਕਾਈਂਡਲੀ ਉਹਨੂੰ ਮੂੰਗੀ ਦੀ ਦਾਲ, ਫੁਲਕਾ, ਘੀਆ, ਇਹ ਜਦ ਕਿ ਮੈਂ ਇੱਕ ਗੱਲ ਦੱਸਾਂ ਕਿ ਜ਼ਿਆਦਾਤਰ ਬੱਚੀਆਂ ਜਿੱਦਾਂ ਪਹਿਲੀ ਡਿਲੀਵਰੀ ਆ, ਉਹ ਇਸ ਸ਼ਰਮ 'ਚ ਨਹੀਂ ਕਹਿੰਦੀਆਂ ਕਿ ਸਾਨੂੰ ਭੁੱਖ ਲੱਗੀ ਹੈ। ਦਿਸ ਇਜ਼ ਵੈਰੀ ਨੈਚੁਰਲ। ਜਿਹਨੇ 18-19 ਘੰਟੇ ਪੇਨ ਲਈ ਆ, ਉਹਨੂੰ ਭੁੱਖ ਲੱਗੀ ਹੋਏਗੀ। ਤਾਂ ਜੇ ਉਹ ਕੁਝ ਕਹਿ ਰਹੇ ਆ ਨਾ, ਤਾਂ ਉਹਨਾਂ ਦੀ ਗੱਲ ਸੁਣੋ, ਮੂੰਗੀ ਦੀ ਦਾਲ ਵਗੈਰਾ ਉਹਨਾਂ ਨੂੰ ਦਿਓ। ਠੀਕ ਹੈ। ਉਹਦੇ 'ਚ ਪ੍ਰੋਪਰ ਆਪਣਾ, ਔਰ ਘਿਓ ਘੱਟ ਪਾਓ ਤਾਂ ਕਿ ਉਹਨੂੰ ਡਾਈਜੈਸਟ ਹੋ ਜਾਏ ਔਰ ਅਗਲਾ ਮੀਲ ਤਿਆਰ ਹੋ ਜਾਏ। ਤਾਂ ਸੂਪ, ਮੂੰਗੀ ਦੀ ਦਾਲ ਹੋ ਗਿਆ ਔਰ ਦੁੱਧ ਹੋ ਗਿਆ, ਇਹ ਚੀਜ਼ਾਂ ਜ਼ਰੂਰ ਦਿਓ। ਜੇ ਤੁਸੀਂ ਥੋੜ੍ਹਾ ਬਹੁਤ ਗੁੜ ਜੀਰਾ ਦੇਣਾ ਚਾਹੁੰਦੇ ਹੋ, ਉਹਨੂੰ ਇੱਕ ਲਿਮਿਟ 'ਚ ਦਿਓ, ਅਦਰਵਾਈਜ਼ ਨਹੀਂ। ਅਦਰਵਾਈਜ਼ ਉਹਨੂੰ ਹੈਲਦੀ ਖਾਣਾ ਸ਼ੁਰੂ ਕਰਨਾ ਚਾਹੀਦਾ ਐਜ਼ ਸੂਨ ਐਜ਼ ਪੋਸੀਬਲ। ਪੇਸ਼ੈਂਟ ਕਹਿੰਦਾ ਵੀ ਨਹੀਂ ਹੈ ਜ਼ਿਆਦਾਤਰ, ਲੇਕਿਨ ਇਹ ਪੇਸ਼ੈਂਟ ਮਤਲਬ ਮੇਰੇ ਕੋਲ ਬਹੁਤ ਪੇਸ਼ੈਂਟ ਆਉਂਦੇ ਕਿ ਡਿਲੀਵਰੀ ਤੋਂ ਆਲਮੋਸਟ ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਬਹੁਤ ਭੁੱਖ ਲੱਗਦੀ ਹੈ। ਤਾਂ ਉਹਨਾਂ ਦਾ ਪਲੀਜ਼ ਇਸ ਚੀਜ਼ ਦਾ ਵੀ ਧਿਆਨ ਰੱਖੋ।
ਜਿਵੇਂ ਆਪਾਂ ਪਹਿਲੀ ਇੰਟਰਵਿਊ 'ਚ ਗੱਲਬਾਤ ਕੀਤੀ ਸੀ ਹੈ ਨਾ, ਕਿ ਉਹ ਤੁਹਾਡੇ ਇਮੋਸ਼ਨਲੀ ਵੀ ਤੁਸੀਂ ਬਹੁਤ ਚੀਜ਼ਾਂ ਮਹਿਸੂਸ ਕਰ ਰਹੇ ਹੁੰਦੇ ਹੋ ਕਿ ਹਸਬੈਂਡ ਤੋਂ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਦੂਰ ਫੀਲ ਕਰਦੇ ਹੋ, ਜਾਂ ਬਾਡੀ 'ਚ ਐਂ ਲੱਗਦਾ ਹੁੰਦਾ ਕਿ ਪਹਿਲੇ ਕੱਪੜੇ ਨਹੀਂ ਫਿੱਟ ਆਏ ਹੈ ਨਾ। ਕਈ ਕੁੜੀਆਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਪਾਉਂਦੀਆਂ, ਮਤਲਬ ਆਪਾਂ ਨੂੰ ਵੀ ਲੱਗਦਾ ਹੁੰਦਾ ਕਿ ਹਾਏ 8-9 ਕਿਲੋ ਭਾਰ ਵੱਧ ਗਿਆ, ਹੁਣ ਮੈਂ ਇਹਨੂੰ ਕਿਵੇਂ ਮੈਨੇਜ ਕਰੂੰਗੀ। ਮੇਰੀ ਇੱਕ ਫਰੈਂਡ ਨੇ ਮੈਨੂੰ ਦੱਸਿਆ ਸੀ ਕਿ ਉਹਦੀ ਜਦੋਂ ਡਿਲੀਵਰੀ ਹੋਈ, ਉਹ ਆਪਣੇ ਬੱਚੇ ਨਾਲ ਅਫੈਕਸ਼ਨ ਹੀ ਨਹੀਂ ਸੀ ਮਹਿਸੂਸ ਕਰ ਰਹੀ, ਕਿਉਂਕਿ ਉਹਨੂੰ ਆਪਣੇ ਆਪ 'ਤੇ ਜ਼ਿਆਦਾ ਧਿਆਨ ਸੀ। ਇੱਦਾਂ ਦੇ ਐਕਸਪੀਰੀਅੰਸ ਕਿਸੇ ਮਦਰ ਨਾਲ ਹੋ ਸਕਦੇ ਆ ਅਤੇ ਅਸੀਂ ਉਹਨੂੰ ਨੋਰਮਲ ਸਮਝ ਸਕਦੇ ਹਾਂ? ਮੈਮ ਦੇਖੋ, ਮੈਂ ਜਿਹੜੀ ਤੁਹਾਨੂੰ ਮੈਂ ਇਹ ਕਹਿ ਰਹੀ ਹਾਂ ਨਾ ਕਿ ਥੋੜਾ ਜਿਹਾ ਨਾ ਐਗਜ਼ਰਸ਼ਨ ਫੈਮਿਲੀ ਵੱਲੋਂ ਜ਼ਿਆਦਾ ਹੁੰਦੀ ਹੈ। ਜੇ ਤੁਸੀਂ ਉਹਨੂੰ ਪ੍ਰੋਪਰ ਟਾਈਮ ਦਿਓਗੇ, ਉਹਦਾ ਸਲੀਪ ਪੈਟਰਨ ਠੀਕ ਰੱਖੋਗੇ, ਉਹਦਾ ਖਾਣਾ ਪੀਣਾ ਠੀਕ ਰੱਖੋਗੇ, ਜਿਹਦਾ HB ਔਰ ਕੈਲਸ਼ੀਅਮ ਡਾਈਟ ਅੱਛੀ ਜਾਂਦੀ ਹੈ, ਉਹਨੂੰ ਥੋੜਾ ਇਰੀਟੇਸ਼ਨ ਘੱਟ ਹੁੰਦੀ ਹੈ। ਜਿਹਦੇ ਤੇ ਪ੍ਰੈਸ਼ਰ ਜ਼ਿਆਦਾ ਹੁੰਦਾ ਨਾ, ਉਹਨੂੰ ਇਰੀਟੇਸ਼ਨ ਜ਼ਰੂਰ ਹੁੰਦੀ ਹੈ। ਦੂਸਰੀ ਗੱਲ ਕਿ ਜੇ ਤੁਸੀਂ, ਮੈਂ ਤਾਂ ਗਰਲਸ ਨੂੰ ਵੀ ਅੱਜ ਕੱਲ੍ਹ ਇਹੀ ਸਮਝਾਉਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਇਸ ਡਿਸੀਜਨ ਤੇ ਪਹੁੰਚੇ ਹੋ ਨਾ, ਤਾਂ ਅਸੈਪਟ ਇਟ ਗ੍ਰੇਸਫੁਲੀ, ਹੈ ਨਾ। ਕਿ ਜਿਹੜੀ ਤੁਹਾਡੇ, ਹਾਂ ਇਹ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਪੇਟ ਵੱਧ ਗਿਆ, ਕੱਪੜੇ ਨਹੀਂ ਆ ਰਹੇ, ਉਹ 40 ਡੇਜ਼ ਤੋਂ ਬਾਅਦ ਆਪਣੇ ਰੈਗੂਲਰ ਆਪਣੇ ਯੋਗਾ ਜਾਂ ਅੱਜ ਕੱਲ੍ਹ ਤਾਂ ਬਹੁਤ ਹੈਗੇ ਆ, ਉਹਨਾਂ ਨੂੰ ਸ਼ੁਰੂ ਕਰ ਦਿਓ। ਸਿਜ਼ੇਰੀਅਨ 'ਚ ਤੁਹਾਨੂੰ ਡਾਕਟਰ ਰਿਕਮੈਂਡ ਕਰੇਗਾ ਨਾਰਮਲ ਡਿਲੀਵਰੀ ਤੋਂ ਬਾਅਦ, ਲੇਕਿਨ ਇਹਦੇ ਵਿੱਚ ਸਭ ਤੋਂ ਵੱਡਾ ਪਾਰਟ ਹਸਬੈਂਡ ਦਾ ਹੁੰਦਾ। ਹਾਂਜੀ, ਹੈ ਨਾ। ਮੈਂ ਬਹੁਤ ਬਿਊਟੀਫੁਲ ਕਪਲ ਦੇਖੇ ਆ ਜਿਹੜੇ ਇਹ ਗੱਲ ਕਹਿੰਦੇ ਆ ਕਿ ਉਹ ਇੱਕ ਅੱਛਾ ਕੰਪਲੀਮੈਂਟ ਦਿੰਦੇ ਆ ਕਿ ਨਾਓ ਯੂ ਆਰ ਲੁਕਿੰਗ ਮਚ ਸਵੀਟਰ, ਹੈ ਨਾ। ਤਾਂ ਉਹ ਚੀਜ਼ ਨਾ ਉਹਨਾਂ ਨੂੰ ਇੱਕ ਬੂਸਟ ਦੇ ਦਿੰਦੀ ਹੈ ਕਿ ਬੀਇੰਗ ਅ ਮਦਰ ਇਜ਼ ਵੈਰੀ ਬਿਊਟੀਫੁਲ। ਇਹ ਮੈਨੂੰ ਲੱਗਦਾ ਕਿ ਜਿੱਦਾਂ ਕਹਿ ਲਓ ਫੋਰਨ ਦੀਆਂ ਗੱਲਾਂ ਨਾ ਹੋ ਕੇ ਸਾਡੇ ਆਪਣੀਆਂ ਹੋਣੀਆਂ ਚਾਹੀਦੀਆਂ, ਕਿ ਉਹਨੂੰ ਤੁਸੀਂ ਇੱਕ ਪੋਜ਼ਿਟਿਵ ਅਪਰੋਚ ਦਿਓਗੇ ਤਾਂ ਜ਼ਿਆਦਾ ਬੈਟਰ ਹੈ। ਜੇ ਤੁਸੀਂ ਉਹਨੂੰ ਉਸ ਤੋਂ ਇੰਨਾ ਕੁਝ ਐਕਸਪੈਕਟ ਕਰ ਰਹੇ ਹੋ ਕਿ ਹੁਣ ਉਹ ਫਿਰ ਦੁਬਾਰਾ 40 ਡੇਜ਼ 'ਚ ਜ਼ੀਰੋ ਫਿਗਰ ਹੋ ਜਾਏ, ਤਾਂ ਥੋੜ੍ਹਾ ਜਿਹਾ ਪੋਸੀਬਲ ਨਹੀਂ ਹੈ। ਕੋਸ਼ਿਸ਼ ਉਹ ਆਪਣੇ ਵੱਲੋਂ ਕਰ ਲੇਗੀ, ਲੇਕਿਨ ਤੁਹਾਡੇ ਵੱਲੋਂ ਸਪੋਰਟ ਜ਼ਿਆਦਾ ਹੋਣੀ ਚਾਹੀਦੀ ਹੈ। ਔਰ ਦੂਸਰਾ ਮੈਮ, ਉਹਨਾਂ ਨੂੰ ਆਪਣੇ ਕੱਪੜੇ, ਜਿੱਦਾਂ ਮੈਂ ਪਿਛਲੀ ਵਾਰ ਵੀ ਦੱਸਿਆ ਸੀ ਕਿ ਸਪੋਰਟਿਵ ਕਲੋਥ ਟਾਈਮ 'ਤੇ ਸ਼ੁਰੂ ਕਰ ਦੇਣਗੇ। ਜਾਂ ਇੱਕ ਮੈਂ ਹੋਰ ਦੱਸਣਾ ਚਾਹੂੰਗੀ, ਬੈਲਟ, ਹੈ ਨਾ। ਬੈਲਟ ਜਿਹੜੀ ਹੁੰਦੀ ਹੈ ਉਹ ਕਿਉਂ ਲਗਾਉਣੀ ਚਾਹੀਦੀ ਹੈ? ਔਰ ਬੈਲਟ ਮੋਟਾਪਾ ਨਹੀਂ ਘਟਾਉਂਦੀ, ਲੇਕਿਨ ਉਹ ਜਿਹੜਾ ਤੁਹਾਡਾ ਇੱਕ ਪਾਰਟ ਹੈ ਜਿਹੜਾ ਲੂਜ਼ ਹੋ ਗਿਆ, ਜਿਹਨੇ 3 kg ਦਾ ਬੇਬੀ ਰੱਖਿਆ ਸੋ ਇੱਕਦਮ ਨੀਚੇ ਦਿਖ ਰਿਹਾ ਹੁੰਦਾ ਨਾ, ਉਹਨੂੰ ਥੋੜਾ ਉੱਪਰ ਕਰਕੇ ਡਿਲੀਵਰੀ ਤੋਂ ਬਾਅਦ ਚਾਹੇ ਤਾਂ ਤੁਸੀਂ ਇੱਕ ਕਾਟਨ ਦਾ ਉਹ ਲੈ ਲਓ ਦੁਪੱਟਾ, ਉਹਨੂੰ ਤੁਸੀਂ 4 ਫੋਲਡ ਕਰ ਲਓਗੇ, ਉਹ ਵੀ ਉਸ ਤਰ੍ਹਾਂ ਦਾ ਕਰਨ ਲੱਗ ਜਾਂਦਾ। ਨਹੀਂ ਤਾਂ ਅੱਜ ਕੱਲ੍ਹ ਤਾਂ ਬੈਲਟ ਮਿਲਦੀਆਂ, ਠੀਕ ਹੈ, ਉਹ ਤੁਸੀਂ ਸੂਟ ਦੇ ਉੱਤੋਂ ਵੀ ਬੰਨ੍ਹ ਸਕਦੇ ਹੋ। ਤਾਂ ਉਹਨੂੰ ਜਦੋਂ ਤੁਸੀਂ ਪ੍ਰੋਪਰ ਟਾਈਮ 'ਤੇ, ਜਿੱਦਾਂ ਸਿਜ਼ੇਰੀਅਨ ਤੋਂ ਬਾਅਦ ਤਾਂ ਕਈ ਵਾਰ ਸਟਿਚ ਰਿਮੂਵ ਹੋਣ ਤੋਂ ਬਾਅਦ ਜਾਂ 5th ਡੇ ਕਹਿੰਦੇ ਆ, ਡਿਲੀਵਰੀ ਤੋਂ ਬਾਅਦ ਤਾਂ ਤੁਸੀਂ 3 to 4 ਡੇਜ਼ ਤੋਂ ਬਾਅਦ ਇਹ ਯੂਜ਼ ਕਰਨਾ ਸ਼ੁਰੂ ਕਰ ਦਿਓ, ਤਾਂ ਕਿ ਇੱਕਦਮ ਜਿੱਦਾਂ ਉਹ ਕਹਿੰਦੇ ਨਾ ਕਿ ਨੀਚੇ ਵੱਲ ਗਿਰ ਰਿਹਾ, ਬਾਡੀ ਥੋੜੀ ਅੱਛੀ ਨਹੀਂ ਲੱਗਦੀ ਹੁੰਦੀ, ਮਸਲ ਲੈਕਸ ਹੋ ਜਾਂਦੇ, ਤਾਂ ਉਹਨੂੰ ਇੱਕ ਅੱਛੀ ਸਪੋਰਟ ਮਿਲ ਜਾਂਦੀ ਹੈ ਔਰ ਬੈਕ ਏਕ ਦੀ ਪ੍ਰੋਬਲਮ ਵੀ ਠੀਕ ਹੋ ਜਾਂਦੀ ਹੈ ਪੇਸ਼ੈਂਟਸ ਦੀ। ਤਾਂ ਕਾਈਂਡਲੀ ਉਹ ਵੇਅਰ ਕਰਨਾ ਸ਼ੁਰੂ ਕਰ ਦਿਓ, ਦੈਟ ਵਿਲ ਬੀ ਮਚ ਮੋਰ ਬੈਨੀਫੀਸ਼ੀਅਲ। ਹਾਂਜੀ। ਇੱਕ ਮੈਂ ਬਹੁਤ ਦੇਰ ਪਹਿਲਾਂ ਇਹਦੇ 'ਤੇ ਇੱਕ ਆਰਟੀਕਲ ਵੀ ਲਿਖਿਆ ਸੀਗਾ ਕਿ ਇੱਦਾਂ ਹੀ ਇੱਕ ਕੁੜੀ ਦੀ ਹੈ ਨਾ ਡਿਲੀਵਰੀ ਹੋਈ ਸੀ, ਅਤੇ ਉਹਨੇ 9 ਸਾਲ ਬਾਅਦ ਉਹਦੇ 'ਤੇ ਬੱਚਾ ਹੋਇਆ ਸੀਗਾ, ਅਤੇ ਉਹ 9 ਸਾਲ ਜਿਵੇਂ ਉਹ ਟਰੀਟਮੈਂਟ ਉਹਦਾ ਚੱਲਿਆ, ਉਹਨੇ ਇੰਨੀ ਜ਼ਿਆਦਾ ਮੈਡੀਸਨ ਖਾਧੀ, ਅਤੇ ਉਸ ਤੋਂ ਬਾਅਦ ਜਦੋਂ ਉਹਦੇ ਬੱਚਾ ਹੋਇਆ, ਉਦੋਂ ਵੀ ਉਹਨੂੰ ਲੱਗਿਆ ਕਿ ਇਸ ਬੱਚੇ ਕਰਕੇ ਮੈਂ ਇੰਨਾ ਜ਼ਿਆਦਾ ਜ਼ਿੰਦਗੀ 'ਚ ਝੱਲਿਆ ਹੈ ਨਾ, ਤਾਂ ਉਹਨੂੰ ਉਹ ਬੱਚਾ ਇੰਪੋਰਟੈਂਟ ਹੀ ਨਹੀਂ ਸੀ ਲੱਗਿਆ। ਮੈਂ ਕੱਲ੍ਹ ਪਰਸੋਂ ਇੱਕ ਪੇਸ਼ੈਂਟ ਆਇਆ ਜੀ, ਉਹਦੇ ਮਤਲਬ ਕਿ ਚਲੋ ਥੋੜਾ ਮੈਰਿਡ ਲਾਈਫ ਅੱਛੀ ਨਹੀਂ ਰਹੀ, ਉਹਨੇ ਮੈਨੂੰ ਜਿਹੜੀ ਗੱਲ ਕਹੀ ਨਾ, ਮੈਨੂੰ ਬੜੀ ਪਿੰਚ ਕੀਤੀ। ਕਹਿੰਦੀ ਮੈਡਮ, ਮੈਂ ਸਭ ਤੋਂ ਜ਼ਿਆਦਾ ਟੌਰਚਰ ਜਾਂ ਕਹਿ ਲਓ ਜਾਂ ਮੈਂ ਮਿਸਬਿਹੇਵ ਆਪਣੇ ਛੋਟੇ ਬੱਚੇ ਨਾਲ ਕੀਤੀ। ਅੱਛਾ, ਕਿਉਂਕਿ ਉਹਨੂੰ ਫੈਮਿਲੀ ਸਪੋਰਟ ਨਹੀਂ ਮਿਲ ਰਹੀ ਸੀ, ਉਹਨੂੰ ਐਂ ਲੱਗੀ ਜਾ ਰਿਹਾ ਸੀ ਕਿ ਮੈਂ ਬੇਬੀ ਕਰੀ ਜਾ ਰਹੀ ਹਾਂ, ਲੇਕਿਨ ਮੇਰੇ ਨਾਲ ਕੋਈ ਵੀ ਨਹੀਂ ਖੜਾ, ਹੈ ਨਾ, ਮੈਂ ਕਿਹਦੇ ਲਈ ਕਰ ਰਹੀ ਹਾਂ। ਕਹਿੰਦੀ ਫਿਰ ਉਹਨੇ ਮੈਨੂੰ ਦੱਸਿਆ ਕਿ ਹੁਣ ਤਾਂ ਬੱਚਾ ਗਰੋ ਕਰ ਗਿਆ, ਕਿ ਸਭ ਤੋਂ ਜ਼ਿਆਦਾ ਮੇਰੇ ਨਾਲ ਜ਼ਿਆਦਾ ਅਟੈਚਡ ਹੈ, ਲੇਕਿਨ ਕਹਿੰਦੀ ਮੈਨੂੰ ਕਈ ਵਾਰ ਮਤਲਬ ਮੈਂ ਉਹ ਵਰਡ ਨਹੀਂ ਬੋਲਣਾ ਚਾਹੁੰਦੀ, ਹੈ ਨਾ, ਮੈਂ ਉਹ ਵਰਡ ਨਹੀਂ ਬੋਲਣਾ ਚਾਹੁੰਦੀ ਜਿਹੜਾ ਉਸ ਦਿਨ ਉਹਨੇ ਮੈਨੂੰ ਬੋਲਿਆ ਕਿ ਮਤਲਬ ਸ਼ੀ ਵਾਂਟਡ ਟੂ ਕਿ ਮੈਂ ਆਪਣੇ ਆਪ ਨੂੰ ਉਹਨੂੰ ਖਤਮ ਕਰਨ ਲਈ ਤੱਕ ਪੀਕ। ਮੈਮ ਇਹ ਜਿਹੜੀ ਚੀਜ਼ਾਂ ਹੈ ਨਾ, ਕਾਈਂਡਲੀ ਇਹਦੇ ਤੇ ਵਰਕ ਆਊਟ ਕਰੋ, ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਤੁਹਾਡਾ ਹਰ ਰਿਸ਼ਤਾ ਇੱਕ ਨਾ, ਮੈਂ ਪੇਸ਼ੈਂਟ ਨੂੰ ਕਹਿੰਦੀ ਹੁੰਦੀ ਹਾਂ, ਸੌਰੀ ਤੁਹਾਡੇ ਤੋਂ ਮੈਂ ਥੋੜਾ ਦੂਰ ਹਟ ਰਹੀ ਹਾਂ, ਕਿ ਵਿਦ ਦਾ ਏਜ ਨਾ ਤੁਹਾਨੂੰ ਜਿਸ ਚੀਜ਼ ਦਾ ਗਿਲਟ ਹੋਏਗਾ ਉਹ ਸ਼ੁਰੂ ਤੋਂ ਹੀ ਨਾ ਕਰੋ। ਆਪਣੇ ਹਰ ਰਿਸ਼ਤੇ ਨੂੰ ਅਹਿਮੀਅਤ ਦੇਣੀ ਸ਼ੁਰੂ ਕਰੋ ਕਿ ਜੇ ਕੋਈ ਤੁਹਾਡੇ ਲਈ ਇੰਨੇ ਸੈਕਰੀਫਾਈਸਿਸ ਕਰ ਰਿਹਾ, ਐਟਲੀਸਟ ਉਹਨੂੰ ਸਪੈਸ਼ਲੀ ਮੈਂ ਲੜਕਿਆਂ ਨੂੰ ਕਹੂੰਗੀ ਕਿ ਜੇ ਲੜਕੀ ਤੁਹਾਡੀ ਘਰ ਲਈ ਇੰਨਾ ਕੰਮ ਕਰ ਰਹੀ ਹੈ ਨਾ, ਉਹਨੂੰ ਔਰ ਉਹਦੀ ਫੈਮਿਲੀ ਨੂੰ ਰਿਸਪੈਕਟ ਦਿਓ। ਉਹਦੀ ਫੈਮਿਲੀ ਵੀ ਉਨੀ ਹੀ ਇੰਪੋਰਟੈਂਟ ਹੈ, ਤੁਹਾਡੀ ਫੈਮਿਲੀ ਵੀ ਇੰਨੀ ਇੰਪੋਰਟੈਂਟ ਹੈ, ਔਰ ਉਹਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇੱਕ ਅੱਛੀ ਫੈਮਿਲੀ ਹੋਏ, ਉਹਨੂੰ ਇਮੋਸ਼ਨਲ ਸਪੋਰਟ ਜ਼ਰੂਰ ਦਿਓ। ਇਫ ਯੂ ਫੀਲ ਲਾਈਕ, ਔਰ ਲੜਕੀ ਵੀ ਲੜਕੇ ਨੂੰ ਦੇਵੇ ਜੀ, ਹੈ ਨਾ, ਜਿੱਦਾਂ ਮੈਂ ਕਹਿ ਰਹੀ ਹਾਂ ਕਿ ਉਹਨੂੰ ਵੀ ਇਹ ਚੀਜ਼ ਲਈ ਲੈਣਾ ਚਾਹੀਦਾ ਕਿ ਯੈਸ ਹੀ ਇਜ਼ ਮਾਈ ਹਸਬੈਂਡ, ਔਰ ਲੜਕੇ ਵੀ
ਕਿ ਇਸ ਸਟੇਜ ਤੱਕ ਮੈਨੂੰ ਮਤਲਬ ਮੇਰੇ ਲਈ ਡਰਾਉਣ ਵਾਲਾ ਇੰਸੀਡੈਂਟ ਸੀਗਾ ਜਦੋਂ ਉਹਨੇ ਇਹ ਗੱਲ ਕਹੀ ਨਾ। ਔਰ ਜਦੋਂ ਮੈਂ ਬੱਚਾ ਦੇਖਿਆ ਕਿ ਹੁਣ ਦੇਖੋ ਗਰੋ ਕਰਕੇ ਕਿੰਨਾ ਸੋਹਣਾ ਲੱਗ ਰਿਹਾ, ਤਾਂ ਮੈਂ ਸੋਚ ਰਹੀ ਸੀ ਕਿ ਉਸ ਟਾਈਮ ਇਹਦਾ ਟਾਈਮ ਕੱਢਣਾ ਕਿੰਨਾ ਔਖਾ ਸੀ। ਹਾਂ, ਔਰ ਅਸੀਂ ਉਸ ਚੀਜ਼ ਨੂੰ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ ਕਿ ਤੁਹਾਡੀ ਫੈਮਿਲੀ 'ਚੋਂ ਤੁਹਾਨੂੰ 100 ਚੀਜ਼ਾਂ ਹੁੰਦੀਆਂ ਮੈਡਮ। ਮੈਂ ਤਾਂ ਇਹ ਗੱਲ ਕਹਿ ਰਹੀ ਹਾਂ ਕਿ ਤੁਹਾਡੇ ਕੰਮ 'ਚ ਘਾਟਾ ਵਾਧਾ ਸਭ ਪੂਰਾ ਹੋ ਜਾਂਦਾ, ਲੇਕਿਨ ਟਾਈਮ ਵਾਪਸ ਨਹੀਂ ਆਉਂਦਾ। ਕਿਸੇ ਨਾਲ ਕੀਤਾ ਹੋਇਆ ਮਿਸਬਿਹੇਵ ਕਦੇ ਵਾਪਸ ਨਹੀਂ ਆਉਂਦਾ। ਸਭ ਕੁਝ ਹੋ ਜਾਂਦਾ, ਤੁਹਾਡਾ ਗਲਤ ਬਿਹੇਵੀਅਰ ਕੋਈ ਵੀ ਬੰਦਾ ਜਿੰਨਾ ਮਰਜ਼ੀ ਬਾਅਦ 'ਚ ਤੁਸੀਂ ਅੱਛੇ ਬਣ ਜਾਓ, ਜੋ ਮਰਜ਼ੀ ਕਰ ਲਓ, ਉਹਦਾ ਗਿਲਟ ਤੁਹਾਡੇ ਅੰਦਰੋਂ ਨਹੀਂ ਜਾਣਾ ਔਰ ਉਹ ਬੰਦਾ ਦਿਲ ਤੋਂ ਤੁਹਾਨੂੰ ਕਦੇ ਨਹੀਂ ਮਾਫ ਕਰ ਸਕਦਾ। ਬਿਲਕੁਲ। ਹਾਂ, ਮਤਲਬ ਕਾਈਂਡਲੀ ਇੰਨਾ ਕੁ ਜ਼ਰੂਰ ਰੱਖੋ ਕਿ ਬਾਅਦ ਦੇ ਵਿੱਚ ਜਦੋਂ ਤੁਸੀਂ ਇਕੱਠੇ ਵੀ ਰਹੋ ਤਾਂ ਫਿਰ ਤੁਹਾਨੂੰ ਇਹ ਨਾ ਲੱਗੇ ਕਿ ਉਸ ਟਾਈਮ ਇਹ ਚੀਜ਼ ਹੋਈ ਸੀਗੀ, ਹੈ ਨਾ। ਮੈਂ ਇਹੀ ਚੀਜ਼ ਪੁੱਛਣਾ ਚਾਹੁੰਦੀ ਸੀ ਕਿ ਜੇ ਕੋਈ ਕੁੜੀ ਇਹ ਚੀਜ਼ਾਂ ਮਹਿਸੂਸ ਕਰਦੀ ਆ ਨਾ ਤੇ ਫੈਮਿਲੀ 'ਚ ਕਿਸੇ ਨਾਲ ਸਾਂਝੀ ਨਹੀਂ ਕਰ ਰਹੀ, ਹੁਣ ਤੁਹਾਡੇ ਕੋਲੋਂ ਪੇਸ਼ੈਂਟ ਆਏ, ਉਹਨਾਂ ਨੇ ਕਿੰਨੇ ਸਾਲ ਬਾਅਦ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕੀਤੀ ਹੈ ਨਾ, ਤਾਂ ਅਸੀਂ ਨੋਟਿਸ ਕਰ ਸਕਦੇ ਹਾਂ। ਕਿਉਂਕਿ ਜਿਸ ਕੇਸ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਉਹਦਾ ਇੰਨਾ ਜ਼ਿਆਦਾ ਭਿਆਨਕ ਨਤੀਜਾ ਸੀ ਕਿ ਉਹਨੇ ਉਸ ਕੁੜੀ ਨੇ ਉਸ ਬੱਚੇ ਨੂੰ ਮਾਰਤਾ। ਮੇਰੀ ਗੱਲ ਸੁਣੋ, ਬੀ ਸੋਸ਼ਲ ਤੋਂ ਬਾਅਦ ਹੁਣ ਥੋੜਾ ਜਿਹਾ ਜਿੱਦਾਂ ਮੇਰਾ ਨਾ ਫੋਨ ਲੋਕਾਂ ਕੋਲ ਗਿਆ, 80% ਬੱਚੀਆਂ ਜਿਹੜੀਆਂ ਸਿਰਫ ਗੱਲ ਕਰਨਾ ਚਾਹੁੰਦੀਆਂ, ਦੇ ਡੋਂਟ ਹੈਵ ਐਨੀਬਡੀ ਕਿ ਜਿਹਦੇ ਨਾਲ ਉਹ ਆਪਣੀ ਗੱਲ ਸ਼ੇਅਰ ਕਰ ਸਕਦੇ ਆ। ਤਾਂ ਇਹਦਾ ਮਤਲਬ ਤੁਹਾਡੇ ਘਰ 'ਚ ਕੋਈ ਲੈਕਿੰਗ ਹੈ ਕਿ ਇੱਕ ਬੱਚਾ ਤੁਹਾਡੇ ਘਰ ਨੂੰ ਪੂਰਾ ਸੰਭਾਲ ਵੀ ਰਿਹਾ, ਤੁਹਾਡੇ ਘਰ ਨੂੰ ਤਨਖਾਹ ਵੀ ਦੇ ਰਿਹਾ, ਤੁਹਾਡੇ ਘਰ ਨੂੰ ਬੇਬੀ ਵੀ ਦੇ ਰਿਹਾ, ਤੁਹਾਡੇ ਘਰ 'ਚ ਡੈਡੀਕੇਸ਼ਨ ਵੀ ਪੂਰੀ ਹੈ, ਸਟਿਲ ਉਹਦੇ ਅੰਦਰ ਕੁਝ ਚੱਲ ਰਿਹਾ ਜਿਹੜਾ ਤੁਹਾਨੂੰ ਹੀ ਨਹੀਂ ਪਤਾ। ਤੁਸੀਂ ਸਿਰਫ ਉਹਨੂੰ ਇੱਕ ਮਸ਼ੀਨ ਸਮਝਿਆ ਹੋਇਆ। ਔਰ ਮੈਡਮ ਮੈਂ ਇੱਕ ਗੱਲ ਦੱਸਾਂ, ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਨਾ ਜਿਹਨੂੰ ਕਹਿੰਦੇ ਆ ਤੁਸੀਂ, ਸ਼ੋਸ਼ਣ 2 ਤਰ੍ਹਾਂ ਦਾ ਹੁੰਦਾ। ਇੱਕ ਸ਼ੋਸ਼ਣ ਤਾਂ ਇਹ ਹੁੰਦਾ ਕਿ ਬੰਦੇ ਨੂੰ ਮਾਰ ਕੁੱਟ ਕੇ ਕੰਮ ਕਰਵਾ ਲਿਆ, ਹੈ ਨਾ, ਉਹਨੂੰ ਪਤਾ ਹੁੰਦਾ ਮੇਰੇ ਨਾਲ ਗਲਤ ਹੋ ਰਿਹਾ, ਉਹ ਜ਼ਿੰਦਗੀ 'ਚ ਕਦੇ ਨਾ ਕਦੇ ਤਾਂ ਉਹਦਾ ਜਵਾਬ ਦੇ ਦੇਗਾ, ਹੈ ਨਾ। ਲੇਕਿਨ ਇੱਕ ਹੁੰਦਾ ਮਿੱਠਾ ਸ਼ੋਸ਼ਣ, ਉਹ ਬਹੁਤ ਡੇਂਜਰਸ ਹੈ ਕਿ ਤੂੰ ਬੜੀ ਚੰਗੀ ਹੈ, ਤੂੰ ਹੀ ਸਭ ਕੁਝ ਕਰ ਸਕਦੀ ਹੈ। ਉਹ ਚਾਹੇ ਉਹਦੇ ਤੋਂ ਬੱਚੇ ਤੋਂ ਉਹਦੀ ਫੈਮਿਲੀ ਵੀ ਛੁਡਵਾ ਦਿੰਦੇ, ਉਹਦੇ ਭੈਣ ਭਰਾ ਵੀ ਛੁਡਵਾ ਦਿੰਦੇ ਆ, ਔਰ ਸਿਰਫ ਆਪਣੇ ਲਈ ਜੀਣਾ ਕਿ ਸਭ ਕੁਝ ਸਾਡਾ ਹੀ ਕਰੋ, ਸਾਡਾ ਹੀ ਕਰੋ। ਤੁਸੀਂ ਇਹ ਦੇਖੋ ਕਿ ਉਹ ਬੱਚਾ ਕਿਸ ਮੈਂਟਲ ਲੈਵਲ 'ਤੇ ਹੋਏਗਾ। ਮੈਂ ਸੱਚੀ ਇਹ ਗੱਲ ਕਰਨਾ ਵੀ ਚਾਹੁੰਦੀ ਸੀ ਕਿ ਜਿੱਦਾਂ ਤੁਸੀਂ ਆਪਣੇ ਭੈਣ ਭਰਾ ਬਗੈਰ ਖੁਸ਼ ਨਹੀਂ ਰਹਿ ਸਕਦੇ, ਇਸ ਤਰ੍ਹਾਂ ਉਹ ਜਿੰਨਾ ਮਰਜ਼ੀ। ਮੈਨੂੰ ਨਾ ਇੱਕ ਪੇਸ਼ੈਂਟ ਨੇ ਇਹ ਵੀ ਕਿਹਾ ਮੈਮ ਕਿ ਮੈਡਮ ਮੈਨੂੰ ਨਾ ਕਿ ਮੈਂ ਉਹਨੂੰ ਦੱਸਿਆ, ਮੈਂ ਕਿਹਾ ਦੇਖੋ ਉਹ ਸਾਰੇ ਇੰਜੋਏ ਕਰਦੇ ਆ, ਤੂੰ ਸਾਰਾ ਦਿਨ ਘਰ ਦਾ ਕੰਮ ਕਰਦੀ ਆ, ਯੂ ਡੋਂਟ ਫੀਲ ਲਾਈਕ। ਕਹਿੰਦੀ ਮੇਰਾ ਸਬਰ ਦੱਸੇਗਾ। ਮੈਡਮ ਮੈਂ ਉਹਨੂੰ ਇੱਕ ਗੱਲ ਕਹੀ, ਮੈਂ ਕਿਹਾ ਦੇਖ ਸੱਪ ਤੇ ਸਬਰ ਦਾ ਕੋਈ ਰਿਸ਼ਤਾ ਨਹੀਂ ਹੁੰਦਾ। ਜੇ ਤੁਸੀਂ ਇੱਕ ਸੱਪ ਤੋਂ ਉਮੀਦ ਕਰਦੇ ਹੋ ਨਾ ਕਿ ਮੈਂ ਸਾਰੀ ਜ਼ਿੰਦਗੀ ਤੇਰੇ ਅੱਗੇ ਬੜੇ ਸਬਰ ਨਾਲ ਬੈਠਿਆ ਤੇ ਐਂਡ 'ਚ ਉਹ ਨਹੀਂ ਕੁਝ ਕਹੇਗਾ, ਤਾਂ ਯੂ ਆਰ ਰੋਂਗ, ਹੈ ਨਾ। ਤਾਂ ਤੁਸੀਂ ਥੋੜਾ ਜਿਹਾ ਤੁਸੀਂ ਵੀ ਬੱਚੇ ਆਪਣੀ ਗੱਲ ਕਹਿਣੀ ਸ਼ੁਰੂ ਕਰੋ, ਫੈਮਿਲੀ 'ਚ ਆਪਣਾ ਪੁਆਇੰਟ ਤਾਂ ਰੱਖੋ। ਤੁਹਾਨੂੰ ਇੰਨਾ ਡਰ ਹੈ ਕਿ ਮੇਰੇ ਕਰਕੇ ਕੋਈ ਪ੍ਰੋਬਲਮ ਨਾ ਆ ਜਾਏ। ਇਸੇ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਵੀ ਕਹਿੰਦੀ ਹਾਂ ਕਿ ਜੇ ਇਹ ਤੁਹਾਡੀ ਲੈਕਿੰਗ ਹੈ ਕਿ ਤੁਹਾਡਾ ਬੱਚਾ, ਮਤਲਬ ਮੈਨੂੰ ਇਹ ਕਹਿਣਾ ਪਿਆ ਕਿ ਐਮ ਅ ਗਾਇਨੋਕੋਲੋਜਿਸਟ ਬੇਟੇ, ਮੈਂ ਸਾਈਕੋਲੋਜੀ 'ਚ ਨਹੀਂ ਹਾਂ, ਕਿ ਦੇ ਆਰ ਸੋ ਡਿਸਟਰਬ। ਇੱਕ ਨਹੀਂ ਮੈਮ, ਬਹੁਤ ਬੱਚੇ ਆ ਜਿਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੂੰ ਇਹੀ ਪ੍ਰੈਸ਼ਰ ਹੈ ਕਿ ਮੈਨੂੰ ਉਸ ਟਾਈਮ 'ਤੇ ਮੇਰੀ ਧਿਆਨ ਨਹੀਂ ਰੱਖਿਆ ਗਿਆ ਸੀ ਮੈਡਮ, ਕਿ ਮੈਡਮ ਮੈਂ ਅੱਜ ਵੀ ਉਹ ਨਹੀਂ ਭੁੱਲੀ ਕਿ ਮੈਂ ਰਾਤ ਨੂੰ ਇਕੱਲੇ ਬੱਚਾ ਨਹੀਂ ਭੁੱਲਦਾ ਬੰਦਾ। ਬਿਲਕੁਲ ਇਹ ਚੀਜ਼ ਹੈਗੀ ਹੈ ਕਿ ਤੁਸੀਂ ਕਿਸੇ ਨੂੰ ਕਹਿੰਦੇ ਹੋ ਨਾ ਕਿ ਤੂੰ ਬਹੁਤ ਬਦਲ ਗਿਆ, ਫਿਰ ਤੁਸੀਂ ਜੇ ਕਦੀ ਉਹਨੂੰ ਕਾਰਨ ਪੁੱਛੋਗੇ ਨਾ ਤੂੰ ਕਿਵੇਂ ਬਦਲ ਗਿਆ, ਉਹ ਜੋ ਚੀਜ਼ਾਂ ਤੁਹਾਨੂੰ ਦੱਸੇਗਾ ਨਾ ਕਿ ਸ਼ਾਇਦ ਤੁਸੀਂ ਐਕਸਪੀਰੀਅੰਸ ਨਹੀਂ ਕਰ ਸਕਦੇ ਕਿ ਇੱਕ ਨਾਰਮਲ ਬੰਦੇ ਪਿੱਛੇ ਸਾਰੀਆਂ ਚੀਜ਼ਾਂ ਹੋ ਸਕਦੀਆਂ ਹਨ। ਮਤਲਬ ਜੇ ਮੈਂ ਇਹੀ ਗੱਲ ਕਹਿ ਰਹੀ ਹਾਂ ਕਿ ਉਹ ਮੇਰੇ ਨਾਲ ਗੱਲ ਕਰਨਾ ਚਾਹ ਰਿਹਾ ਜਿਹਨੇ ਮੈਨੂੰ ਦੇਖਿਆ ਵੀ ਨਹੀਂ, ਜਿਹਨੇ ਸਿਰਫ ਇੱਕ ਮੇਰੀ ਇੰਟਰਵਿਊ ਸੁਣੀ ਹੈ ਔਰ ਉਹ ਬੱਚਾ ਮੇਰੇ ਨਾਲ ਆਪਣੀ ਗੱਲ ਸ਼ੇਅਰ ਕਰਨਾ ਚਾਹ ਰਿਹਾ, ਤਾਂ ਸਮਥਿੰਗ ਇਜ਼ ਲੈਕਿੰਗ ਐਟ ਯੂਰ ਹੋਮ, ਹੈ ਨਾ। ਹਰ ਬੱਚੇ ਦੀ ਗੱਲ ਸੁਣੋ, ਜੇ ਉਹ ਤੁਹਾਡੇ ਲਈ ਇੰਨਾ ਕੁਝ ਕਰ ਰਿਹਾ ਤੇ ਉਹਦੇ ਇਮੋਸ਼ਨਸ ਵੀ ਸਮਝੋ, ਹੈ ਨਾ, ਤਦ ਹੀ ਉਹ ਗ੍ਰੇਸਫੁਲੀ। ਔਰ ਮੈਂ ਤਾਂ ਪਿਛਲੀ ਇੰਟਰਵਿਊ 'ਚ ਵੀ ਇਹ ਕਿਹਾ ਸੀ ਕਿ ਜਦੋਂ ਇੱਕ ਘਰ 'ਚ ਇਨਕਮ ਅੱਛੀ ਆਉਂਦੀ ਆ ਤਾਂ ਫੈਮਿਲੀ ਖੁਸ਼ ਹੁੰਦੀ ਆ, ਜਦੋਂ ਲੇਡੀ ਖੁਸ਼ ਹੁੰਦੀ ਆ ਤਾਂ ਪੂਰੀ ਫੈਮਿਲੀ ਖੁਸ਼ ਹੁੰਦੀ ਆ। ਤੁਸੀਂ ਜ਼ਬਰਦਸਤੀ ਜਿੰਨਾ ਮਰਜ਼ੀ ਕਰਾ ਲਓ, ਜੇ ਉਹ ਮਨ ਤੋਂ ਨਹੀਂ ਕਰ ਰਹੀ ਤਾਂ ਉਹਦਾ ਕੋਈ ਫਾਇਦਾ ਨਹੀਂ। ਬਿਲਕੁਲ। ਤੇ ਇੱਕ ਹਸਬੈਂਡ ਨੂੰ ਕਿੱਦਾਂ ਦੀ ਇਮੋਸ਼ਨਲ ਸਪੋਰਟ ਦੇਣੀ ਚਾਹੀਦੀ ਹੈ? ਕਿਉਂਕਿ ਆਪਾਂ ਕਹਿੰਦੇ ਹੁੰਦੇ ਕਿ ਜਿਸ ਘਰ 'ਚ ਤੁਸੀਂ ਹੁੰਦੇ ਹੋ, ਖਾਸ ਕਰਕੇ ਤੁਹਾਡੇ ਸਹੁਰੇ ਪਰਿਵਾਰ 'ਚ ਨਾ, ਤੁਸੀਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿਸੇ ਨੂੰ ਨਹੀਂ ਕਹਿ ਸਕਦੇ, ਪਰ ਮੈਨੂੰ ਲੱਗਦਾ ਹੁੰਦਾ ਕਿ ਸਭ ਤੋਂ ਪੱਕੀ ਸਹੇਲੀ ਤਾਂ ਤੁਹਾਡੀ ਸੱਸ ਹੋਣੀ ਚਾਹੀਦੀ ਆ। ਪਰ ਇਹ ਰਿਸ਼ਤੇ ਇੰਨੇ ਸੁਖਾਵੇਂ ਨਹੀਂ ਹੈਗੇ ਸਾਡੇ ਕਿ ਅਸੀਂ ਇੱਕ ਸੱਸ ਨੂੰਹ ਦੇ ਰਿਸ਼ਤੇ ਨੂੰ ਵੀ ਚੰਗਾ ਰਿਸ਼ਤਾ ਬਣਾ ਸਕੀਏ, ਹੈ ਨਾ।
ਤੇ ਉਸ ਤੋਂ ਬਾਅਦ ਤੁਹਾਡਾ ਇੱਕ ਰਿਸ਼ਤਾ ਹੁੰਦਾ ਕਿ ਤੁਹਾਨੂੰ ਲੱਗਦਾ ਹੁੰਦਾ ਕਿ ਇਸ ਪਰਿਵਾਰ ਦੇ ਵਿੱਚ ਮੈਂ ਸਿਰਫ ਆਪਣੇ ਘਰ ਵਾਲੇ ਦੇ ਸਿਰ ਤੇ ਹਾਂ ਨਾ। ਤੇ ਉਸ ਟਾਈਮ 'ਚ ਜਿਵੇਂ ਤੁਸੀਂ ਕਿਹਾ ਉਹਨੂੰ ਵੀ 40 ਦਿਨ ਤੁਹਾਡੇ ਕਮਰੇ ਤੱਕ 'ਚ ਨਹੀਂ ਵੜਨ ਦਿੱਤਾ ਜਾਂਦਾ ਹੈ ਨਾ, ਵੀ ਕਿਸੇ ਕੁੜੀ ਨੂੰ ਇਦਾਂ ਦਾ ਡਿਪਰੈਸ਼ਨ ਦਾ ਟਾਈਮ ਨਾ ਫੇਸ ਕਰਨਾ ਪਵੇ, ਉਹ ਆਪਣੀ ਬਾਡੀ ਨੂੰ ਗ੍ਰੇਸਫੁਲੀ ਐਕਸੈਪਟ ਕਰੇ, ਉਹ ਆਪਣੀ ਮੈਂਟੈਲਿਟੀ ਨੂੰ ਪੋਜ਼ਿਟਿਵ ਰੱਖੇ। ਤਾਂ ਇੱਕ ਹਸਬੈਂਡ ਦਾ ਰੋਲ ਕਿਵੇਂ ਦਾ ਹੋਣਾ ਚਾਹੀਦਾ ਉਹਦੇ ਲਈ? ਸਭ ਤੋਂ ਵੱਡਾ ਰੋਲ ਹੀ ਹਸਬੈਂਡ ਦਾ ਹੁੰਦਾ, ਕਿਉਂਕਿ ਦੇਖੋ ਪ੍ਰੈਗਨੈਂਸੀ ਇੱਕ ਬੰਦੇ ਦਾ ਤਾਂ ਕੰਮ ਹੈ ਨਹੀਂ ਨਾ, ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਹੀ ਬੇਬੀ ਆਇਆ। ਤਾਂ ਜਿਹੜੇ ਮੈਂ ਤਾਂ 40 ਡੇਜ਼ ਵੀ ਨਹੀਂ ਕਹਿੰਦੀ, ਮੈਂ ਤਾਂ ਕਹਿ ਰਹੀ ਹਾਂ ਕਿ ਲਾਈਫ ਲੌਂਗ ਤੁਹਾਡੇ ਬੱਚੇ ਲਈ ਡਿਸੀਜਨ ਜਿਹੜੇ ਆ ਦੋਨਾਂ ਦੇ ਹੋਣੇ ਚਾਹੀਦੇ ਹੈ ਨਾ। ਇਹਦੇ ਵਿੱਚ ਤੁਹਾਡਾ ਮਿਊਚੁਅਲ ਅੰਡਰਸਟੈਂਡਿੰਗ ਹੋਣਾ ਚਾਹੀਦਾ ਕਿ ਜੇ ਮੈਂ ਸੱਚੀ ਕਹਿ ਰਹੀ ਹਾਂ, ਤੁਸੀਂ ਚਾਹੇ ਮੰਨੋ ਜਾਂ ਨਾ ਮੰਨੋ, ਮੈਂ ਐਸੀ ਫੈਮਿਲੀ ਵੀ ਦੇਖੀ ਹੈ ਜਿਹਦੇ 'ਚ ਵਾਈਫ ਦੀ ਇੰਪੋਰਟੈਂਟ ਜੌਬ ਸੀ, ਹਸਬੈਂਡ ਨੇ ਕੁਇਟ ਕੀਤਾ ਕਿ ਮੈਂ ਮਤਲਬ ਕਿ ਇਹਦੀ ਜੌਬ ਜ਼ਿਆਦਾ ਇੰਪੋਰਟੈਂਟ ਹੈ। ਮੈਂ ਨਾਮ ਨਹੀਂ ਲੈ ਰਹੀ, ਪਰ ਮੈਂ ਇਹ ਰਿਐਲਿਟੀ ਹੈ ਕਿ ਉਸ ਬੰਦੇ ਨੇ ਕਿਹਾ ਕਿ ਠੀਕ ਹੈ ਜੀ, ਜਿੱਦਾਂ ਰਾਤ ਨੂੰ ਇਹ ਪੂਰਾ ਲੁੱਕ ਆਫਟਰ ਕਰੇ ਕਿ ਦਿਨ 'ਚ ਅਸੀਂ ਇੰਨੇ ਛੋਟੇ ਬੱਚੇ ਨੂੰ ਮੇਡ ਕੋਲ ਛੱਡ ਕੇ ਨਹੀਂ ਜਾ ਸਕਦੇ ਹੈ ਨਾ। ਤਾਂ ਮਦਰ ਉਹਨਾਂ ਦੇ ਨਹੀਂ ਇੰਨੇ ਸੀਗੇ ਕਿ ਉਹ ਰੱਖ ਸਕਦੇ ਸੀ, ਤਾਂ ਹੀ ਸੈਕਰੀਫਾਈਡ। ਔਰ ਮੈਨੂੰ ਨਹੀਂ ਲੱਗਦਾ ਕਿ ਇਹ 'ਚ ਕੋਈ ਉਹ ਗੱਲ ਹੈ, ਦੇ ਆਰ ਵੈਰੀ ਨਿਆਣਾ ਦੋਵਾਂ ਦਾ। ਔਰ ਉਹਨਾਂ ਨੇ ਬੜਾ ਅੱਛੇ ਨਾਲ, ਔਰ ਵਿਦ ਦਾ ਏਜ ਜਦੋਂ ਬੱਚਾ ਥੋੜਾ ਜਿਹਾ ਗਰੋ ਕਰ ਗਿਆ, ਨਾਓ ਹੀ ਇਜ਼ ਆਲਸੋ ਗੋਇੰਗ, ਤਾਂ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਤੁਹਾਨੂੰ ਅੰਡਰਸਟੈਂਡ ਕਰਨਾ ਪੈਣਾ, ਔਰ ਇਹ ਚੀਜ਼ਾਂ ਜ਼ਰੂਰੀ ਵੀ ਹੈ। ਔਰ ਮੈਂ ਤੁਹਾਨੂੰ ਇਹੀ ਗੱਲ ਕਹਿ ਰਹੀ ਹਾਂ ਨਾ, ਇਹ ਸਪੋਰਟ ਸਾਰੀ ਜ਼ਿੰਦਗੀ ਉਹਨਾਂ ਦਾ ਰਿਸ਼ਤਾ ਪੱਕਾ ਕਰ ਗਈ। ਹਾਂਜੀ, ਹੈ ਨਾ। ਜੇ ਵਾਈਫ ਨੂੰ ਲੋੜ ਸੀ, ਉਹਨੇ ਮੈਟਰਨਿਟੀ ਲੀਵ ਲੈ ਲਈ, ਜਿੰਨੀ ਦੇਰ ਉਹਨੂੰ ਮਿਲ ਸਕੀ ਉਹਨੇ ਕੀਤਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸੋਚਿਆ ਕਿ ਹੁਣ ਮੈਂ ਲਊਂਗਾ, ਹੈ ਨਾ। ਤੇ ਜੇ ਗਵਰਨਮੈਂਟ ਵੀ ਇਸ ਬਾਰੇ ਸੋਚ ਰਹੀ ਹੁਣ ਤਾਂ ਪੈਟਰਨਿਟੀ ਲੀਵ ਵੀ ਮਿਲਣ ਲੱਗ ਗਈ, ਤਾਂ ਉਹ ਵੀ ਸੋਚ ਰਹੇ ਆ, ਤਾਂ ਤੁਹਾਨੂੰ ਵੀ ਇਹ ਸੋਚਣਾ ਚਾਹੀਦਾ। ਸਿਰਫ ਇੱਕ ਬੰਦੇ ਦੀ ਚਾਹ ਨਹੀਂ ਹੋਣਾ ਚਾਹੀਦਾ, 1-2 ਦਿਨ ਦਾ ਚਾਹ ਨਹੀਂ ਹੋਣਾ ਚਾਹੀਦਾ। ਔਰ ਉਹੀ ਗੱਲ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਸੈਕੰਡ ਪ੍ਰੈਗਨੈਂਸੀ ਵੇਲੇ ਜ਼ਿਆਦਾ ਕਰ ਜਾਂ ਤਾਂ ਅਵੋਇਡ ਕਰ ਦਿੰਦੇ, ਜਾਂ ਡਰ ਹੀ ਬਹੁਤ ਲੱਗਣ ਲੱਗ ਜਾਂਦਾ ਕਿ ਪਿਛਲੀ ਵਾਰ ਮੈਂ ਇਕੱਲੇ ਝੇਲਿਆ ਸੀਗਾ। ਉਸ ਚੀਜ਼ ਨੂੰ ਤੁਸੀਂ ਕਾਈਂਡਲੀ ਦੇਖੋ। ਹਾਂਜੀ, ਕਿਉਂਕਿ ਮੇਰੇ ਇੱਕ ਕਜ਼ਨ ਨੇ, ਉਹਨਾਂ ਦੇ ਜਦੋਂ ਪਹਿਲਾ ਬੇਟਾ ਹੋਇਆ ਉਹ ਬਹੁਤ ਤੰਗ ਹੋਏ। ਚਲੋ ਉਹਨਾਂ ਦੀ ਕੋਈ ਇੱਦਾਂ ਦੀ ਪ੍ਰੋਬਲਮ ਸੀਗੀ, ਤਾਂ ਜਦੋਂ ਉਹਨਾਂ ਨੇ ਦੂਜਾ ਬੱਚਾ ਸੋਚਦੇ 10 ਸਾਲ ਬਾਅਦ ਦੂਜਾ ਬੱਚਾ ਕੀਤਾ ਹੈ ਨਾ, ਤੇ ਉਹਨਾਂ ਨੂੰ ਜਦੋਂ ਸਾਰੇ ਪੁੱਛਦੇ ਸੀ, ਉਹ ਕਹਿੰਦੇ ਸੀ ਕਿ ਪਹਿਲੀ ਵਾਰ ਮੇਰੇ ਇੰਨੇ ਕੰਨਾਂ ਨੂੰ ਹੱਥ ਲੱਗ ਗਏ ਕਿ ਮੈਂ ਦੂਜੇ ਬੱਚੇ ਬਾਰੇ ਸੋਚ ਨਹੀਂ ਸਕਦੀ, ਹੈ ਨਾ। ਤੇ ਉਹ ਹੌਲੀ ਹੌਲੀ ਉਹਨਾਂ ਦਾ ਮਨ ਚੇਂਜ ਹੋਇਆ ਵੀ ਨਹੀਂ, ਇੱਕ ਬੱਚਾ ਬੜਾ ਔਖਾ ਹੈ, ਤੇ ਮਤਲਬ ਨਿਆਣੇ ਨੂੰ ਕੰਪਨੀ ਵੀ ਚਾਹੀਦੀ, ਕੋਈ ਭੈਣ ਭਰਾ ਚਾਹੀਦਾ। ਤੇ ਆਪਾਂ ਉਸ ਚੀਜ਼ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਮਾਂ ਕਿੰਨਾ ਕੁਝ ਝੱਲ ਕੇ ਇੱਕ ਨਿਆਣਾ ਦੁਨੀਆ ਤੇ ਲੈ ਕੇ ਆਉਂਦੀ ਹੈ। ਨਹੀਂ, ਮੈਂ ਤਾਂ ਕਹਿ ਰਹੀ ਹਾਂ ਕਿ ਜੇ ਹੁਣ ਚਲੋ ਫੋਰਨ 'ਚ ਤਾਂ ਤੁਹਾਡੇ ਹੋ ਜਾਂਦਾ, ਲੇਕਿਨ ਇੰਡੀਆ 'ਚ ਜੇ ਡਿਲੀਵਰੀ ਰੂਮ 'ਚ ਵੀ ਹਸਬੈਂਡ, ਮੈਂ ਤਾਂ ਕਿੰਨੇ ਸਾਰੇ ਦੇਖਿਆ ਕਿ 1-2 ਵਾਰ ਤਾਂ ਉਹ ਫੇਂਟ ਹੋਣ ਜੈਸੇ ਹੋ ਜਾਂਦੇ ਆ, ਨਹੀਂ ਬੜਾ ਮੁਸ਼ਕਿਲ ਹੈ ਜੀ, ਬਾਹਰ ਆ ਜਾਂਦੇ ਜਾਂ ਗੁੱਸਾ ਹੀ ਕਰਨ ਲੱਗ ਜਾਂਦੇ, ਕੀ ਜਲੂਸ ਕੱਢੀ ਜਾਂਦੀ ਹੈ। ਤਾਂ ਬੇਸਿਕਲੀ ਜਿਹੜੀ ਚੀਜ਼ ਹੈ ਨਾ, ਬਹੁਤ ਜਿਹਨੂੰ ਕਹਿੰਦੇ ਆ ਕਿ ਮੁਸ਼ਕਿਲ ਦੌਰ ਹੈ। ਪੂਰਾ ਸਪੋਰਟ ਕਰੋ, ਤੁਹਾਡੀ ਫੈਮਿਲੀ ਫਲਰਿਸ਼ ਕਰੇਗੀ। ਅੱਛਾ, ਦੋਨੋਂ ਇੱਕ ਦੂਜੇ ਨੂੰ ਬਹੁਤ ਅੱਛਾ ਟਾਈਮ ਦਿਓ, ਦੋਨੋਂ ਇੱਕ ਦੂਜੇ ਦੀ ਫੈਮਿਲੀ ਨੂੰ ਦੋਨੋਂ ਰਿਸਪੈਕਟ ਕਰੋ, ਤਾਂ ਹੀ ਇਹ ਰਿਸ਼ਤਾ ਜਿਹੜਾ ਤੁਸੀਂ ਦੋਨੋਂ ਪਾਸਿਓਂ ਨਿਭੇਗਾ। ਜੇ ਇੱਕ ਪਾਸਿਓਂ ਕਰੀ ਜਾਓਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿੰਨਾ ਅੱਛਾ ਰਿਲੇਸ਼ਨ ਗਰੋ ਕਰਦਾ ਹੈ। ਇੱਕ ਲਾਸਟ ਸਵਾਲ ਹੈ ਮੇਰਾ ਕਿ ਆਪਾਂ ਮਤਲਬ ਜਦੋਂ ਪ੍ਰੈਗਨੈਂਟ ਹੁੰਦੇ ਆ 9 ਮਹੀਨੇ ਤੱਕ ਆਪਾਂ ਡਾਕਟਰ ਨੂੰ ਰੈਗੂਲਰ ਵਿਜ਼ਿਟ ਕਰਦੇ ਆ ਨਾ, ਸਾਡੇ ਅਲਟਰਾਸਾਊਂਡ ਹੁੰਦੇ ਆ, ਬਹੁਤ ਸਾਰੇ ਟੈਸਟ ਹੁੰਦੇ ਆ, ਮੈਡੀਸਨ ਜਾਂ ਵੈਕਸੀਨੇਸ਼ਨ ਹੁੰਦਾ ਹੈ, ਤੇ ਡਿਲੀਵਰੀ ਤੋਂ ਬਾਅਦ ਵੀ ਸਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ? ਬਿਲਕੁਲ ਮਿਲਣਾ ਚਾਹੀਦਾ ਮੈਮ। ਉਹਦਾ ਸਭ ਤੋਂ ਜ਼ਿਆਦਾ ਇਹ ਹੈ ਕਿ ਜਿੱਦਾਂ 40 ਡੇਜ਼ ਬੜੇ ਕ੍ਰੂਸ਼ੀਅਲ ਹੁੰਦੇ ਆ, ਤੁਹਾਨੂੰ ਰੈਗੂਲਰ ਜਿੱਦਾਂ ਸਟਿਚਸ ਲਈ ਤਾਂ ਜਾਣਾ ਹੀ ਜਾਣਾ। ਦੂਸਰਾ, ਬੱਚੇ ਨੂੰ ਬ੍ਰੈਸਟ ਫੀਡਿੰਗ ਕਿੱਦਾਂ ਕਰਵਾਉਣੀ ਹੈ, ਤੁਹਾਡੇ ਜਿੱਦਾਂ ਕਹਿ ਰਹੇ ਹਾਂ ਕਿ ਬ੍ਰੈਸਟ 'ਚ ਤਾਂ ਨਹੀਂ ਕੋਈ ਪ੍ਰੋਬਲਮ ਆ ਰਹੀ, ਉਹ ਚੀਜ਼ਾਂ ਜਿਹੜੀਆਂ ਲੰਪਸ ਕਈ ਵਾਰ ਬੱਚਿਆਂ ਦੇ ਹੋ ਜਾਂਦੇ ਆ, ਉਹਨਾਂ ਚੀਜ਼ਾਂ ਲਈ ਤੁਹਾਨੂੰ ਐਟਲੀਸਟ 40 ਡੇਜ਼ ਫੋਲੋਅਪ, 2 ਮੰਥਸ ਦਾ ਫੋਲੋਅਪ ਜ਼ਰੂਰੀ ਹੈ। ਉਸ ਤੋਂ ਬਾਅਦ 6 ਮਹੀਨੇ ਬਾਅਦ ਤਾਂ ਰੈਗੂਲਰ ਡਾਕਟਰ ਨੂੰ ਜ਼ਰੂਰ ਦਿਖਾਉਣਾ ਜ਼ਰੂਰੀ ਹੈ, ਠੀਕ ਹੈ, ਉਹ ਜ਼ਰੂਰੀ। ਤੇ ਇੱਕ ਜਿਹੜੇ ਅਸੀਂ ਆਪਣੇ ਆਪ ਹੀ ਲੈਣੇ ਸ਼ੁਰੂ ਕਰ ਦਿੰਦੇ ਹਾਂ, ਕਈ ਵਾਰੀ ਸਾਨੂੰ ਲੱਗਦਾ ਹੁੰਦਾ ਡਿਲੀਵਰੀ ਤੋਂ ਬਾਅਦ ਮੈਨੂੰ ਵੀਕਨੈਸ ਆਈ, ਤਾਂ ਅਸੀਂ ਉਹ ਪ੍ਰੋਟੀਨ ਸ਼ੇਕ ਜਾਂ ਇੱਦਾਂ ਦੇ ਬਹੁਤ ਸਾਰੇ ਜਿਹੜੇ ਡੱਬਾਬੰਦ ਚੀਜ਼ਾਂ ਆਉਂਦੀਆਂ ਨੇ, ਉਹ ਅਸੀਂ ਲੈਣੀਆਂ ਸ਼ੁਰੂ ਕਰ ਦਿੰਦੇ ਹਾਂ ਨਾ। ਆਪਾਂ ਨੂੰ ਵੀ ਘਰਾਂ 'ਚ ਕਹਿ ਦਿੰਦੇ ਆ ਵੀ ਲੈ ਲਓ, ਇਹ ਤਾਂ ਸਾਰੇ ਪੀਂਦੇ ਸੀਗੇ, ਤਾਂ ਉਹ ਸਹੀ ਹੈ ਸਾਡੇ ਲਈ? ਮੈਮ, ਪ੍ਰੋਟੀਨ ਦੇ ਲਈ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਘਰ ਦੀ ਖੁਰਾਕ ਜ਼ਿਆਦਾ ਬੈਟਰ ਹੈ। ਜਦ ਤੱਕ ਤੁਹਾਡਾ HB ਬਹੁਤ ਜ਼ਿਆਦਾ ਡਾਊਨ ਨਹੀਂ ਆਉਂਦਾ ਜਾਂ ਤੁਹਾਡਾ weight ਬਹੁਤ ਘੱਟ ਨਹੀਂ ਹੈ, ਤਦ ਤੱਕ ਇਹ ਚੀਜ਼ਾਂ ਨਾ ਲਓ। ਇਸ ਤੋਂ ਅੱਛਾ ਕੀ ਹੁੰਦਾ ਹੈ ਕਿ ਥੋੜ੍ਹਾ ਜਿਹਾ ਜਿੱਦਾਂ ਬਦਾਮ ਹੋ ਗਿਆ, ਔਰ ਪਿਸਤਾ ਹੋ ਗਿਆ, ਅਖਰੋਟ ਹੋ ਗਿਆ, ਮਿਸ਼ਰੀ ਹੋ ਗਿਆ, ਔਰ ਥੋੜੀ ਜਿਹੀ ਇਲਾਇਚੀ, ਇਹਦਾ ਪਾਊਡਰ ਬਣਾਓ, 2 ਚਮਚ ਸਵੇਰੇ ਸ਼ਾਮ ਦਿਓ, ਮੋਰ ਦੈਨ ਇਨਫ ਹੈ। ਉਹ ਜ਼ਿਆਦਾ ਬੈਟਰ ਰਹਿੰਦਾ ਘਰ ਦਾ, ਕਿਉਂਕਿ ਇੱਕ ਤਾਂ ਫਰੈਸ਼ ਹੈ, ਉਹਦੇ 'ਚ ਐਜ਼ ਸੱਚ ਸ਼ੂਗਰ ਕੰਟੈਂਟ ਹੀ ਜ਼ਿਆਦਾ ਹੁੰਦਾ ਜੀ। ਹਾਂਜੀ,
ਤੇ ਬਾਕੀ ਤਾਂ ਜਿਵੇਂ ਤੁਸੀਂ ਗੁਰਦੀਪ ਹੁਣਾਂ ਨਾਲ ਇੰਟਰਵਿਊ ਕੀਤੀ ਸੀ ਉਹ 'ਚ ਵੀ ਦੱਸਿਆ ਸੀਗਾ ਤੁਸੀਂ ਕਿ ਬੱਚੇ ਥੋੜੇ ਇੱਕ ਏਜ ਹੀ ਹੁੰਦੀ ਆ ਕਿ ਤੁਸੀਂ ਇਹ ਨਹੀਂ 30 ਸਾਲ ਦੀ ਉਮਰ 'ਚ ਵਿਆਹ ਕਰਾ ਰਹੇ ਹੋ ਤੇ 40 ਸਾਲ ਦੀ ਉਮਰ 'ਚ ਤੁਸੀਂ ਬੱਚੇ ਉਮੀਦ ਕਰ ਰਹੇ ਹੋ ਨਾ, ਕਿ ਅਰਲੀ ਏਜ 'ਚ ਹੀ ਤੁਹਾਨੂੰ ਇਹ ਚੀਜ਼ਾਂ ਪਲਾਨ ਕਰ ਲੈਣੀਆਂ ਚਾਹੀਦੀਆਂ ਨੇ। ਪਰ ਫਿਰ ਵੀ ਅੱਜ ਕੱਲ੍ਹ ਲੋਕਾਂ ਦਾ ਇਹ ਹੋ ਗਿਆ ਕਿ 30 ਤੋਂ ਬਾਅਦ ਕਰਾਂਗੇ, 35 ਤੋਂ ਬਾਅਦ ਕਰਾਂਗੇ, 40 ਸਾਲ ਤੱਕ ਵੀ ਲੋਕ ਬੱਚਾ ਕਰ ਰਹੇ ਨੇ, ਹੈ ਨਾ। ਇਸ ਚੀਜ਼ ਦਾ ਆਪਣੀ ਬਾਡੀ 'ਤੇ ਫਰਕ ਪੈਂਦਾ ਕਿ ਇਹ ਵੀ ਇੱਕ ਕਾਰਨ ਬਣਦਾ ਕਿ ਅਸੀਂ ਡਿਪਰੈਸ਼ਨ 'ਚ ਜਾਂਦੇ ਹਾਂ, ਫਿਰ ਜਦੋਂ ਬਾਡੀ ਵੀ ਓਨਾ ਜ਼ਿਆਦਾ ਸਟਰੈਂਥ ਨਹੀਂ ਹੁੰਦੀ ਤੇ ਬੱਚਾ ਅਸੀਂ ਪੈਦਾ ਕਰ ਲੈਂਦੇ ਹਾਂ। ਮੈਮ ਪ੍ਰੈਸ਼ਰ 'ਚ ਹੁੰਦਾ ਨਾ ਪੇਸ਼ੈਂਟ। ਮੈਂ ਜਿੱਦਾਂ ਹੁਣ ਤੁਹਾਨੂੰ ਕਿਹਾ ਕਿ ਮੇਰੇ ਕੋਲ ਅੱਜ ਦੀ ਡੇਟ 'ਚ ਇੱਥੇ ਰਹਿਣ ਵਾਲੇ ਬੱਚੇ ਵੀ ਤੇ ਅਬਰੋਡ ਵਾਲੇ ਵੀ, ਕੋਈ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਹੁਣ ਦੱਸਿਆ ਨਾ ਕਿ ਪੇਸ਼ੈਂਟ ਇਹ ਕਹਿ ਰਿਹਾ ਸੀਗਾ, ਮੈਂ ਸ਼ਾਇਦ ਇੰਟਰਵਿਊ ਤੋਂ ਪਹਿਲਾਂ ਆਪਣੀ ਗੱਲ ਹੋਈ ਸੀਗੀ ਤਾਂ ਇਹ ਸਾਈਡ ਕਿ ਮੈਡਮ ਉਦੋਂ ਤਾਂ ਮੇਰਾ ਮਤਲਬ 6 ਇਅਰਸ ਤੋਂ ਪਲਾਨ ਨਹੀਂ ਕਰ ਪਾ ਰਹੇ, ਹੈ ਨਾ। ਬਟ ਉਹ ਤਾਂ ਤੁਹਾਡੀਆਂ ਮੈਂ ਜਿੱਦਾਂ ਮਟੀਰੀਅਲਿਸਟਿਕ ਚੀਜ਼ਾਂ ਉਹਨਾਂ ਨੂੰ ਤੁਸੀਂ ਮਨਾ ਨਹੀਂ ਕਰ ਸਕਦੇ, ਲੇਕਿਨ ਮੈਂ ਇਹ ਗੱਲ ਕਹਿੰਦੀ ਹਾਂ ਕਿ ਤੁਸੀਂ ਇੰਨੇ ਕੁ ਫਾਈਨੈਂਸ਼ਲੀ ਜੇ ਸਾਊਂਡ ਹੋ, ਤੁਹਾਡੇ ਮੰਮੀ ਪਾਪਾ ਦੀ ਵੀ ਥੋੜੀ ਬਹੁਤੀ ਸਪੋਰਟ ਹੈ, ਤਾਂ ਟਾਈਮ ਤੇ ਪਲਾਨ ਕਰੋ। ਕਿਉਂਕਿ ਇਹ ਤਾਂ ਦੇਖੋ ਸਾਇੰਟੀਫਿਕ ਗੱਲਾਂ ਮੇਰੇ ਕਹਿਣ ਨਾਲ ਕੁਝ ਨਹੀਂ ਹੋਣਾ, ਤੁਹਾਡੇ ਸੋਚਣ ਨਾਲ ਕੁਝ ਨਹੀਂ ਹੋਣਾ ਕਿ 30 ਤੋਂ ਬਾਅਦ ਫੀਮੇਲ ਦੀ ਜਿਹੜੀ ਕਪੈਸਿਟੀ ਹੈ ਐਗ ਪ੍ਰੋਡਿਊਸ ਕਰਨ ਦੀ ਘਟਦੀ ਹੈ, 35 ਤੋਂ ਬਾਅਦ ਹੋਰ ਘਟਦੀ ਹੈ। ਅੱਜ ਕੱਲ੍ਹ ਇੰਨੀਆਂ ਟੈਨਸ਼ਨਸ ਹੈ ਕਿ 36 38 ਤੇ ਮੇਰੇ ਕੋਲ ਪ੍ਰੀਮੈਚੁਰ ਓਵੇਰੀਅਨ ਫੇਲਿਅਰ ਵਾਲੇ ਪੇਸ਼ੈਂਟ ਆ ਰਹੇ ਜਿਹਨੂੰ ਤੁਸੀਂ ਨਾ ਕਹਿ ਸਕਦੇ ਪੀਰੀਅਡਸ ਬੰਦ ਹੋ ਰਹੇ ਹੈ। ਤਾਂ ਜੇ ਤੁਸੀਂ ਉਸ ਚੀਜ਼ ਦੇ ਪ੍ਰੈਸ਼ਰ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਈਂਡਲੀ ਆਪਣੇ ਟਾਈਮ 'ਤੇ ਬੱਚੇ ਪਲਾਨ ਕਰੋ, ਔਰ ਜਿਹੜਾ ਉਹਨਾਂ ਦਾ ਡਿਸਟੈਂਸ ਹੈ, ਉਹ ਜਿਹੜਾ ਦੋਨਾਂ ਦਾ ਡਿਫਰੈਂਸ ਹੈ ਮੇਨ ਜਿਹੜਾ ਬੱਚਿਆਂ ਦਾ, ਉਹ 4 to 5 years ਪਲਾਨ ਕਰੋ। ਕਿਉਂਕਿ ਜੇ ਕਿਸੇ ਦਾ ਸਿਜ਼ੇਰੀਅਨ ਹੁੰਦਾ ਤਾਂ ਮੈਮ ਉਹ 1.5-2 ਸਾਲ ਬਾਅਦ ਤਾਂ ਬੱਚਾ ਨਹੀਂ ਪਲਾਨ ਕਰ ਪਾਏਗਾ। ਬਿਲਕੁਲ, ਔਰ ਬਾਡੀ ਹੀ ਨਾਰਮਲ ਨਹੀਂ ਹੁੰਦੀ। ਉਹ ਅੱਜ ਦੀ ਡੇਟ 'ਚ ਤੁਸੀਂ ਚਾਹੇ ਮੰਨੋ ਜਾਂ ਨਾ ਮੰਨੋ, ਮੇਰੇ ਕੋਲ ਜਿੰਨੇ OPD 'ਚ ਪੇਸ਼ੈਂਟ ਹੁਣ ਆ ਰਹੇ ਹੈ ਦੇ ਆਲ ਆਰ 30+, 32+ हैं। और फिर वही चीज़ है कि किते ना किते कोई कंजैनिटल या डाउन सिंड्रोम या कुछ पॉजिटिव आता, फिर वो प्रैशर च आते हैं, फिर वो डॉक्टर को कहते हैं कि अजकल ये चीज़ां भी है। ये तो बुक्स च लिखा, असीं तो कुछ नहीं कह रहे जी, ये तो बुक्स च लिखा है कि एल्डरली ग्रैविडा नूं कंजैनिटल एबनॉर्मैलिटीज़ के चांसिस ज़्यादा। हाँ, मैं तुहानूं ये जिद्दां हुण असीं नॉर्मल कहने कि प्रेगनेंसी 20 साल वाले नूं भी हो सकती है, 40 नूं, ये नैचुरल है। ये तो बिल्कुल नेचर का ये बहुत बड़ा हथ है। असीं बिल्कुल नहीं कहते कि नहीं हो सकता, लेकिन बैटर ये है कि तुसी टाइम ते प्लान करो ताकि तुहाडे जिहड़े जिद्दां तुसी पेशेंट बाद दे विच वड्डियां कॉम्प्लिकेशन च ना पहुंचे, ज़्यादा उहदे च ना। जिन्ने पेशेंट जिन्नी हुण तादाद है, अज तो 10 साल पहलां इन्नी थायराइड दी नहीं सी। ਤੁਸੀਂ ਆਪ ਦੇਖ ਲਓ ਹੁਣ ਹਰ ਤੀਸਰਾ ਪੇਸ਼ੈਂਟ ਥਾਇਰਾਇਡ ਪੇਸ਼ੈਂਟ ਹੈ, ਹਰ ਤੀਸਰਾ ਪੇਸ਼ੈਂਟ ਡਿਪਰੈਸਿਵ ਪੇਸ਼ੈਂਟ ਹੈ, ਹਰ ਤੀਸਰੇ ਪੇਸ਼ੈਂਟ ਨੂੰ ਹਾਈਪਰਟੈਂਸ਼ਨ ਹੈ। ਵਿਦ ਦਾ ਇਹ ਕੰਪਲਿਕੇਸ਼ਨ ਵੀ ਤਾਂ ਮੈਮ ਵੱਧਦੀਆਂ ਹੈ ਨਾ। ਹਾਂ, ਤਾਂ ਤੁਸੀਂ ਜੇ ਟਾਈਮ ਤੇ ਪਲਾਨ ਕਰ ਲਓਗੇ, ਇੱਕ ਤੁਹਾਡੀ ਏਜ ਸਪੋਰਟ ਕਰੇਗੀ, ਔਰ ਦੂਸਰਾ ਜਿੱਦਾਂ ਹੁਣ ਮੈਂ ਪਿੱਛੇ ਕੋਈ ਪੇਰੈਂਟ ਆਏ ਸੀ, ਮੈਂ ਉਹਨਾਂ ਨੂੰ ਸਮਝਾਇਆ ਸੀ, ਮੈਂ ਕਿਹਾ ਸਰ ਮੈਂ ਇਹ ਗੱਲ ਕਰਨੀ ਹੈ ਕਿ ਜੇ ਤੁਹਾਡੇ ਪੇਰੈਂਟਸ ਵੀ 50s 'ਚ ਹੋਣਗੇ ਤਾਂ ਫਿਰ ਉਹ ਵੀ ਤੁਹਾਨੂੰ ਨਾਲ ਸਪੋਰਟ ਕਰ ਦੇਣਗੇ। ਜੇ ਤੁਸੀਂ ਐਲਡਰਲੀ ਏਜ 'ਚ ਜਾ ਕੇ ਪਲਾਨ ਕਰਦੇ ਹੋ 40 ਦੇ ਪੇਰੈਂਟਸ ਹੋ ਗਏ ਨੇ, ਉਹਨੇ ਦੇ ਉਹ ਵਿਚਾਰੇ ਹੋਣਗੇ, ਉਹ ਤਾਂ ਨਹੀਂ ਕਰ ਪਾਣਗੇ ਤੁਹਾਡੀ ਸਪੋਰਟ। ਤਾਂ ਸਾਰੇ ਪਾਸੇ ਮੈਨੂੰ ਲੱਗਦਾ ਇੱਕ ਐਪਰੋਪਰੀਏਟ ਏਜ ਤੇ ਮੇਰੇ ਹਿਸਾਬ ਨਾਲ ਅਰਲੀ 30s ਜਾਂ ਲੇਟ 20s ਦੇ ਵਿੱਚ ਆਪਣੇ ਬੇਬੀ ਪਲਾਨ ਕਰ ਲਓ ਤਾਂ ਬੈਟਰ ਹੈ। ਹਾਂਜੀ, ਸ਼ੁਕਰੀਆ ਮੈਮ। ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਚੀਜ਼ਾਂ ਦੱਸੀਏ, ਹੈ ਨਾ, ਕਿਉਂਕਿ ਬਹੁਤ ਸੱਚੀ ਬਹੁਤ ਲੋਕਾਂ ਨੂੰ ਇਹ ਸੁਣਨ ਲਈ ਜ਼ਰੂਰੀ ਹੁੰਦੀਆਂ ਨੇ। ਕਈ ਵਾਰੀ ਹੁੰਦਾ ਕਿ ਮੈਂ ਆਪਣੀ ਗੱਲ ਸ਼ਾਇਦ ਆਪਣੇ ਘਰ 'ਚ ਉਸ ਤਰੀਕੇ ਨਾਲ ਨਹੀਂ ਕਹਿ ਸਕਦੀ ਜਿਹੜੇ ਤਰੀਕੇ ਨਾਲ ਤੁਹਾਡੇ ਮੂੰਹੋਂ ਸੁਣ ਕੇ ਉਹਨਾਂ ਨੂੰ ਸਮਝ ਆ ਜਾਏਗੀ, ਹੈ ਨਾ। ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋਵੇ। ਔਰ ਮੈਂ ਬੀ ਸੋਸ਼ਲ ਤੋਂ ਸਪੈਸ਼ਲੀ ਗਰਲਸ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਬੇਟਾ ਕਿ ਆਪਣੀ ਲਾਈਫ 'ਚ ਇਮੋਸ਼ਨਲ ਬਣੋ, ਪਰ ਇੰਨਾ ਇਮੋਸ਼ਨਲ ਨਾ ਬਣੋ ਕਿ ਤੁਸੀਂ ਹਰ ਜਗ੍ਹਾ ਸਪੋਰਟ ਲੱਭ ਰਹੇ ਹੋ, ਹੈ ਨਾ। ਬੀ ਸਟਰੋਂਗ ਇਨਫ, ਹੈ ਨਾ। ਤੁਸੀਂ ਦੇਖੋ ਜਿਹੜਾ ਜਨਨੀ ਵਰਡ ਕਿਉਂ ਯੂਜ਼ ਕੀਤਾ ਕਿ ਜਿਹੜਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਰਾਜੇ ਨੂੰ ਵੀ ਜਨਮ ਦਿੱਤਾ ਹੈ, ਇੱਕ ਉਹਨੂੰ ਵੀ ਜਨਮ ਦਿੱਤਾ ਹੈ, ਉਸ ਤੋਂ ਉੱਪਰ ਕੌਣ ਹੋ ਸਕਦਾ। ਤਾਂ ਤੁਹਾਡੀ ਪਾਵਰ 'ਤੇ ਕਿਉਂ ਤੁਸੀਂ ਉਹ ਕਰ ਰਹੇ ਹੋ। ਯੂ ਆਰ ਵੈਰੀ ਕੀ ਕਹਿੰਦੇ ਆ ਕਿ ਮੈਂਟਲੀ ਔਰ ਫਿਜ਼ੀਕਲੀ ਸਟਰੋਂਗ ਹੋ। ਮੈਨੂੰ ਲੱਗ ਰਿਹਾ ਜਿੰਨੀ ਮੈਂ ਹੁਣ ਇਸ ਟਾਈਮ ਕਾਉਂਸਲਿੰਗ ਕੀਤੀ ਹੈ ਨਾ, ਸ਼ਾਇਦ ਮੈਂ ਬਹੁਤ ਘੱਟ ਪੇਸ਼ੈਂਟ ਨੂੰ ਕੀਤੀ ਹੈ। ਕਾਈਂਡਲੀ ਡੋਂਟ ਗੈਟ ਡਿਪਰੈਸਡ, ਔਰ ਕਿਸੇ ਦੀ ਗੱਲ 'ਚ ਆ ਕੇ डिप्रैसिव ना करो। जो पास्ट है उन्होंने भुलो, अपनी अच्छी लाइफ ਉਹਦੇ ਨਾਲ सिर्फ फैमिली डिस्टर्ब होंदी है ना ज़्यादा सोचण नाल। ਤਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਕੇ ख़त्म ਕਰੂੰਗੀ ਮੈਮ। ਜਿੱਦਾਂ ਤੁਸੀਂ ਕਿਹਾ ਮੇਰੇ ਕੋਲ ਇੱਕ ਬੱਚੀ ਆਈ ਸੀ ਪਿੱਛੇ ਜੇ, ਮੈਂ ਤਾਂ ਜੇ ਮੈਨੂੰ ਨਾਮ ਜੇ ਯਾਦ ਆ ਗਿਆ ਤਾਂ ਮੈਂ ਬੋਲੂੰਗੀ ਜ਼ਰੂਰ। ਬੜੀ ਅੱਛੀ ਬੱਚੀ, ਉਹਨੇ ਮੈਨੂੰ ਬੜੀ ਅੱਛੀ ਐਗਜ਼ਾਮਪਲ ਦਿੱਤੀ ਮੈਮ ਆ ਕੇ। ਉਹ ਕਹਿੰਦੀ ਕਿ ਮੈਮ ਮੇਰੇ ਘਰ 'ਚ ਥੋੜੀ ਜਿਹੀ ਟੈਨਸ਼ਨ ਸੀ
ਔਰ ਮੈਂ ਇੱਕ ਸਿੰਪਲ ਬੱਚਾ ਸੀ ਜਿਹਨੂੰ ਜਿੱਦਾਂ ਕਹਿੰਦੇ ਕਿ ਲਾਗ ਲਪੇਟ ਨਹੀਂ ਆਂਦਾ, ਉਹਦੇ ਨਾਲ ਜਿਹੜਾ ਦੂਸਰੀ ਜਿੱਦਾਂ ਪਤਾ ਨਹੀਂ ਦਰਾਣੀ ਆ ਕਿ ਜਠਾਣੀ, ਉਹ ਥੋੜੇ ਜਿਹੇ ਡਿਫਰੈਂਟ ਸੀਗੇ। ਤਾਂ ਉਹਨਾਂ ਨੇ ਕਹਿੰਦੀ ਕਿ ਮੈਂ ਨਾ ਉਹ ਚੀਜ਼ 'ਚ ਇੰਡਲਜ ਨਹੀਂ ਹੋਣਾ ਚਾਹੁੰਦੀ ਸੀ ਦੀਦੀ। ਮੈਂ ਉਹਦਾ ਐਗਜ਼ਾਮਪਲ ਦੇ ਰਹੀ ਹਾਂ ਤੁਹਾਨੂੰ ਕਿ ਉਹ ਬੱਚੀ ਕਹਿੰਦੀ ਮੈਂ ਨਾ ਇਸ ਚੀਜ਼ 'ਚ ਨਹੀਂ ਇੰਡਲਜ ਹੋਣਾ ਚਾਹੁੰਦੀ ਸੀ ਕਿ ਇਹ ਚੰਗੀ ਹੈ, ਇਹ ਮਾੜੀ ਹੈ, ਇਹ ਅੱਛਾ, ਇਹ ਬੁਰਾ। ਕਹਿੰਦੀ ਮੈਨੂੰ ਆਂਦਾ ਸੀਗਾ ਪੇਂਟਿੰਗ, ਤਾਂ ਕਹਿੰਦੀ ਮੈਂ ਦੁਪੱਟੇ ਪੇਂਟ ਕਰਨੇ ਸ਼ੁਰੂ ਕੀਤੇ। ਦੁਪੱਟੇ ਤੋਂ ਬਾਅਦ ਉਹਨੇ ਮੈਮ ਸੂਟ ਪੇਂਟ ਕਰਨੇ ਸ਼ੁਰੂ ਕੀਤੇ। ਉਹਨੇ ਮੈਨੂੰ ਵੀ ਗਿਫਟ ਕੀਤਾ ਇੱਕ ਬੜਾ ਸੁੰਦਰ ਜਿਹਾ ਉਹ ਨਾ ਰਬਰ ਬੈਂਡ ਬਣਾਉਣੇ ਸ਼ੁਰੂ ਕੀਤੇ। ਉਹ ਦੋਨੋਂ ਸਿਸਟਰਸ ਨੇ ਆਨਲਾਈਨ ਕੰਮ ਤੋੜ ਲਿਆ ਜੀ। ਅੱਛਾ ਜੀ। ਆਪ ਬਤਾਓ ਕਿਆ ਡਿਪਰੈਸ਼ਨ ਔਰ ਕੀ ਹੋਏਗਾ ਉਹਨੂੰ, ਹੈ ਨਾ। ਸਾਰੀ ਜ਼ਿੰਦਗੀ ਆਪਣੇ ਪੈਰਾਂ ਤੇ ਵੀ ਖੜੀ ਹੋ ਗਈ। ਔਰ ਸਭ ਤੋਂ ਵੱਡੀ ਗੱਲ ਹੈ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਹੀ ਨਹੀਂ ਹੈ, ਕਿਉਂਕਿ ਜਦੋਂ ਬੱਚਾ ਆਪਣੇ ਇਹਨਾਂ ਚੀਜ਼ਾਂ, ਕਹਿੰਦੀ ਮੈਂ ਸਵੇਰ ਤੋਂ ਲੱਗ ਜਾਂਦੀ ਹਾਂ, ਸਵੇਰੇ ਆਪਣੇ ਕੰਮ ਨਿਪਟਾ ਕੇ। ਉਸ ਅਪਨੀਤ ਉਹਨਾਂ ਦੀ ਸਿਸਟਰ ਦਾ ਨਾਮ ਹੈ, ਉਹਨਾਂ ਦਾ ਨਾਮ ਨਵਨੀਤ ਹੈ ਸ਼ਾਇਦ, ਹੈ ਨਾ। ਤਾਂ ਬਹੁਤ ਅੱਛਾ, ਮੈਨੂੰ ਇੰਨਾ ਅੱਛਾ ਲੱਗਿਆ, ਮੈਂ ਉਹਨਾਂ ਨਾਲ ਪਿਕ ਵੀ ਲਈ, ਹੈ ਨਾ। ਔਰ ਉਹਨੇ ਮੈਨੂੰ ਇਹ ਗੱਲ ਕਹੀ, ਕਹਿੰਦੀ ਮੈਮ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ ਕਿ ਇਹਨੇ ਕਿਚਨ ਦਾ ਡੱਬਾ ਇੱਥੇ ਰੱਖਿਆ, ਮੈਂ ਵੀ ਇੱਥੇ ਰੱਖਣਾ। ਤਾਂ ਵਾਈ ਟੂ ਵੇਸਟ ਯੂਰ એનર્ਜੀ। ਬਿਲਕੁਲ ਸਹੀ। ਤੁਹਾਨੂੰ ਇੰਨੀ ਪਰਮਾਤਮਾ ਨੇ ਇੰਨੀ ਸੋਹਣੀ એનર્ਜੀ ਦਿੱਤੀ ਹੈ, ਤਾਂ ਕਿਉਂ ਜਿਹਨੇ ਜਿੱਥੇ ਰੱਖਣਾ ਰੱਖੋ ਬਈ। ਮੈਂ ਆਪਣਾ ਕੰਮ, ਮੇਰੀ ਬਿਊਟੀ ਇਹਦੇ 'ਚ ਆ ਕਿ ਮੈਂ ਗ੍ਰੇਸਫੁਲੀ ਹੋਰ ਕੀ ਕਰ ਸਕਦੀ, ਹੈ ਨਾ। ਔਰ ਉਹ ਮੈਨੂੰ ਹੈਟਸ ਆਫ ਟੂ ਦੈਟ ਗਰਲ। ਔਰ ਉਹ ਮੈਨੂੰ ਉਹਨਾਂ ਨੇ ਦਿਖਾਇਆ ਵੀ, ਔਰ ਉਹ ਆਪਣੇ ਪੈਰਾਂ ਤੇ ਵੀ ਖੜੀ ਹੋ ਗਈ। ਸਭ ਤੋਂ ਵੱਡੀ ਗੱਲ ਹੈ ਹਸਬੈਂਡ ਦੀ ਨਜ਼ਰਾਂ 'ਚ ਵੀ ਉੱਪਰ ਗਏ, ਹੈ ਨਾ, ਬੱਚਿਆਂ 'ਚ ਵੀ ਕਿ ਮੇਰੀ ਮੰਮਾ ਅਲੱਗ ਹੈ। ਔਰ ਇਸ ਤਰ੍ਹਾਂ ਹੀ ਇੱਕ ਆਏ ਸੀ ਮੋਗਾ ਤੋਂ ਮੈਮ, ਹੈ ਨਾ, ਉਹ ਤੁਹਾਡੇ ਤੋਂ ਇੰਪ੍ਰੈਸ ਸੀ ਮੈਮ। ਉਹਨਾਂ ਨੇ ਬੀ ਸੋਸ਼ਲ ਤੋਂ ਇੰਪ੍ਰੈਸ ਹੋ ਕੇ ਆਪਣਾ ਇੱਕ ਛੋਟਾ ਜਿਹਾ ਚੈਨਲ ਬਣਾਇਆ। ਉਹ ਕੀ ਕਰਦੇ ਆ, ਉਹ ਇੱਕ ਜਿੱਦਾਂ ਕਹਿੰਦੇ ਦੇਸੀ ਗਾਂ ਦਾ ਘਿਓ ਉਹ ਬਣਾਉਂਦੇ ਆ, ਜਿੱਦਾਂ ਕਹਿੰਦੇ ਬਾਜਰੇ ਦੀਆਂ ਪਿੰਨੀਆਂ। ਆਨਲਾਈਨ ਉਹਨਾਂ ਨੇ ਉਹ ਕੰਮ ਸ਼ੁਰੂ ਕੀਤਾ। ਉਹਨਾਂ ਨੇ ਆਪਣੇ ਬੇਟੇ ਨੂੰ ਨਾਲ ਲਗਾਇਆ ਹੋਇਆ। ਹਾਂਜੀ। ਅਮਰੂਦ ਦਾ ਕੋਈ ਉਹ ਕਰਦੇ ਆ, ਕੋਈ ਪੈਸਟੀਸਾਈਡ ਨਹੀਂ ਯੂਜ਼ ਕਰਦੇ, ਟੋਟਲ ਆਰਗੈਨਿਕ ਐਵਰੀਥਿੰਗ। ਉਹਨਾਂ ਨੇ ਮੈਨੂੰ ਦਿਖਾਇਆ ਵੀ, ਜਿਹੜੇ ਉਹ ਅਮਰੂਦ ਉਹ ਲੈ ਕੇ ਆਏ ਸੀ ਉਹ ਖਰਾਬ ਹੀ ਨਹੀਂ ਹੋਏ ਨਾ। ਤੁਸੀਂ ਦੇਖੋ ਬੱਚਾ ਵੀ ਅੱਛੀ ਲਾਈਨ 'ਚ ਚਲਾ ਗਿਆ, ਆਪ ਵੀ ਤੁਸੀਂ ਡਿਪਰੈਸ਼ਨ 'ਚ ਬਚ ਗਏ। ਔਰ ਸਭ ਤੋਂ ਅੱਛੀ ਗੱਲ ਹੈ ਤੁਸੀਂ ਇੱਕ ਪ੍ਰਾਊਡ ਮੂਮੈਂਟ ਫੈਮਿਲੀ ਨੂੰ ਦਿੱਤੀ। ਸਹੀ ਗੱਲ ਹੈ ਨਾ। ਤਾਂ ਡੋਂਟ ਗੈਟ ਇਨ ਆਲ ਥੀਸ ਥਿੰਗ। ਇਹ ਮੇਰਾ ਇੱਕ ਛੋਟਾ ਜਿਹਾ ਮੈਸੇਜ ਹੈ। ਸਾਡੀ ਇੰਟਰਵਿਊ ਤਾਂ ਹੀ ਸਫਲ ਹੈ ਜੇ ਤੁਹਾਡੇ ਚੋਂ 3 4 5 ਬੱਚੇ ਵੀ ਇਨੀਸ਼ੀਏਟਿਵ ਲੈਣ। ਡਿਪਰੈਸ਼ਨ ਛੱਡੋ, ਕੁਝ ਨਹੀਂ ਰੱਖਿਆ। ਯੂ ਆਰ ਵੈਰੀ ਬਿਊਟੀਫੁਲ, ਯੂ ਆਰ ਵੈਰੀ ਸਟਰੋਂਗ। ਔਰ ਕਿਸੇ ਨੂੰ ਕਿਸੇ ਕਾਉਂਸਲਿੰਗ ਦੀ ਲੋੜ ਨਹੀਂ ਹੈ। ਜੇ ਤੁਸੀਂ ਕੋਈ ਵੀ ਡਿਪਰੈਸ਼ਨ ਦੀ ਗੋਲੀ ਖਾਂਦੇ ਹੋ, ਮੈਂ ਤਾਂ ਅੱਜ ਤੋਂ ਬਾਅਦ ਸਾਰੇ ਪੇਸ਼ੈਂਟ ਨੂੰ ਹੀ ਕਹਿੰਦੀ, ਜਿਹੜਾ ਡਿਪਰੈਸ਼ਨ ਦੀ ਗੋਲੀ ਖਾਂਦਾ, ਜੇ ਕੱਲ ਨੂੰ ਤੁਹਾਡੇ ਬੱਚੇ ਨੂੰ ਟੈਨਸ਼ਨ ਹੋਈ ਉਹਨੂੰ ਦੇ ਦੋਗੇ, ਕਹਿੰਦੇ ਕਿਉਂ? ਮੈਂ ਕਿਹਾ ਦਿਮਾਗ ਕੰਮ ਕਰਦਾ। ਜੀ ਉਹਦੇ ਲਈ ਕਰਦਾ ਤਾਂ ਮੇਰੇ ਲਈ ਵੀ ਕਰਦਾ। ਮੈਂ ਵੀ ਨਹੀਂ ਖਾਣੀ। ਆਈ ਐਮ ਸਟਰੋਂਗ ਇਨਫ। ਜੇ ਮੈਂ ਉਹਨੂੰ ਸੰਭਾਲਣ ਲਈ ਸਟਰੋਂਗ ਹੈ ਤਾਂ ਮੈਂ ਆਪਣੇ ਲਈ ਵੀ ਸਟਰੋਂਗ ਹੈ। ਮੈਨੂੰ ਕੁਝ ਨਹੀਂ ਚਾਹੀਦਾ। ਮੈਂ ਜੋ ਕਰ ਸਕਦੀ ਹਾਂ, ਜਿਹੜਾ ਮੇਰਾ ਕੈਲੀਬਰ ਹੈ, ਆਈ ਵਿਲ ਵਰਕ ਔਨ ਦੈਟ। ਤੁਸੀਂ ਸਟਿਚਿੰਗ ਕਰ ਸਕਦੇ ਹੋ, ਤੁਸੀਂ ਕੁਛ ਵੀ, ਜਿਹੜਾ ਵੀ, ਜਿੱਦਾਂ ਹੁਣ ਮੈਂ ਦੱਸਿਆ ਮੈਮ ਨੇ ਆਪਣਾ ਛੋਟਾ ਜਿਹਾ ਸੋਸ਼ਲ ਗਰੁੱਪ ਬਣਾਇਆ, ਇੱਦਾਂ ਦੇ ਕੰਮ। ਤੁਸੀਂ ਬਹੁਤ ਅੱਛੇ ਕੰਮ ਕਰ ਰਹੇ ਹੋ ਮੈਮ। ਇੰਨੀ ਦੂਰ ਤੱਕ ਸੋਚੋ, ਮੋਗਾ ਤੱਕ ਜੇ ਤੁਸੀਂ ਲੋਕਾਂ ਨੂੰ ਇਨਫਲੂਐਂਸ ਕਰ ਰਹੇ ਹੋ ਤਾਂ ਹੈਟਸ ਆਫ। ਔਰ ਮੇਰੀ ਵੀ ਇਹੀ ਕੋਸ਼ਿਸ਼ ਹੈ ਮੈਮ, ਮੈਂ ਫ੍ਰੀ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਨਾਲ ਗੱਲ ਕਰਨ 'ਚ, ਪਰ ਮੈਂ ਇਹ ਕਹਿੰਦੀ ਹਾਂ ਤੁਹਾਨੂੰ ਡਿਪਰੈਸ਼ਨ ਦੀ ਲੋੜ ਹੀ ਨਹੀਂ। ਬਿਲਕੁਲ। ਡਾਇਵਰਟ ਯੂਰਸੈਲਫ ਉਸ ਚੀਜ਼ ਤੋਂ, ਆਪਣੇ ਆਪ ਨੂੰ ਕੱਢ ਦਿਓ ਕਿ ਤੁਹਾਨੂੰ ਕੋਈ ਨੈਗ ਕਰ ਰਿਹਾ ਜਾਂ ਕੋਈ ਕੁਝ ਕਰ ਰਿਹਾ। ਆਪਣੀ ਇੱਕ ਅਲੱਗ ਪਹਿਚਾਣ ਬਣਾਓ। ਉਹ ਬੀਇੰਗ ਅ ਫੀਮੇਲ, ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ। ਬਾਕੀ ਥੈਂਕ ਯੂ ਬੀ ਸੋਸ਼ਲ। ਸ਼ੁਕਰੀਆ ਮੈਮ। ਇੱਕ ਚੀਜ਼ ਮੈਂ ਕਹਿੰਦੀ ਹਾਂ ਤੁਹਾਨੂੰ ਕਿ ਜਦੋਂ ਵੀ ਤੁਸੀਂ ਪੂਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈਂਦੇ ਹੋ ਨਾ ਆਪਣੇ ਨਿਆਣੇ ਦੀ, ਕਿ ਜੇ ਰਾਤ ਨੂੰ ਜਾਗਣਾ ਤਾਂ ਮੈਂ ਹੀ ਜਾਗਣਾ, ਦਿਨੇ ਜਾਗਣਾ ਤਾਂ ਫਿਰ ਉਦੋਂ ਵੀ ਬੱਚੇ ਨੂੰ ਮੈਂ ਹੀ ਦੇਖਣਾ। ਉਹ ਤੋਂ ਪਹਿਲਾਂ ਨਾ ਆਪਣੇ ਬੱਚੇ ਦਾ ਸਰਟੀਫਿਕੇਟ ਕੱਢ ਕੇ ਦੇਖਿਆ ਕਰੋ। ਉਸ ਸਰਟੀਫਿਕੇਟ ਦੇ ਉੱਤੇ, ਜਨਮ ਸਰਟੀਫਿਕੇਟ ਦੇ ਉੱਤੇ ਮਾਂ ਅਤੇ ਪਿਓ ਦੋਵਾਂ ਦਾ ਨਾਂ ਲਿਖਿਆ ਹੁੰਦਾ। ਕਦੇ ਵੀ ਕੋਈ ਹਸਪੀਟਲ ਨਹੀਂ ਲਿਖ ਕੇ ਦਿੰਦਾ ਕਿ ਇਹ ਬੱਚਾ ਸਿਰਫ ਮਾਂ ਦਾ ਹੈ। ਅਤੇ ਇਸੇ ਲਈ ਘਰ 'ਚ ਵੀ ਉਸ ਚੀਜ਼ ਨੂੰ ਅਪਲਾਈ ਕਰੋ ਕਿ ਬੱਚਾ ਮਾਂ ਅਤੇ ਪਿਓ ਦੋਵਾਂ ਦਾ ਹੋਣਾ ਚਾਹੀਦਾ। ਹਾਂ, ਚਾਹੇ ਸਾਰੇ ਪਰਿਵਾਰ ਨੂੰ ਆ, ਜ਼ਿੰਮੇਵਾਰੀਆਂ ਵੀ ਸਾਰਾ ਪਰਿਵਾਰ ਵੰਡੋ। ਜਿਹੜੀਆਂ ਕੁੜੀਆਂ ਸੱਚੀ ਇਹ ਸੋਚਦੀਆਂ ਨੇ ਕਿ ਪਹਿਲੇ ਬੱਚੇ ਤੋਂ ਬਾਅਦ ਮੇਰੀ ਬਾਡੀ ਚੇਂਜ ਹੋ ਗਈ ਜਾਂ ਮੈਂ ਮੋਟੀ ਹੋ ਗਈ, ਮੇਰੇ 'ਚ ਆਹ ਚੇਂਜਿਸ ਆਏ, ਤਾਂ ਉਸ ਤੋਂ ਪਹਿਲਾਂ ਹੀ ਇਸ ਚੀਜ਼ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਸੀਂ ਜਦੋਂ ਆਪਣੇ ਡਾਕਟਰ ਨੂੰ ਮਿਲਦੇ ਹੋ, ਡਾਕਟਰ ਨੂੰ ਜਾ ਕੇ ਪੁੱਛੋ ਕਿ ਮੇਰੇ 'ਚ ਕੀ ਚੇਂਜਿਸ ਆਉਣਗੇ। ਜੇ ਬੱਚਾ ਹੋਣ ਤੋਂ ਬਾਅਦ ਤੁਸੀਂ ਇਕੱਲੇ ਬੱਚੇ ਦੀ ਟੇਕ ਕੇਅਰ ਕਰੋਗੇ ਤਾਂ ਸੱਚੀ ਤੁਸੀਂ ਡਿਪਰੈਸ਼ਨ 'ਚ ਜਾਓਗੇ। ਆਪਣੇ ਪਾਰਟਨਰ ਨੂੰ ਜ਼ਰੂਰ ਕਹੋ ਵੀ ਥੋੜ੍ਹੀ ਜ਼ਿੰਮੇਵਾਰੀ ਤੇਰੀ ਵੀ ਬਣਦੀ ਆ। ਅਤੇ ਬਾਕੀ ਮੁੰਡਿਆਂ ਨੂੰ ਵੀ ਅੱਜ ਕੱਲ੍ਹ ਚਾਹੀਦਾ ਕਿ ਜੇ ਅਸੀਂ ਦੋਨੋਂ ਕੰਮ ਕਰ ਰਹੇ ਹਾਂ ਤਾਂ ਘਰ 'ਚ ਵੀ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਉਹ ਸਾਡੀਆਂ ਦੋਵਾਂ ਦੀਆਂ ਹੋਣੀਆਂ ਚਾਹੀਦੀਆਂ ਨੇ। ਅਤੇ ਖਾਸ ਕਰਕੇ ਜਿਹੜਾ ਆਹ ਰੁਝਾਨ ਅਸੀਂ ਇੱਕ ਨਵਾਂ ਬਣਾ ਲਿਆ ਕਿ ਜਦੋਂ ਨਿਆਣਾ ਹੋ ਰਿਹਾ ਤਾਂ ਅਸੀਂ ਹੌਸਪੀਟਲ 'ਚ ਗੱਡੀਆਂ ਭਜਾਉਂਦੇ ਹਾਂ, ਫਿਰ ਅਸੀਂ ਅਗਲੇ ਦਾ ਘਰ ਜਾ ਕੇ ਭਰ ਦਿੰਦੇ ਹਾਂ, ਨਵੇਂ ਅਸੀਂ ਤੋਹਫੇ ਲੈ ਕੇ ਜਾਂਦੇ ਹਾਂ। ਉਸ 2 ਜਾਂ 4 ਦਿਨ ਦੇ ਬੱਚੇ ਨੇ ਨਾ ਉੱਠ ਕੇ ਕਿਸੇ ਟੈਡੀ ਨਾਲ ਖੇਡਣਾ ਅਤੇ ਨਾ ਉਹਨੇ ਤੁਹਾਡੇ ਭੇਜੇ ਹੋਏ ਫੁੱਲਾਂ ਦੀ ਸੁਗੰਧ ਆ ਜਿਹੜੀ ਉਹ ਸੁੰਘਣੀ ਹੁੰਦੀ ਆ, ਠੀਕ ਹੈ। ਉਹ ਉਹਨੂੰ ਬਿਮਾਰ ਹੀ ਕਰਦੀ ਆ।
ਜੇ ਅਸੀਂ ਅੱਜ ਦੇ ਦੌਰ 'ਚ ਵੀ ਇਹਨਾਂ ਚੀਜ਼ਾਂ ਤੋਂ ਅਵੇਅਰ ਨਹੀਂ ਹੋਏ ਤਾਂ ਮੈਨੂੰ ਲੱਗਦਾ ਕਿ ਸਾਡੇ ਵਾਕਈ ਪੜ੍ਹੇ ਲਿਖੇ ਹੋਣ ਦਾ ਕੋਈ ਫਾਇਦਾ ਨਹੀਂ। ਇੱਕ ਮਾਂ ਨੇ 9 ਮਹੀਨੇ ਬੜਾ ਕੁਝ ਝੱਲਿਆ ਹੁੰਦਾ, ਉਹਨੂੰ ਘੱਟੋ ਘੱਟ 2-2.5 ਮਹੀਨੇ ਦੀ ਰੈਸਟ ਦੀ ਜ਼ਰੂਰਤ ਹੁੰਦੀ ਆ। ਜਿਵੇਂ ਮੈਮ ਨੇ ਕਿਹਾ ਕਿ ਗਵਰਨਮੈਂਟ ਵੀ ਇਹ ਚੀਜ਼ ਸਮਝਦੀ ਆ ਪਰ ਅਸੀਂ ਨਹੀਂ ਸਮਝਦੇ, ਅਤੇ ਬੱਚੇ ਨੂੰ ਵੀ ਕੇਅਰ ਦੀ ਜ਼ਰੂਰਤ ਹੁੰਦੀ ਹੈ, ਅਤੇ ਬਾਕੀ ਦਾ ਪਰਿਵਾਰ ਜੋ ਮਾਂ ਅਤੇ ਨਿਆਣੇ ਨੂੰ ਦੇਖ ਰਿਹਾ ਉਹਨਾਂ ਨੂੰ ਵੀ ਆਰਾਮ ਦੀ ਜ਼ਰੂਰਤ ਹੁੰਦੀ ਆ। ਜਾ ਕੇ ਅਸੀਂ ਉਹਨਾਂ ਦੇ ਘਰਾਂ 'ਚ ਲੰਚ ਕਰ ਰਹੇ ਹਾਂ, ਡਿਨਰ ਕਰ ਰਹੇ ਹਾਂ, ਚਾਹਾਂ ਪੀ ਰਹੇ ਹਾਂ, ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਜੇ ਅੱਜ ਸਭ ਕੁਝ ਡਿਜੀਟਲ ਹੋ ਗਿਆ, ਤੁਹਾਨੂੰ ਫੋਟੋ ਡਿਜੀਟਲ ਆ ਰਹੀ ਹੈ ਨਾ, ਤਾਂ ਤੁਸੀਂ ਸ਼ਗਨ ਵੀ ਇੱਦਾਂ ਹੀ ਪੇ ਕਰ ਦਿਆ ਕਰੋ। ਪਰ ਜਦੋਂ ਬੱਚਾ ਵਾਕਈ ਦੇਖਣ ਦੀ ਉਮਰ 'ਚ ਹੋ ਜਾਵੇ ਉਦੋਂ ਜਾ ਕੇ ਉਹਨੂੰ ਦੇਖਿਆ ਕਰੋ। ਇਹੀ ਇੱਕ ਮਾਂ ਨਾਲ ਸਭ ਤੋਂ ਵੱਡਾ ਨਿਆਂ ਹੁੰਦਾ। ਅਤੇ ਕੁੜੀਆਂ ਨੂੰ ਵੀ ਚਾਹੀਦਾ ਕਿ ਡਿਲੀਵਰੀ ਤੋਂ ਬਾਅਦ ਵੀ ਆਪਣੇ ਡਾਕਟਰ ਨੂੰ ਜਾ ਕੇ ਮਿਲਣ। ਜੇ ਤੁਹਾਡੇ ਮਨ 'ਚ ਕੋਈ ਉਲਝਣ ਆ, ਜਿਵੇਂ ਮੈਮ ਨਾਲ ਇੱਕ ਕੁੜੀ ਨੇ ਇੰਨੇ ਸਾਲ ਬਾਅਦ ਆ ਕੇ ਇੱਕ ਗੱਲ ਸਾਂਝੀ ਕੀਤੀ ਹੈ ਨਾ, ਤਾਂ ਤੁਸੀਂ ਆਪਣੇ ਡਾਕਟਰ ਨੂੰ ਜਾ ਕੇ ਕਹਿ ਸਕਦੇ ਹੋ ਸਕਦਾ ਕਿ ਉਹ ਤੁਹਾਡੇ ਆਂਢੀ ਗੁਆਂਢੀ ਭੈਣ ਭਰਾ ਨਾਲੋਂ ਵੀ ਜ਼ਿਆਦਾ ਵਧੀਆ ਤੁਹਾਨੂੰ ਗਾਈਡ ਕਰੇ। ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਣ, ਤਾਂ ਜੋ ਸੱਚੀ ਤੁਹਾਨੂੰ ਕਿਸੇ ਨਾਲ ਵੀ ਨਾ ਸਾਂਝੀਆਂ ਕਰਨੀਆਂ ਪੈਣ, ਤੁਸੀਂ ਖੁਦ ਦੀ ਕਾਉਂਸਲਿੰਗ ਆਪ ਹੀ ਕਰ ਸਕੋ। ਅਗਲੀ ਵਾਰ ਆਪਾਂ ਫਿਰ ਕਿਸੇ ਨਾਲ ਮਿਲਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।